ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਇਸ ਖਾਸ ਪੇਸ਼ਕਸ਼ 1947 ਪੰਜਾਬ ਦੀ ਵੰਡ ਦੇ ਵਿੱਚ ਮੈਂ ਗੁਰਿੰਦਰ ਸਿੰਘ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦਾ ਜੀ। ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ 5 ਅਗਸਤ ਤੋਂ ਅਸੀਂ ਇਹ ਇੱਕ ਸੀਰੀਜ਼ ਚਲਾ ਰਹੇ ਹਾਂ, ਜਿਹਦੇ ਵਿੱਚ ਹਰ ਰੋਜ਼ ਅਸੀਂ ਪੰਜਾਬ 1947 ਜੋ ਪੰਜਾਬ ਦੀ ਵੰਡ ਹੋਈ ਸੀਗੀ, ਉਹਦੇ ਵੱਖਰੇ-ਵੱਖਰੇ ਪਹਿਲੂਆਂ ਦੇ ਉੱਤੇ ਗੱਲ ਕਰ ਰਹੇ ਹਾਂ ਤੇ ਉਹਦੇ ਵੱਖਰੇ-ਵੱਖਰੇ ਪਹਿਲੂ ਤੁਹਾਡੇ ਸਾਹਮਣੇ ਪੇਸ਼ ਕਰ ਰਹੇ ਹਾਂ, ਜਿਹਦੇ ਵਿੱਚ ਸਾਡੇ ਕੋਲ ਵਿਦਵਾਨ ਸਪੀਕਰਸ ਤੇ ਸਕੋਲਰਸ ਜਿਹੜੇ ਨੇ ਉਹ ਵੱਖਰੇ-ਵੱਖਰੇ ਮੁਲਕਾਂ ਤੋਂ ਜੁੜਦੇ ਨੇ ਤੇ ਉਹ ਆਪਣੇ ਵਿਚਾਰ ਸ਼ੇਅਰ ਕਰਦੇ ਨੇ ਤੇ ਇਸ ਵੰਡ ਦੇ ਜਿਹੜੇ ਅਲੱਗ-ਅਲੱਗ ਪਹਿਲੂ ਨੇ, ਭਾਵੇਂ ਉਹ ਸਮਾਜਿਕ ਹੈ, ਭਾਵੇਂ ਉਹ ਆਰਥਿਕ ਹੈ, ਭਾਵੇਂ ਰਾਜਨੀਤਿਕ ਹੈ, ਸਾਰੇ ਪਹਿਲੂ ਤੁਹਾਡੇ ਸਾਹਮਣੇ ਰੱਖੇ ਗਏ ਨੇ। ਅੱਜ ਇਸ ਸੀਰੀਜ਼ ਦਾ ਅਖੀਰਲਾ ਐਪੀਸੋਡ ਹੈ। ਅੱਜ ਦਾ ਦਿਨ 15 ਅਗਸਤ ਆ। ਅੱਜ ਸਾਡੇ ਕੋਲ ਖਾਸ ਤੌਰ 'ਤੇ ਪੰਜਾਬ ਤੋਂ ਡਾਕਟਰ ਸੁਖਪ੍ਰੀਤ ਸਿੰਘ ਉਦੋਕੋ ਜੀ ਜੁੜੇ ਹੋਏ ਨੇ। ਤਾਂ ਡਾਕਟਰ ਸੁਖਪ੍ਰੀਤ ਸਿੰਘ ਉਦੋਕੋ ਬਾਰੇ ਆਪ ਜੀ ਸਾਰੇ ਜਾਣਦੇ ਹੀ ਹੋ। ਡਾਕਟਰ ਸਾਹਿਬ ਸਾਡੇ ਇੱਕ ਸਕੋਲਰਸ ਨੇ, ਸਪੀਕਰ ਨੇ, ਹਿਸਟੋਰੀਅਨ ਨੇ ਤੇ ਰਿਸਰਚਰਸ ਨੇ ਜੋ ਸਿੱਖ ਸਰੋਤਾਂ ਦੇ ਉੱਤੇ ਰਿਸਰਚ ਕਰਦੇ ਨੇ। ਤਾਂ ਅੱਜ ਅਸੀਂ ਇਸ ਦਿਨ ਦੇ ਉੱਤੇ 47 ਦੀ ਵੰਡ ਦੇ ਬਾਰੇ ਉਹਨਾਂ ਨਾਲ ਗੱਲ ਕਰਾਂਗੇ। ਤਾਂ ਇਹਦੇ ਪ੍ਰੋਗਰਾਮ ਵਿੱਚ ਮੇਰਾ ਸਾਥ ਦੇਣ ਦੇ ਲਈ ਸਰਦਾਰ ਪ੍ਰਭਜੋਤ ਸਿੰਘ ਜੀ ਭੌਰ ਜੁੜੇ ਨੇ। ਪਹਿਲਾਂ ਮੈਂ ਪ੍ਰਭਜੋਤ ਸਿੰਘ ਜੀ ਹੁਣਾਂ ਨੂੰ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰਦਾ ਹਾਂ ਤਾਂ ਫਿਰ ਆਪਾਂ ਡਾਕਟਰ ਸਾਹਿਬ ਜੀ ਨੂੰ ਪ੍ਰੋਗਰਾਮ ਵਿੱਚ ਲਵਾਂਗੇ ਜੀ। ਪ੍ਰਭਜੋਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਜੀ। ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਮੈਨੂੰ ਥੈਂਕ ਯੂ। ਸੰਗਤਾਂ ਦੇ ਰੂਬਰੂ ਸਭ ਤੋਂ ਕਰਨ ਪਹਿਲਾਂ ਲਈ। ਤਾਂ ਮੈਂ ਕਹੂੰਗਾ ਤੁਹਾਡਾ ਸਵਾਗਤ ਹੈ ਜੀ ਸਿੰਘ ਸਟੇਸ਼ਨ ਦੇ ਪਲੇਟਫਾਰਮ ਤੇ। ਤੁਹਾਡਾ ਤੁਸੀਂ ਪਹਿਲੀ ਵਾਰ ਆ ਰਹੇ ਹੋ ਨਾਲ ਹੋਸਟ ਕਰਨ ਦੇ ਲਈ, ਤਾਂ ਵੈਲਕਮ ਟੂ ਦਾ ਪਲੇਟਫਾਰਮ। ਤਾਂ ਉਮੀਦ ਕਰਦੇ ਹਾਂ ਕਿ ਤੁਸੀਂ ਸਾਡੇ ਨਾਲ ਹੋਰ ਜੁੜੇ ਰਹੋਗੇ ਤਾਂ ਹੋਰ ਪ੍ਰੋਗਰਾਮ ਜਿਹੜੇ ਪ੍ਰੈਜ਼ੈਂਟ ਕਰੋਗੇ। ਤਾਂ ਸਭ ਤੋਂ ਪਹਿਲਾਂ ਭਾਜੀ, ਤੁਸੀਂ ਪ੍ਰੋਗਰਾਮ ਜਿਹੜੇ ਪਿਛਲੇ ਵੀ ਦੇਖੇ ਨੇ 47 ਨੂੰ ਲੈ ਕੇ, ਤਾਂ ਤੁਸੀਂ ਆਪਾਂ ਜਿਸ ਸਿਸਟਮ ਨਾਲ ਆਪਾਂ ਚੱਲ ਰਹੇ ਹਾਂ, ਤੁਸੀਂ ਕੀ ਕਹਿਣਾ ਚਾਹੋਗੇ ਅੱਜ ਦੇ ਦਿਨ ਨੂੰ ਲੈ ਕੇ? ਫਿਰ ਆਪਾਂ ਉਸ ਤੋਂ ਬਾਅਦ ਡਾਕਟਰ ਸਾਹਿਬ ਨੂੰ ਨਾਲ ਪ੍ਰੋਗਰਾਮ ਵਿੱਚ ਲੈਂਦੇ ਹਾਂ ਜੀ। ਜੀ ਹਾਂਜੀ ਜ਼ਰੂਰ ਭਾਜੀ। ਮੈਂ ਜਿੰਨੇ ਪ੍ਰੋਗਰਾਮ ਦੇਖੇ ਨੇ ਬਹੁਤ ਹੀ ਵਧੀਆ ਨੌਲੇਜੇਬਲ ਨੇ। ਕਾਫੀ ਜਿਹੜੇ ਫੈਕਟ ਸਾਨੂੰ ਜਿਨ੍ਹਾਂ ਬਾਰੇ ਨਹੀਂ ਵੀ ਪਤਾ ਸੀਗਾ ਉਹ ਫੈਕਟ ਵੀ ਉਭਾਰੇ ਗਏ। ਜਿਹੜੇ ਅਸੀਂ ਸੱਜਣ ਤੁਸੀਂ ਬੁਲਾਏ ਨੇ, ਜਿਨ੍ਹਾਂ ਨਾਲ ਗੱਲਬਾਤ ਕੀਤੀ, ਸੋ ਕਾਫੀ ਕੁਛ ਜਿਹੜੀਆਂ ਚੀਜ਼ਾਂ ਅਣਗੌਲੀਆਂ ਗਈਆਂ ਉਹਨਾਂ ਬਾਰੇ ਚਾਨਣਾ ਪਿਆ, ਸਮੂਹ ਸੰਗਤ ਦਾ ਚਾਨਣਾ ਪਿਆ। ਸੋ ਅੱਜ ਵੀ ਜਿਹੜਾ ਇਹ ਪ੍ਰੋਗਰਾਮ ਦੀ ਆਖਰੀ ਕੜੀ ਹੈ, ਡਾਕਟਰ ਸੁਖਪ੍ਰੀਤ ਸਿੰਘ ਜੀ ਉਦੋਕੇ ਬਹੁਤ ਹੀ, ਜਿਵੇਂ ਤੁਸੀਂ ਉਹਨਾਂ ਦੇ ਬਾਰੇ ਦੱਸਿਆ, ਬਹੁਤ ਇੰਟੈਲੈਕਚੁਅਲ ਬੰਦੇ ਨੇ। ਮੈਂ ਜਿੰਨਾ ਉਹਨਾਂ ਨਾਲ ਇੱਥੇ ਪਿਛਲੇ ਸਾਲ ਆਏ ਵੀ ਸੀਗੇ, ਕਾਫੀ ਸਮਾਂ ਉਹਨਾਂ ਨਾਲ ਸਪੈਂਡ ਕੀਤਾ, ਉਹਦੇ ਵਿੱਚੋਂ ਜੋ ਮੈਂ ਸਿੱਟ ਆਊਟ ਕਰ ਸਕਦਾ, ਬਹੁਤ ਹੀ ਬੈਲੈਂਸਡ ਥਿੰਕਿੰਗ ਵਾਲੀ ਆਈਡੈਂਟੀਟੀ ਨੇ, ਜਿਹੜੇ ਪੰਥਕ ਸੋਚ ਰੱਖਦੇ ਨੇ, ਕਿਸੇ ਵੀ ਇੱਕ ਸੈਗਮੈਂਟ ਵੱਲ ਨੂੰ ਬਾਇਸਡ ਨਹੀਂ ਹੈਗੇ। ਸੋ ਸਾਰਿਆਂ ਦੇ ਨਾਲ ਪਿਆਰ ਬਣਾ ਕੇ ਰੱਖਣ ਵਾਲੇ ਇਨਸਾਨ ਨੇ। ਸੋ ਅੱਜ ਦਾ ਜਿਹੜਾ ਪ੍ਰੋਗਰਾਮ ਹੈ, ਮੈਨੂੰ ਆਸ ਹੈ ਕਿ ਆਪਾਂ ਬਹੁਤ ਵਧੀਆ ਚੀਜ਼ਾਂ ਇਹਦੇ ਵਿੱਚੋਂ ਕੱਢ ਪਾਵਾਂਗੇ ਜੀ। ਬਿਲਕੁਲ, ਥੈਂਕ ਯੂ ਭਾਜੀ ਤੁਹਾਡਾ। ਤਾਂ ਮੈਂ ਹੁਣ ਸਮੇਂ ਨੂੰ ਹੋਰ ਨਾ ਖਰਾਬ ਕਰਦੇ ਹੋਏ ਡਾਕਟਰ ਸਾਹਿਬ ਨੂੰ ਪ੍ਰੋਗਰਾਮ ਵਿੱਚ ਸ਼ਾਮਲ ਕਰਦਾ ਜੀ। ਡਾਕਟਰ ਸੁਖਪ੍ਰੀਤ ਸਿੰਘ ਉਦੋਕੋ ਜੀ, ਆਪ ਜੀ ਦਾ ਪ੍ਰੋਗਰਾਮ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੇਰੇ ਵੱਲੋਂ ਤੁਹਾਡੇ ਸਾਰੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਧੰਨਵਾਦ ਭਾਜੀ। ਸਭ ਤੋਂ ਪਹਿਲਾਂ ਤੁਸੀਂ ਟਾਈਮ ਕੱਢ ਕੇ, ਕਿਉਂਕਿ ਵਿਅਸਤ ਹੁੰਦੇ ਆ, ਕਈ ਪ੍ਰੋਗਰਾਮ ਹੁੰਦੇ ਆ, ਤੁਸੀਂ ਟਾਈਮ ਕੱਢ ਕੇ ਅੱਜ ਸਾਡੇ ਪ੍ਰੋਗਰਾਮ 'ਤੇ ਆਏ ਹੋ। ਤਾਂ ਜਿਹੜੇ ਦਰਸ਼ਕ ਨੇ ਉਹਨਾਂ ਨੂੰ ਸਮਾਂ ਦਿੱਤਾ ਆ। ਅਤੇ ਭਾਜੀ ਆਪਾਂ ਪ੍ਰੋਗਰਾਮ ਦੀ ਸ਼ੁਰੂਆਤ ਆਪਾਂ ਇਸ ਤੋਂ ਕਰਦੇ ਹਾਂ ਕਿ ਅੱਜ 15 ਅਗਸਤ ਦਾ ਦਿਨ ਹੈ। ਪੂਰੇ ਭਾਰਤ ਵਿੱਚ ਤਾਂ ਦੁਨੀਆ ਭਰ ਦੇ ਵਿੱਚ ਲੋਕ ਨੇ ਜਿਹੜੇ ਭਾਰਤ ਦੇ ਵਿੱਚ ਰਹਿਣ ਵਾਲੇ, ਜਾਂ ਜਿਹੜੇ ਆਪਣਾ ਨੂੰ ਇੰਡੀਅਨਸ ਕਹਿੰਦੇ ਨੇ, ਹਰੇਕ ਦੇ ਵਿੱਚ ਡਿਫਰੈਂਟ ਅਲੱਗ-ਅਲੱਗ ਤਰ੍ਹਾਂ ਦੀਆਂ ਭਾਵਨਾਵਾਂ ਨੇ। ਕੋਈ ਲੱਡੂ ਵੰਡ ਰਿਹਾ, ਕੋਈ ਇਹਨੂੰ ਸੈਲੀਬ੍ਰੇਟ ਕਰ ਰਿਹਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਲ ਕਿਲ੍ਹੇ ਤੋਂ ਸਪੀਚ ਵੀ ਦਿੱਤੀ ਹੈ। ਪਿਛਲੇ ਸਾਲ ਦੇ ਕੰਮ ਜਿਹੜੇ ਕੀਤੇ ਨੇ ਉਹਨਾਂ ਨੂੰ ਬੜੇ ਉੱਚੇ ਦਰਜੇ ਦੇ ਦੱਸਿਆ ਹੈ ਉਹਨਾਂ ਨੇ, ਜਿਨ੍ਹਾਂ 'ਚੋਂ 370 ਆਰਟੀਕਲ ਨੂੰ ਕਾਫੀ ਜ਼ਿਆਦਾ ਉਭਾਰਿਆ ਗਿਆ ਹੈ, ਰਾਮ ਮੰਦਿਰ ਵਾਲੇ ਮੁੱਦੇ ਨੂੰ। ਅਤੇ ਕਈ ਲੋਕ ਨੇ ਜਿਹੜੇ ਪੰਜਾਬ ਦੇ ਖਾਸ ਤੌਰ 'ਤੇ ਜਿਹੜੇ 47 ਨੂੰ ਲੈ ਕੇ ਕਾਫੀ ਨਿਰਾਸ਼ ਵੀ ਹੋਣਗੇ, ਉਦਾਸ ਵੀ ਹੋਣਗੇ, ਕਈ ਪੀੜ ਵਿੱਚ ਹੋਣਗੇ, ਕਈ ਕਨਫਿਊਜ਼ਡ ਹੋਣਗੇ। ਯੂਥ, ਖਾਸ ਤੌਰ 'ਤੇ ਯੂਥ ਜਿਹੜਾ ਕਿ ਉਹ ਇੱਕ ਐਸਾ ਯੂਥ ਵੀ ਹੈਗਾ ਜਿਹੜਾ ਵਿੱਚ ਵਿਚਾਲੇ ਆ, ਉਹਨੂੰ ਸਮਝ ਨਹੀਂ ਲੱਗਦਾ ਕਿਹੜੇ ਪਾਸੇ ਜਾਏ। ਤੁਸੀਂ ਇਸ ਦਿਨ ਨੂੰ ਕਿੱਦਾਂ ਦੇਖਦੇ ਹੋ, ਜਾਂ ਤੁਹਾਡੇ ਨਜ਼ਰੀਏ ਦੇ ਨਾਲ ਇੱਕ ਸਿੱਖਾਂ ਨੂੰ ਜਾਂ ਪੰਜਾਬ ਦੇ ਬਸ਼ਿੰਦਿਆਂ ਨੂੰ ਮੈਂ ਜ਼ਿਆਦਾ ਕਹਾਂ ਕਿ ਉਸ ਵਿੱਚ ਸਾਰੇ ਕੌਮਾਂ ਦੇ ਰਹਿਣ ਵਾਲੇ ਲੋਕ ਨੇ, ਹਿੰਦੂ, ਮੁਸਲਿਮ, ਸਿੱਖ, ਅਤੇ ਪੰਜਾਬ ਦੇ ਲੋਕਾਂ ਨੂੰ ਇਹ ਦਿਨ ਨੂੰ ਕਿੱਦਾਂ ਦੇਖਣਾ ਚਾਹੀਦਾ? ਵੇਖੋ ਵੀਰ ਜੀ, ਇੱਕ ਗੱਲ ਤਾਂ ਬੜੀ ਸਪਸ਼ਟ ਹੈ ਕਿ ਜਿਹੜੇ ਲੋਕ ਅੱਜ ਆਜ਼ਾਦੀ ਦਾ ਜਸ਼ਨ ਮਨਾ ਰਹੇ ਨੇ, ਉਹ ਸੱਚਮੁੱਚ ਹੀ ਸਮੂਹਿਕ ਤੌਰ ਦੇ ਉੱਪਰ ਆਜ਼ਾਦ ਹੋਏ ਨੇ।
ਕਿਉਂਕਿ ਉਹਨਾਂ ਨੇ ਇੱਕ ਲੰਬਾ ਸਮਾਂ ਜਿਹੜਾ ਗੁਲਾਮੀ ਦਾ ਸੰਤਾਪ ਤੁਸੀਂ ਕਹਿ ਸਕਦੇ ਹੋ ਕਿ 9 ਸਦੀਆਂ ਤਕਰੀਬਨ ਉਹਨਾਂ ਲੋਕਾਂ ਨੇ ਸੰਤਾਪ ਹੰਢਾਇਆ ਹੈ ਤੇ ਸੱਚਮੁੱਚ ਹੀ ਉਹਨਾਂ ਦੇ ਜਸ਼ਨ ਮਨਾਉਣੇ ਜਿਹੜੇ ਨੇ ਉਹ ਤੇ ਉਹਨਾਂ ਨੂੰ ਮੁਬਾਰਕ ਨੇ। ਪਰ ਜੀ ਜਦੋਂ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ ਤਾਂ ਜੇਕਰ ਤੁਸੀਂ ਪੰਜਾਬ ਦੇ ਲੋਕਾਂ ਦੀ ਗੱਲ ਕਰੋ ਤਾਂ ਪੰਜਾਬ ਦੇ ਲੋਕਾਂ ਨੂੰ ਤਾਂ ਇੱਕ ਗੁਲਾਮੀ ਤੋਂ ਦੂਜੀ ਗੁਲਾਮੀ ਦਾ ਸਫ਼ਰ ਮਿਲਿਆ ਹੈ, ਔਰ ਉਹ ਸਫ਼ਰ ਵੀ ਇੱਕ ਤਾਂ ਹੁੰਦਾ ਨਾ ਕਿ ਹਕੂਮਤ ਦਾ ਬਦਲ ਜਾਣਾ। ਉਹ ਸਫ਼ਰ ਕਿਸੇ ਹਕੂਮਤ ਦਾ ਜਾਂ ਕਿਸੇ ਰਾਜਸੀ ਸ਼ਾਸਕ ਦੇ ਬਦਲ ਜਾਣ ਵਰਗਾ ਨਹੀਂ ਸੀ। ਉਹਦੇ ਵਿੱਚ ਸਭ ਤੋਂ ਵੱਡੀ ਜਿਹੜੀ ਟ੍ਰੈਜਡੀ ਸੀ, ਜਿਹੜੀ ਤਰਾਸਦੀ ਸੀ, ਉਹ ਸਭ ਤੋਂ ਵੱਡੀ ਇਹ ਸੀ ਕਿ ਅਸੀਂ ਉਸ ਆਜ਼ਾਦੀ ਨੂੰ ਆਜ਼ਾਦੀ ਸਮਝੀ ਬੈਠੇ ਹਾਂ ਜਿਹਦੀ ਕੀਮਤ ਸਾਨੂੰ ਇਸ ਤਰ੍ਹਾਂ ਦੀ ਤਾਰਨੀ ਪਈ ਹੈ ਕਿ ਅਜੇ ਤੱਕ ਦੁਨੀਆ ਦੇ ਇਤਿਹਾਸ ਦੇ ਵਿੱਚ ਕਿਸੇ ਵੀ ਦੋ ਦੇਸ਼ਾਂ ਦੀ ਵੰਡ ਇੰਜ ਦੀ ਨਹੀਂ ਹੋਈ ਕਿ ਜਿਹਦੇ ਵਿੱਚ ਸਮੂਹਿਕ ਤੌਰ ਦੇ ਉੱਪਰ ਕਿਸੇ ਕੌਮੀਅਤ ਦਾ ਇੰਨਾ ਵੱਡਾ ਕਤਲੇਆਮ ਹੋਇਆ ਹੋਵੇ। ਸੋ ਮੈਂ ਤਾਂ ਇਹ ਕਹੂੰਗਾ ਕਿ ਪੰਜਾਬੀਆਂ ਦੇ ਵਾਸਤੇ, ਜੇ ਮੈਂ ਇੱਥੇ ਸਿੱਖ ਸ਼ਬਦ ਤੋਂ ਇੱਕ ਵੱਖਰੀ ਵੀ ਗੱਲ ਕਰਾਂ ਤਾਂ ਪੰਜਾਬੀਆਂ ਦੇ ਵਾਸਤੇ, ਚਾਹੇ ਉਹ ਸਾਡੇ ਪਾਕਿਸਤਾਨ ਦੇ ਪੰਜਾਬੀ ਨੇ ਤੇ ਚਾਹੇ ਸਾਡੇ ਪੰਜਾਬ 'ਚ ਵਸਦੇ ਪੰਜਾਬੀ ਨੇ, ਮੇਰੇ ਖਿਆਲ ਦੇ ਨਾਲ ਉਹਨਾਂ ਨੂੰ ਤਾਂ ਫਿਰ ਵੀ ਇਹਨਾਂ ਸ਼ਹਾਦਤਾਂ ਦਾ ਜਾਂ ਇਹਨਾਂ ਕੁਰਬਾਨੀਆਂ ਦਾ ਮੁੱਲ ਤਾਰਨ ਤੋਂ ਬਾਅਦ ਉਹਨਾਂ ਨੇ ਤਾਂ ਫਿਰ ਵੀ ਚਾਹੇ ਇੱਕ ਛੋਟੇ ਖਿੱਤੇ ਦੇ ਵਿੱਚ ਆਜ਼ਾਦੀ ਦਾ ਨਿੱਘ ਮਾਣਿਆ, ਉਹ ਤਾਂ ਕੱਲ 14 ਅਗਸਤ ਨੂੰ ਅਪਣਾ ਹਟੇ ਨੇ। ਪਰ ਪੰਜਾਬ ਦੇ ਜਿਹੜੇ ਪੰਜਾਬੀ ਲੋਕ ਨੇ, ਇਹਨਾਂ ਦੀ ਸਮੱਸਿਆ ਇਹ ਹੈ ਕਿ ਅਸੀਂ ਬਹੁਤ ਜ਼ਿਆਦਾ ਜਿਹੜਾ ਹੈ ਕਹਿ ਸਕਦੇ ਹੋ ਕਿ ਇਹਦਾ ਮੁੱਲ ਤਾਰਿਆ, ਪਰ ਉਹਦੇ ਬਾਵਜੂਦ ਗੁਲਾਮੀ ਤੋਂ ਬਾਅਦ ਜਿਹੜੀ ਗੁਲਾਮੀ ਵੀ ਮਿਲੀ ਹੈ ਉਹ ਪਹਿਲੀ ਗੁਲਾਮੀ ਤੋਂ ਵੀ ਜ਼ਿਆਦਾ ਬਦਤਰ ਹੈ। ਇਸ ਕਰਕੇ ਮੈਂ ਸੋਚਦਾ ਕਿ ਸਾਡੇ ਵਾਸਤੇ ਤਾਂ ਤਕਰੀਬਨ ਕਿਤੇ ਨਾ ਕਿਤੇ ਇਹ ਸੋਗ ਦਾ ਦਿਨ, ਕਿਤੇ ਅਫਸੋਸ ਦਾ ਦਿਨ ਜਿਹੜਾ ਇਹ ਬਣ ਜਾਂਦਾ ਹੈ ਕਿ ਅਸੀਂ ਕੌਮੀਅਤ ਦੇ ਪੱਖੋਂ ਇੱਕ ਤਾਂ ਸਾਡਾ ਰਣਜੀਤ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਰਾਜ ਗਵਾਚਾ ਹੋਇਆ ਸੀ, ਉਹਦੇ ਤੋਂ ਬਾਅਦ ਜਿਹੜਾ ਅਸੀਂ ਸੰਘਰਸ਼ ਕੀਤਾ, ਖੈਰ ਉਹ ਇੱਕ ਵੱਖਰਾ ਵਿਸ਼ਾ ਦੇ ਵਿੱਚ ਅਸੀਂ ਸਾਂਝਾ ਕਰਾਂਗੇ। ਪਰ ਅਜੋਕੇ ਸਮੇਂ ਦੇ ਵਿੱਚ ਮੈਂ ਸੋਚਦਾ ਹਾਂ ਕਿ ਜਦੋਂ ਅਸੀਂ ਆਪਣੇ ਸਾਰੇ ਇਸ ਵਰਤਾਰੇ ਵੱਲ ਝਾਤੀ ਮਾਰਦੇ ਹਾਂ ਤਾਂ ਮੈਂ ਸੋਚਦਾ ਹਾਂ ਕਿ ਸਿੱਖ ਕੌਮ ਜਿਹੜੀ ਹੈ ਉਸ ਨੇ ਇੰਨਾ ਵੱਡਾ ਮੁੱਲ ਤਾਰ ਕੇ ਵੀ ਆਜ਼ਾਦੀ ਦਾ ਨਿੱਘ ਨਹੀਂ ਮਾਣਿਆ। ਮੈਂ ਸੋਚਦਾ ਕਿ ਆਜ਼ਾਦੀ ਦਾ ਜਸ਼ਨ ਕੁਝ ਲੋਕਾਂ ਵਾਸਤੇ ਹੋਵੇਗਾ, ਪਰ ਸਾਡੇ ਵਾਸਤੇ ਤਾਂ ਜਿੱਥੇ ਇੱਕ ਕਾਲਾ ਦਿਵਸ ਇਸ ਕਰਕੇ ਬਣ ਜਾਂਦਾ ਹੈ ਕਿ ਬਹੁਤ ਵੱਡੀ ਗਿਣਤੀ 'ਚ ਸਾਨੂੰ ਖੂਨ ਡੋਲਣਾ ਪਿਆ ਹੈ, ਉੱਥੇ ਮੇਰੇ ਖਿਆਲ ਦੇ ਨਾਲ ਇੱਕ ਵਿਸਾਖਘਾਤ ਦਿਵਸ ਵੀ ਬਣ ਜਾਂਦਾ ਹੈ ਕਿ ਜਿਹੜੇ ਸਾਨੂੰ ਇਕਰਾਰ ਕੀਤੇ ਗਏ, ਜਿਹੜੇ ਵਾਅਦੇ ਕੀਤੇ ਗਏ, ਉਹਨਾਂ ਦੇ ਵਿੱਚੋਂ ਵੀ ਇੱਕ ਵੀ ਪੂਰਾ ਨਹੀਂ ਹੋ ਸਕਿਆ। ਭਾਜੀ ਇੱਥੇ ਹੀ ਆਪਣਾ ਮੈਂ ਕਹਿੰਦਾ ਅਗਲੀ ਗੱਲ ਇਹਦੇ ਵਿੱਚੋਂ ਨਿਕਲਦੀ ਹੈ ਕਿ ਵੀ ਸਾਰਾ ਮੀਡੀਆ ਦੇ ਵਿੱਚ ਤਾਂ ਸਾਡੇ ਇਤਿਹਾਸ ਦੇ ਵਿੱਚ ਵੀ ਜਿਹੜਾ ਸਾਨੂੰ ਪਿਛਲੇ 73 ਸਾਲਾਂ 'ਚ ਪੜ੍ਹਾਇਆ ਗਿਆ, ਉਹ 'ਚ ਤਾਂ ਇਹੀ ਕਿਹਾ ਗਿਆ ਜਿਹੜੇ ਪੰਜਾਬੀ ਸੀਗੇ, ਸਿੱਖ ਸੀਗੇ, ਉਹਨਾਂ ਨੇ ਇਹ ਦੇਸ਼ ਲਈ ਕੁਰਬਾਨੀਆਂ ਦਿੱਤੀਆਂ, ਇਸ ਦੇਸ਼ ਲਈ ਸ਼ਹੀਦ ਹੋਏ, ਭਾਵੇਂ ਆਪਾਂ ਗਦਰੀ ਬਾਬੇ ਨੂੰ ਲੈ ਲਏ, ਉਹਨਾਂ ਨੂੰ ਵੀ ਭਾਰਤ ਲਈ ਜਾਂ ਇੰਡੀਆ ਦੇ ਸਿਸਟਮ ਦੇ ਵਿੱਚ ਹੀ ਸੈੱਟ ਕਰ ਦਿੱਤਾ ਜਾਂਦਾ ਹੈ ਕਿ ਵੀ ਉਹ ਵੀ ਇਸੇ ਆਜ਼ਾਦੀ ਦੇ ਲਈ ਉਹਨਾਂ ਨੇ ਕੁਰਬਾਨੀਆਂ ਦਿੱਤੀਆਂ ਨੇ। ਫਿਰ ਆਪਾਂ ਕਦੋਂ ਕਹਿੰਦੇ ਹਾਂ ਕਿ ਵੀ ਇਹ ਇੱਕ ਸਾਡੇ ਲਈ ਸੈੱਟ ਨਹੀਂ ਸੀਗਾ, ਤਾਂ ਇਹਨੂੰ ਤੁਸੀਂ ਕਿੱਦਾਂ ਦੇਖਦੇ ਹੋ, ਕਿੱਦਾਂ ਇਹਨੂੰ ਐਕਸਪਲੇਨ ਕਰੋਗੇ ਕਿ ਵੀ ਕੀ ਵਾਕਈ ਅਸੀਂ ਇਸੇ ਦੇਸ਼ ਲਈ ਸ਼ਹੀਦੀਆਂ ਦਿੱਤੀਆਂ ਸੀਗੀਆਂ? ਵੇਖੋ, ਮੈਂ ਸੋਚਦਾ ਕਿ ਕੁਝ ਗੱਲਾਂ ਦੇ ਵਿੱਚ ਗੁਰਿੰਦਰ ਸਿੰਘ ਜੀ ਸ਼ਬਦਾਂ ਦੀ ਜਾਦੂਗਰੀ ਹੁੰਦੀ ਹੈ। ਸ਼ਹਾਦਤ ਤੇ ਕੁਰਬਾਨੀ ਜਦੋਂ ਅਸੀਂ ਸ਼ਬਦ ਨੂੰ ਡਿਫਾਈਨ ਕਰਾਂਗੇ ਨਾ, ਤਾਂ ਜਿਹੜੀ ਸਟੇਟ ਸਪਾਂਸਰਡ ਜੋ ਕੁਝ ਸਾਨੂੰ ਉਸ ਸਿਲੇਬਸ ਦੇ ਵਿੱਚ ਪੜ੍ਹਾਇਆ ਗਿਆ ਤੇ ਤੁਹਾਨੂੰ ਉਹ ਸਮਝ ਆ ਜਾਵੇਗਾ ਕਿ ਕੁਰਬਾਨੀ ਜਿਸ ਦੀ ਦਿੱਤੀ ਜਾਂਦੀ ਹੈ, ਜਿਹੜਾ ਕਿ ਇਸਲਾਮ ਮਤ ਦਾ ਕਹਿ ਸਕਦੇ ਹੋ ਕਿ ਸੰਕਲਪ ਹੈ, ਉਹਦੇ ਵਿੱਚ ਜਿਸ ਦੀ ਕੁਰਬਾਨੀ ਦਿੱਤੀ ਜਾ ਰਹੀ ਹੈ ਉਸ ਦੀ ਕੋਈ ਮਰਜ਼ੀ ਨਹੀਂ ਹੁੰਦੀ। ਉਸ ਨੂੰ ਤਾਂ ਅਸੀਂ ਕਹਿੰਦੇ ਕਿ ਧੱਕੇ ਦੇ ਨਾਲ ਹੀ ਕੁਰਬਾਨੀ ਦਾ ਬੱਕਰਾ ਬਣਾ ਦਿੱਤਾ ਜਾਂਦਾ ਹੈ। ਸੋ ਆ ਜਾ ਕੇ ਮੇਰੇ ਖਿਆਲ ਦੇ ਨਾਲ ਕਿਤੇ ਨਾ ਕਿਤੇ ਜੋ ਸਾਨੂੰ ਉਹਨਾਂ ਨੇ ਆਪਣੇ ਨਜ਼ਰੀਏ ਤੋਂ ਪੜ੍ਹਾਇਆ ਤੇ ਮੈਨੂੰ ਠੀਕ ਲੱਗਦਾ ਇਸ ਕਰਕੇ ਕਿਉਂਕਿ ਉਹਨਾਂ ਨੇ ਸੱਚਮੁੱਚ ਹੀ ਸਾਨੂੰ ਬਲੀ ਦੇ ਬੱਕਰੀ ਬਣਾਇਆ। ਪਰ ਜਦੋਂ ਅਸੀਂ ਆਪਣੇ ਨਜ਼ਰੀਏ ਤੋਂ ਗੱਲ ਕਰਦੇ ਹਾਂ ਤਾਂ ਮੇਰੇ ਖਿਆਲ ਦੇ ਨਾਲ ਜਿਸ ਸਮੇਂ ਅਸੀਂ ਆਪਣੀ ਆਜ਼ਾਦੀ ਦੇ ਵਾਸਤੇ ਸੰਘਰਸ਼ ਦੀ ਆਰੰਭਤਾ ਕੀਤੀ ਹੈ, ਉਹ ਆਰੰਭਤਾ ਜਿਹੜੀ ਹੈ, ਉਹ ਜਿਹੜੀਆਂ ਸਾਡੀਆਂ ਸ਼ਹਾਦਤਾਂ ਹੈ, ਉਹ ਸਾਡੇ ਆਪਣੇ ਖੁੱਸੇ ਹੋਏ ਰਾਜ ਦੇ ਵਾਸਤੇ ਸੀ। ਹੁਣ ਜੇ ਤੁਸੀਂ ਇਤਿਹਾਸ ਦੇ ਵਿੱਚ ਵੇਖਦੇ ਹੋ ਤੇ 1839 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਅਕਾਲ ਚਲਾਣਾ ਕਰਦੇ ਨੇ ਤੇ ਜਿਹੜੀ ਸਭ ਤੋਂ ਪਹਿਲੀ ਆਜ਼ਾਦੀ ਦੀ ਜੰਗ ਸ਼ੁਰੂ ਹੁੰਦੀ ਹੈ ਉਹ ਭਾਈ ਮਹਾਰਾਜ ਸਿੰਘ ਕਰਦੇ ਨੇ। ਹੁਣ ਭਾਈ ਮਹਾਰਾਜ ਸਿੰਘ ਜਿਹੜੇ ਨੇ, ਉਹਨਾਂ ਦੀ ਜਿਹੜੀ ਜੰਗੇ ਆਜ਼ਾਦੀ ਹੈ, ਕੀ ਉਹਦਾ ਨਿਸ਼ਾਨਾ ਹਿੰਦੁਸਤਾਨ ਦੀ ਆਜ਼ਾਦੀ ਹੈ? ਬਿਲਕੁਲ ਨਹੀਂ। ਮਹਾਰਾਜ ਸਿੰਘ ਦਾ ਨਿਸ਼ਾਨਾ ਹੈ ਕਿ ਰਣਜੀਤ ਸਿੰਘ ਦੇ ਖੁੱਸੇ ਹੋਏ ਰਾਜ ਦੀ ਵਾਪਸੀ ਦੇ ਵਾਸਤੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਪੰਜਾਬ ਦੇ ਲੋਕਾਂ ਨੂੰ ਲਾਮਬੰਦ ਕਰਨਾ। ਹੁਣ ਤੁਸੀਂ ਵੇਖੋ ਕਿ
ਮਹਾਰਾਜ ਸਿੰਘ ਨੂੰ ਤਾਂ ਕਿਸੇ ਇਤਿਹਾਸ ਦੇ ਸਿਲੇਬਸ ਦੇ ਵਿੱਚ, ਕਿਸੇ ਸਕੂਲ ਦੇ ਵਿੱਚ, ਕਿਸੇ ਵੀ ਅਕੈਡਮਿਕ ਪੱਧਰ ਦੇ ਉੱਪਰ, ਕਿਸੇ ਯੂਨੀਵਰਸਿਟੀ ਦੇ ਵਿੱਚ ਨਹੀਂ ਪੜ੍ਹਾਇਆ ਜਾਵੇਗਾ। ਉਹਨੂੰ ਦੋਸ਼ੀ ਬਣਾ ਦਿੱਤਾ ਜਾਵੇਗਾ। ਇਤਿਹਾਸ ਜਿਹੜਾ ਹੈ, ਜਦੋਂ ਜੇਤੂ ਲੋਕਾਂ ਦੇ ਹੱਥਾਂ 'ਚ ਆ ਜਾਂਦਾ ਤਾਂ ਇੰਝ ਹੀ ਕੀਤਾ ਜਾਂਦਾ ਹੈ। ਇਹ ਕੁਝ ਵਾਪਰਦਾ ਹੈ। ਮਹਾਰਾਜ ਸਿੰਘ ਨੂੰ ਦੋਸ਼ੀ ਬਣਾ ਦਿੱਤਾ ਜਾਵੇਗਾ। ਦੋਸ਼ੀ ਕਿਸ ਚੀਜ਼ ਦਾ ਬਣਾਇਆ ਜਾਵੇਗਾ ਕਿ ਮਹਾਰਾਜ ਸਿੰਘ ਦੇ ਉੱਪਰ ਇਹ ਦੋਸ਼ ਮੜ ਦਿੱਤਾ ਜਾਂਦਾ ਹੈ ਕਿ ਜਦੋਂ ਦੀਵਾਨ ਮੂਲ ਰਾਜ ਨੇ ਮੁਲਤਾਨ ਦੇ ਵਿੱਚ ਬਗਾਵਤ ਕੀਤੀ ਤੇ ਭਾਈ ਮਹਾਰਾਜ ਸਿੰਘ ਨੇ ਉਹਨਾਂ ਦੀ ਮਦਦ ਨਹੀਂ ਕੀਤੀ। ਹੁਣ ਜਦੋਂ ਸਿੱਖ ਜਿਹੜਾ ਅੱਜ ਦਾ ਪਾਠਕ ਵਰਗ ਹੈ, ਜਦੋਂ ਇਸ ਗੱਲ ਨੂੰ ਪੜ੍ਹੇਗਾ ਤੇ ਉਹ ਸੱਚਮੁੱਚ ਸੋਚੇਗਾ ਕਿ ਸ਼ਾਇਦ ਦੀਵਾਨ ਮੂਲ ਰਾਜ ਦੀ ਜਿਹੜੀ ਜੰਗ ਹੈ, ਕੋਈ ਬੜੀ ਵੱਡੀ ਆਜ਼ਾਦੀ ਦੀ ਜੰਗ ਹੋਵੇਗੀ, ਜਿਹਦੇ ਵਿੱਚ ਪਹਿਲੀ ਗਦਾਰੀ ਜਿਹੜੀ ਉਹ ਸਿੱਖ ਨੇ ਕਰ ਦਿੱਤੀ, ਭਾਈ ਮਹਾਰਾਜ ਸਿੰਘ ਨੇ। ਪਰ ਜੇਕਰ ਤੁਸੀਂ ਉਸ ਸਮੇਂ ਦੇ ਦਸਤਾਵੇਜ਼ਾਂ ਦਾ ਅਧਿਐਨ ਕਰੋਗੇ ਤੇ ਜਿਸ ਵੇਲੇ ਭਾਈ ਮਹਾਰਾਜ ਸਿੰਘ ਮੁਲਤਾਨ ਜਾਂਦੇ ਨੇ ਤੇ ਉਸ ਵੇਲੇ ਮੂਲ ਰਾਜ ਨੂੰ ਮਿਲਣ ਤੋਂ ਪਹਿਲਾਂ ਉਹਦੀ ਫੌਜ ਦੇ ਜਿਹੜੇ ਬਸ਼ਿੰਦੇ ਨੇ ਉਹਨਾਂ ਦੇ ਨਾਲ ਇੱਕ ਮੁਲਾਕਾਤ ਕਰਦੇ ਨੇ ਤੇ ਉਹ ਮੁਲਤਾਨ ਦੇ ਉਸ ਮੂਲ ਰਾਜ ਤੋਂ ਇੰਨੇ ਦੁਖੀ ਨੇ ਨਾ, ਉਹ ਕਹਿੰਦੇ ਨੇ ਕਿ ਅਸੀਂ ਨਹੀਂ ਲੜ ਸਕਦੇ, ਨਾ ਸਾਨੂੰ ਤਨਖਾਹਾਂ ਵਕਰ ਮਿਲਦੀਆਂ, ਨਾ ਚੰਗੇ ਹਥਿਆਰ ਦਿੱਤੇ ਜਾਂਦੇ ਨੇ, ਨਾ ਸਾਡੇ ਕੋਲ ਚੰਗਾ ਰਾਸ਼ਨ ਹੈ। ਤੇ ਉਸ ਵੇਲੇ ਮਹਾਰਾਜ ਸਿੰਘ ਮੂਲ ਰਾਜ ਨੂੰ ਇਹ ਕਹਿ ਕੇ ਆਉਂਦੇ ਨੇ ਕਿ ਮੂਲ ਰਾਜ ਇਹ ਇੱਕ ਹਾਰੀ ਹੋਈ ਜੰਗ ਲੜ ਰਹੇ ਹੈ, ਜਿਸ ਫੌਜ ਦੇ ਸਿਪਾਹੀ ਜਿਹੜੇ ਆ ਉਹ ਹੀ ਮੈਦਾਨੇ ਜੰਗ ਦੇ ਵਿੱਚ ਲੜਨ ਦੇ ਵਾਸਤੇ ਸੰਤੁਸ਼ਟ ਨਾ ਹੋਣ, ਉਹ ਜੰਗਾਂ ਕਦੀ ਜਿੱਤੀਆਂ ਨਹੀਂ ਜਾਂਦੀਆਂ। ਸੋ ਇਹ ਜਵਾਬ ਦੇ ਕੇ ਉਹ ਵਾਪਸ ਆਏ ਤੇ ਉਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਲਾਮਬੰਦ ਕਰਨਾ ਸ਼ੁਰੂ ਕਰਤਾ ਹੈ, ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਇਹ ਮੁਲਤਾਨ ਵਾਲਾ ਜਿਹੜਾ ਗਵਰਨਰ ਲੜਾਈ ਜੰਗ ਲੜਨਾ ਚਾਹੁੰਦਾ ਹੈ, ਇਹਨੇ ਕੋਈ ਸਿੱਖਾਂ ਨੂੰ ਜਾਂ ਇਸ ਪੰਜਾਬ ਨੂੰ ਆਜ਼ਾਦੀ ਨਹੀਂ ਲੈ ਕੇ ਦੇਣੀ, ਪਰ ਉਲਟਾ ਜਿਹੜਾ ਉਹ ਇਲਜ਼ਾਮ ਮੜ ਦਿੱਤਾ ਗਿਆ। ਸੋ ਇਸ ਤਰ੍ਹਾਂ ਦੇ ਨਾਲ ਜਿਹੜੀਆਂ ਸਾਡੀਆਂ, ਜਿਹਨੂੰ ਤੁਸੀਂ ਕਹਿੰਦੇ ਕਿ ਜਿਹੜੀਆਂ ਅਟੈਂਪਟ ਸੀਗੀਆਂ ਜਾਂ ਜਿਹੜੀਆਂ ਸਾਡੀਆਂ ਕੋਸ਼ਿਸ਼ਾਂ ਸੀ ਆਪਣੇ ਖੁੱਸੇ ਹੋਏ ਰਾਜ ਨੂੰ ਲੈਣ ਦੀਆਂ, ਉਹਨਾਂ ਨੂੰ ਤਾਂ ਕਿਤੇ ਨਾ ਕਿਤੇ ਗਦਾਰੀ ਦਾ ਠੱਪਾ ਲਾ ਕੇ ਇਤਿਹਾਸ ਦੇ ਇੱਕ ਪਲੰਦੇ ਦੇ ਵਿੱਚ ਜਿਹੜਾ ਦਫਨ ਕਰ ਦਿੱਤਾ ਗਿਆ। ਤੇ ਜੋ ਕੁਝ ਸਾਡੇ ਨਾਲ ਅੱਜ ਵਾਪਰਿਆ ਹੈ ਉਸ ਨੂੰ ਕਿਹਾ ਜਾ ਰਿਹਾ ਕਿ ਉਹ ਆਜ਼ਾਦੀ ਸੀਗੀ, ਤੇ ਜਾਂ ਕੁਛ ਮਤਲਬ ਕਿ ਸਿਰਫ ਇੰਨਾ ਕਿ ਕਹਿ ਦਿੱਤਾ ਜਾਂਦਾ, ਜਿਹੜੀ ਮੈਂ ਤੁਹਾਡੇ ਵਾਸਤੇ, ਤੁਸੀਂ ਪਹਿਲਾਂ ਵੀ ਸ਼ਬਦ ਵਰਤੇ ਨੇ ਕਿ ਸਿੱਖਾਂ ਨੇ ਬਹੁਤ ਕੁਰਬਾਨੀਆਂ ਦਿੱਤੀਆਂ ਤੇ ਫਿਰ ਇਹ ਦੇਸ਼ ਆਜ਼ਾਦ ਹੋਇਆ। ਪਰ ਸਵਾਲ ਤਾਂ ਇਹ ਬਣਦਾ ਹੈ ਕਿ ਜੇਕਰ 80% ਤੋਂ ਉੱਪਰ ਕੁਰਬਾਨੀਆਂ ਸਿੱਖਾਂ ਨੇ ਆਜ਼ਾਦੀ ਦੇ ਵਾਸਤੇ ਦਿੱਤੀਆਂ, ਤਾਂ ਕੀ ਸਿੱਖਾਂ ਨੇ ਆਜ਼ਾਦੀ ਦਾ ਨਿੱਘ ਮਾਣਿਆ? ਬਿਲਕੁਲ ਸਹੀ। ਪ੍ਰਭਜੋਤ ਭਾਜੀ? ਬਿਲਕੁਲ ਨਹੀਂ, ਮੈਂ ਭਾਈ ਸਾਹਿਬ ਦੀ ਗੱਲ ਨਾਲ ਬਹੁਤ ਸਹਿਮਤ ਹਾਂ। ਤੇ ਇਹਦੇ ਨਾਲ ਹੀ ਜਿਵੇਂ ਤੁਸੀਂ ਗੱਲ ਕੀਤੀ ਕਿ ਕਸੂਰਵਾਰ ਜਿਹੜਾ ਠਹਿਰਾਇਆ ਜਾਂਦਾ ਸੀਗਾ ਸਾਨੂੰ ਪਹਿਲੇ ਟਾਈਮ ਤੋਂ ਹੀ ਹਰੇਕ ਗੱਲ ਦੇ ਵਿੱਚ, ਮੈਂ ਜੇ ਅੱਜ ਦੀ ਆਪਾਂ ਕੰਪੈਰੀਜ਼ਨ ਕਰਕੇ ਅੱਜ ਦੀ ਗੱਲ ਕਰੀਏ, ਜਿਵੇਂ ਅੱਜ ਦੀ ਜਿਹੜੀ ਸਰਕਾਰ ਹੈ, ਉਹ ਤੁਹਾਨੂੰ ਲੱਗਦਾ ਕਿਸੇ ਹੱਦ ਤੱਕ ਜਿਹੜੇ ਧਾਰਮਿਕ ਮਸਲੇ ਨੇ ਸਿੱਖਾਂ ਦੇ, ਉਹਦੇ ਵਿੱਚ ਵੀ, ਜਾਂ ਸਿੱਖਾਂ ਦੇ ਨਹੀਂ ਜਾਂ ਹਰੇਕ ਕਿਸੇ ਮਿਨੋਰਿਟੀ ਦੇ, ਉਹਦੇ ਵਿੱਚ ਪੈਨੀਟ੍ਰੇਸ਼ਨ ਕਰ ਰਹੀ ਹੈ, ਜਿਹੜੀ ਕਿ ਸਰਕਾਰ ਨੂੰ ਕਦੇ ਕਰਨੀ ਨਹੀਂ ਚਾਹੀਦੀ। ਕਿਸੇ ਧਾਰਮਿਕ ਮਸਲੇ ਸਰਕਾਰ ਦਾ ਕੋਈ ਪੈਨੀਟ੍ਰੇਟ ਕਰਨ ਦਾ ਮਤਲਬ ਨਹੀਂ ਬਣਦਾ। ਮੇਰਾ ਕਹਿਣ ਦਾ ਮਤਲਬ ਹੈ ਜਿਵੇਂ ਕਿ ਐਕਟ ਏਦਾਂ ਦੇ ਲਿਆ ਦੇਣੇ, ਜਿਵੇਂ ਟਾਡਾ ਹੋ ਗਿਆ, CAA ਹੋ ਗਿਆ, UAPA ਐਕਟ ਹੋ ਗਿਆ, ਇਹ ਮੈਨੂੰ ਖੁਦ ਨੂੰ ਇਹ ਕਈ ਵਾਰੀ ਮਹਿਸੂਸ ਹੁੰਦਾ ਕਿ ਮਾਈਨੋਰਿਟੀਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤੁਸੀਂ ਇਹਨੂੰ ਕਿਸ ਨਜ਼ਰੀਏ ਨਾਲ ਦੇਖਦੇ ਹੋ, ਤੇ ਜੇ ਇਹ ਵਾਕਈ ਇਹੋ ਜਿਹੀ ਕੋਸ਼ਿਸ਼ ਹੈ ਤੇ ਮਾਈਨੋਰਿਟੀਜ਼ ਨੂੰ ਕੀ ਕਰਨਾ ਚਾਹੀਦਾ ਹੈ ਕਿ ਆਪਾਂ ਆਪਣੇ ਆਪ ਨੂੰ ਉਭਾਰ ਸਕੀਏ ਤੇ ਇਹਨਾਂ ਚੀਜ਼ਾਂ ਤੋਂ ਬਚਾ ਸਕੀਏ? ਪ੍ਰਭਜੋਤ ਵੀਰ ਜੀ, ਇਸ ਸਵਾਲ ਦਾ ਵਰਤਮਾਨ ਦੇ ਵਿੱਚ ਜਵਾਬ ਦੇਣ ਤੋਂ ਪਹਿਲਾਂ ਮੈਂ ਥੋੜਾ ਜਿਹਾ ਪਿਛੋਕੜ ਇਹਦਾ ਤੁਹਾਡੇ ਨਾਲ ਜ਼ਰੂਰ ਸਾਂਝਾ ਕਰਨਾ ਚਾਹੂੰਗਾ ਕਿ ਸਭ ਤੋਂ ਪਹਿਲੀ ਗੱਲ ਇਹ ਹੁੰਦੀ ਹੈ ਕਿ ਜਦੋਂ ਕੋਈ ਸਟੇਟ ਕਿਸੇ ਵੀ ਘੱਟ ਗਿਣਤੀ ਦੇ ਨਾਲ ਕਿਸੇ ਵੀ ਰੂਪ ਦੇ ਵਿੱਚ ਉਹਦੀਆਂ ਧਾਰਮਿਕ ਭਾਵਨਾਵਾਂ ਨੂੰ ਭੜਕਾ ਰਹੀ ਹੁੰਦੀ ਹੈ ਜਾਂ ਉਹਦੇ ਧਾਰਮਿਕ ਅਕੀਦੇ ਦੇ ਵਿੱਚ ਦਖਲ ਅੰਦਾਜ਼ੀ ਦੇ ਰਹੀ ਹੁੰਦੀ ਹੈ, ਤੇ ਉਹ ਸਟੇਟ ਜਿਹੜੀ ਹੁੰਦੀ ਹੈ ਸਭ ਤੋਂ ਪਹਿਲਾਂ ਇੱਕ ਪਲੇਟਫਾਰਮ ਤਿਆਰ ਕਰਦੀ ਹੈ। ਉਹਨਾਂ ਵੱਲੋਂ ਇੱਕ ਧਰਾਤਲ, ਇੱਕ ਜ਼ਮੀਨ ਤਿਆਰ ਕੀਤੀ ਜਾਂਦੀ ਹੈ, ਤੇ ਉਹ ਜ਼ਮੀਨ ਤਿਆਰ ਜਿਹੜੀ ਕੀਤੀ ਜਾਂਦੀ ਹੈ ਉਹਦੇ ਪਿੱਛੇ ਉਸ ਸਟੇਟ ਦੀਆਂ ਘੱਟ ਗਿਣਤੀ ਕੌਮੀਅਤ ਦੇ ਪ੍ਰਤੀ ਜਿਹੜੀਆਂ ਕੁਝ ਨੀਤੀਆਂ ਹੁੰਦੀਆਂ ਨੇ। ਹੁਣ ਜੇਕਰ ਤੁਸੀਂ 1999 ਦੇ ਵਿੱਚ ਸਿੱਖਾਂ ਵੱਲੋਂ ਮਨਾਈ ਜਾਂਦੀ ਇੱਕ ਬਹੁਤ ਵੱਡੀ ਈਵੈਂਟ ਵੇਖਦੇ ਹੋ, ਤਾਂ ਸਾਡੀ ਮਾਨਸਿਕਤਾ ਵਿੱਚ ਇਹੀ ਗੱਲ ਹੁੰਦੀ ਹੈ ਕਿ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ 1699 ਦੇ ਵਿੱਚ ਖਾਲਸਾ ਪੰਥ ਪ੍ਰਗਟ ਕੀਤਾ, ਤੇ 1999 ਦੇ ਵਿੱਚ ਉਸ ਦਾ ਜਿਹੜਾ ਸੀ 300 ਸਾਲਾ ਖਾਲਸਾ ਪ੍ਰਗਟ ਦਿਹਾੜਾ ਮਨਾਇਆ ਗਿਆ। ਹੁਣ ਉਸ ਪ੍ਰਗਟ ਦਿਹਾੜੇ ਮਨਾਏ ਜਾਣ ਦੇ ਦੌਰਾਨ ਰਾਸ਼ਟਰੀ ਸਵੈਮ ਸੇਵਕ ਸੰਘ ਦੀ ਜਿਹੜੀ ਅੱਗੇ ਸਿੱਖ ਸ਼ਾਖਾ ਹੈ, ਰਾਸ਼ਟਰੀ ਸਿੱਖ ਸੰਗਤ, ਉਹਦੇ ਵੱਲੋਂ ਇੱਕ ਮੈਗਜ਼ੀਨ ਵੰਡਿਆ ਜਾਂਦਾ ਹੈ ਰਵਾਨੀ, ਤੇ ਰਵਾਨੀ ਦੇ ਅਪ੍ਰੈਲ ਦੇ 1999 ਦੇ ਅੰਕ ਦੇ ਵਿੱਚ ਇਹ ਗੱਲ ਲਿਖੀ ਜਾਂਦੀ ਹੈ ਕਿ ਜੇ ਕਿਤੇ ਸਿੱਖ ਗਦਾਰੀ ਨਾ ਕਰਦੇ ਤਾਂ ਦੇਸ਼ ਜਿਹੜਾ ਹੈ ਉਹ 90 ਸਾਲ ਪਹਿਲਾਂ ਆਜ਼ਾਦ ਹੋ ਜਾਣਾ ਸੀ।
ਹੁਣ ਇਸ ਗੱਲ ਨੂੰ ਸਮਝਣ ਦੀ ਲੋੜ ਹੈ। ਤੁਸੀਂ ਵੇਖੋ ਕਿ ਜਿਹੜੀਆਂ ਗੱਲਾਂ ਨੂੰ ਅੱਜ ਅਸੀਂ ਸਮਝਦੇ ਹਾਂ ਕਿ ਸਾਡੇ ਧਾਰਮਿਕ ਮਾਮਲਿਆਂ 'ਚ ਦਖਲਅੰਦਾਜ਼ੀ ਹੋ ਰਹੀ ਹੈ, ਘੱਟ ਗਿਣਤੀ ਸਮਝ ਕੇ ਸਾਡੇ ਨਾਲ ਵਿਤਕਰਾ ਕੀਤਾ ਜਾ ਰਿਹਾ, ਪਰ ਜੇਕਰ ਅਸੀਂ ਉਹਦੀ ਪਿਛੋਕੜ ਵੇਖਾਂਗੇ ਤਾਂ ਉਹਨਾਂ ਲੋਕਾਂ ਨੇ ਇਹਦੀ ਪਿੱਠ ਭੂਮੀ ਕਿਦੋਂ ਤਿਆਰ ਕੀਤੀ ਹੈ। ਉਹਨਾਂ ਨੇ ਉਸ ਮੈਗਜ਼ੀਨ ਦੇ ਵਿੱਚ ਲਿਖ ਦਿੱਤਾ ਕਿ ਜੇ ਸਿੱਖ ਗਦਾਰੀ ਨਾ ਕਰਦੇ ਤੇ ਹਿੰਦੁਸਤਾਨ ਨੂੰ 90 ਸਾਲ ਹੋਰ ਗੁਲਾਮੀ ਦਾ ਸੰਤਾਪ ਨਾ ਭੋਗਣਾ ਪੈਂਦਾ। ਹੁਣ ਤੁਸੀਂ ਵੇਖੋ, ਇਹਨੂੰ ਧਿਆਨ ਨਾਲ ਸਮਝੋ। ਅਸੀਂ ਕਹਿੰਦੇ ਆ ਕਿ ਅਸੀਂ ਦੇਸ਼ ਆਜ਼ਾਦ ਕਰਾਇਆ ਹੈ, ਉਹ ਕਹਿ ਰਹੇ ਨੇ ਕਿ ਦੋਸ਼ੀ ਨੇ ਜੇ ਕਿਤੇ ਇਹ 90 ਸਾਲ ਪਹਿਲਾਂ ਸਾਥ ਦਿੰਦੇ ਤਾਂ ਦੇਸ਼ ਜਿਹੜਾ ਪਹਿਲਾਂ ਆਜ਼ਾਦ ਹੋ ਸਕਦਾ ਸੀ। ਹੁਣ ਤੁਸੀਂ ਇਹਦੇ ਚ ਸਮਝੋ ਕਿ ਗੁਲਾਮਾਂ ਦੇ ਇਤਿਹਾਸ ਨਾਲ ਵਰਤਾਅ ਕਿਵੇਂ ਦਾ ਹੁੰਦਾ ਹੈ। ਹੁਣ ਇਹ ਜਦੋਂ 90 ਸਾਲ ਪਹਿਲਾਂ ਦੇ ਵਰਤਾਅ ਦੀ ਗੱਲ ਕਰਦੇ ਨੇ ਤਾਂ ਉਹਦੇ ਵਿੱਚ ਆ ਜਾਂਦੀ ਹੈ 1857 ਵਾਲੀ ਛੋਟੀ ਜੀ ਬਗਾਵਤ, ਜਿਹਨੂੰ ਇਹ ਫਸਟ ਵਾਰ ਆਫ ਇੰਡੀਪੈਂਡੈਂਸ ਦਾ ਨਾਮ ਦਿੰਦੇ ਨੇ। ਭਾਵੇਂ ਕਿ ਜਿੰਨੇ ਵੀ ਨਿਰਪੱਖ ਇਤਿਹਾਸਕਾਰ ਨੇ, ਚਾਹੇ ਡਾਕਟਰ R.C. ਮਜੂਮਦਾਰ ਨੇ, ਜੇ ਮੈਂ ਗੈਰ ਸਿੱਖ ਇਤਿਹਾਸਕਾਰਾਂ ਦੀ ਗੱਲ ਕਰਾਂ ਮਿਸਟਰ ਪਾਨੀਕਰ ਨੇ, ਇਹਨਾਂ ਨੂੰ ਵੀ ਛੱਡ ਦਈਏ, ਤੇ ਜੇ ਸਿੱਖ ਇਤਿਹਾਸਕਾਰਾਂ ਦੀ ਗੱਲ ਕਰਾਂ ਤੇ ਡਾਕਟਰ ਗੰਡਾ ਸਿੰਘ, ਜਿਨ੍ਹਾਂ ਨੇ ਬਹੁਤ ਹੀ ਵਧੀਆ, ਮੈਂ ਸਗੋਂ ਤੁਹਾਡੇ ਰਾਹੀਂ ਜਾਂ ਤੁਹਾਡੇ ਇਸ ਮੀਡੀਆ ਦੇ ਜ਼ਰੀਏ ਸਿੱਖ ਨੌਜਵਾਨ ਵੀਰਾਂ ਤੇ ਭੈਣਾਂ ਨੂੰ ਇਹ ਬੇਨਤੀ ਵੀ ਕਰੂੰਗਾ ਕਿ PDF ਪਈ ਹੋਈ ਹੈ ਡਾਕਟਰ ਗੰਡਾ ਸਿੰਘ ਕਿਤਾਬ ਉਹਨਾਂ ਦੀ, ਦਾ ਸਿੱਖਸ ਐਂਡ ਦਾ ਮਿਊਟਨੀ ਆਫ 1857, ਇੰਟਰਨੈਟ ਦੇ ਉੱਪਰ ਅਵੇਲੇਬਲ ਹੈ। ਕਿਰਪਾ ਕਰਕੇ ਉਸ ਕਿਤਾਬ ਨੂੰ ਜ਼ਰੂਰ ਪੜ੍ਹਿਓ। ਜਿੰਨਾ ਚਿਰ ਤੱਕ ਤੁਸੀਂ ਉਸ ਕਿਤਾਬ ਨੂੰ ਨਹੀਂ ਪੜ੍ਹੋਗੇ ਤੁਹਾਨੂੰ ਇਹ ਸਮਝ ਨਹੀਂ ਆਵੇਗੀ ਕਿ ਜਿਹੜੀਆਂ ਆਜ਼ਾਦ ਕੌਮਾਂ ਹੋ ਜਾਂਦੀਆਂ ਨੇ ਉਹ ਘੱਟ ਗਿਣਤੀਆਂ ਦੇ ਇਤਿਹਾਸ ਦੇ ਵਿੱਚ ਉਹਨਾਂ ਦੀਆਂ ਜਿੱਤਾਂ ਨੂੰ ਹਾਰਾਂ ਦੇ ਵਿੱਚ ਕਿਵੇਂ ਪੇਸ਼ ਕਰਦੀਆਂ ਨੇ, ਉਹਨਾਂ ਦੇ ਸੰਘਰਸ਼ ਨੂੰ ਗਦਾਰੀ ਕਿਵੇਂ ਬਣਾ ਦਿੱਤਾ ਜਾਂਦਾ ਹੈ, ਉਹਨਾਂ ਦੀਆਂ ਸ਼ਹਾਦਤਾਂ ਜਿਹੜੀਆਂ ਨੇ ਉਹਨਾਂ ਨੂੰ ਕਲੰਕਿਤ ਕਿਵੇਂ ਕਰ ਦਿੱਤਾ ਜਾਂਦਾ ਹੈ। ਇਹ ਤੁਹਾਨੂੰ ਉਸ ਕਿਤਾਬ ਦੇ ਵਿੱਚ ਪੜ੍ਹ ਕੇ ਪਤਾ ਲੱਗੇਗਾ। ਹੁਣ ਉਹਦੇ ਵਿੱਚ ਕਿਹਾ ਗਿਆ ਹੈ ਕਿ 1857 ਦੇ ਵਿੱਚ ਜਿਹੜੀ ਮਈ 1857 ਦੇ ਵਿੱਚ ਮੇਰਠ ਦੇ ਵਿੱਚ ਬਗਾਵਤ ਹੋਈ ਹੈ, ਜਿਸ ਦਾ ਪਹਿਲਾ ਸ਼ਹੀਦ ਮੰਗਲ ਪਾਂਡੇ ਨੂੰ ਗਿਣਿਆ ਜਾਂਦਾ, ਉਹਦੇ ਉੱਪਰ ਬਹੁਤ ਬਾਲੀਵੁੱਡ ਫਿਲਮਾਂ ਵੀ ਬਣੀਆਂ ਨੇ, ਕਿ ਉਸ ਜੰਗੇ ਆਜ਼ਾਦੀ 'ਚ ਸਿੱਖਾਂ ਨੂੰ ਸਾਥ ਦੇਣਾ ਚਾਹੀਦਾ ਸੀ। ਹੁਣ ਮੈਂ ਥੋੜੇ ਜੇ ਤੁਹਾਡੇ ਕੋਲ ਵਕਤ ਹੈਗਾ ਤੇ ਕੁਛ ਉਹਦੇ ਇਤਿਹਾਸਕ ਤੱਥ ਤੁਹਾਡੇ ਨਾਲ ਸਾਂਝੇ ਕਰ ਦੇਵਾਂ। ਉਸ ਛੋਟੀ ਜੀ ਬਗਾਵਤ ਦਾ ਮੁੱਢ ਬੰਨਿਆ ਜਾਂਦਾ ਹੈ ਕਿ ਜਿਹੜੀਆਂ ਇਨਫੀਲਡ ਰਾਈਫਲਸ ਅੰਗਰੇਜ਼ਾਂ ਦੇ ਵੱਲੋਂ ਉਸ ਰੈਜੀਮੈਂਟ 'ਚ ਦਿੱਤੀਆਂ ਗਈਆਂ, ਉਹਨਾਂ ਨੂੰ ਮੂੰਹ ਦੇ ਨਾਲ ਹਰ ਕਾਰਤੂਸ ਨੂੰ ਖੋਲਣਾ ਪੈਂਦਾ ਸੀ ਤੇ ਹਰ ਕਾਰਤੂਸ ਦੇ ਉੱਪਰ ਗਊ ਦੀ ਤੇ ਸੂਰ ਦੀ ਚਰਬੀ ਲੱਗੀ ਹੋਈ ਸੀ, ਜਿਹਦੇ ਕਰਕੇ ਉਹਨਾਂ ਦੀਆਂ ਭਾਵਨਾ ਜਿਹੜੀਆਂ ਸੀ ਉਹ ਭੜਕ ਜਾਂਦੀਆਂ ਸੀ। ਪਰ ਇਹਦੇ ਬਾਰੇ ਦਾ ਮਿਊਟਨੀ ਆਫ 1857 ਐਸ ਸੇਨ ਦੀ ਇੱਕ ਕਿਤਾਬ ਹੈ, ਉਹ ਸਵਾਲ ਕਰਦਾ ਹੈ, ਕਹਿੰਦਾ ਪਹਿਲਾ ਸਵਾਲ ਤਾਂ ਮੇਰਾ ਇਹ ਹੈ ਕਿ ਇਹ ਜਿਹੜੀ ਚਰਬੀ ਹੈ ਜਿਹੜੀ ਕਾਰਤੂਸਾਂ ਦੇ ਉੱਪਰ ਲੱਗੀ, ਇਹਨੂੰ ਸਪਲਾਈ ਕਰਨ ਦਾ ਜਿਹੜੀ ਠੇਕੇਦਾਰੀ ਦਾ ਜਿਹੜਾ ਅਧਿਕਾਰ ਸੀ ਉਹ ਇੱਕ ਬੰਗਾਲੀ ਬ੍ਰਾਹਮਣ ਦੇ ਕੋਲ ਸੀ, ਤੇ ਉਹਨੂੰ ਬਕਾਇਦਾ ਤੌਰ ਦੇ ਉੱਪਰ ਕਿਹਾ ਗਿਆ ਕਿ ਇੱਥੇ ਭੇਡ ਜਾਂ ਬੱਕਰੇ ਦੀ ਜਿਹੜੀ ਚਰਬੀ ਹੈ ਉਸ ਦਾ ਇਸਤੇਮਾਲ ਕੀਤਾ ਜਾਵੇ ਕਿ ਕਿਸੇ ਧਰਮ ਦੀਆਂ ਭਾਵਨਾਵਾਂ ਉਹ ਨਾ ਭੜਕਣ। ਤੇ ਜਦੋਂ ਉਸਨੇ ਵੇਖਿਆ ਕਿ ਜਿਹੜੀ ਗਊ ਦੀ ਚਰਬੀ ਉਹ ਸਸਤੀ ਪੈ ਰਹੀ ਹੈ ਤੇ ਉਹਨੇ ਉਹ ਵਰਤ ਦਿੱਤੀ। ਹੁਣ ਤੁਸੀਂ ਇਹ ਵੇਖੋ ਕਿ ਭਾਵਨਾਵਾਂ ਭੜਕਾਉਣ ਦਾ ਕਾਰਨ ਕੌਣ ਬਣਿਆ? ਇੱਕ ਬੰਗਾਲੀ ਬ੍ਰਾਹਮਣ। ਦੂਸਰੀ ਗੱਲ, ਉਹਦੇ ਵਿੱਚ ਉਹ ਅੱਗੇ ਲਿਖਦਾ ਹੈ ਕਿ ਜੇਕਰ ਅੰਗਰੇਜ਼ਾਂ ਦੇ ਵੱਲੋਂ ਲੜਨਾ ਹੋਵੇ ਤਾਂ ਉਸ ਕਾਰਤੂਸ ਨੂੰ ਖੋਲਣਾ ਪਵੇ ਤੇ ਫਿਰ ਭਾਵਨਾਵਾਂ ਭੜਕਦੀਆਂ ਨੇ, ਪਰ ਜਦੋਂ ਅੰਗਰੇਜ਼ਾਂ ਦੇ ਖਿਲਾਫ ਉਹੀ ਰਾਈਫਲਾਂ ਜਿਹੜੀਆਂ ਸੀਗੀਆਂ ਵਰਤੀਆਂ ਗਈਆਂ, ਜੰਗ ਲੜੀ ਗਈ, ਤੇ ਉਸ ਸਮੇਂ ਭਾਵਨਾਵਾਂ ਕਿੱਥੇ ਗਈਆਂ? ਉਹੀ ਕਾਰਤੂਸ ਸੀ ਤੇ ਉਸੇ ਮੂੰਹ ਦੇ ਨਾਲ ਖੋਲੇ ਗਏ। ਪਰ ਡਾਕਟਰ ਗੰਡਾ ਸਿੰਘ ਇਸ ਦਾ ਜਵਾਬ ਤੀਜੇ ਨਜ਼ਰੀਏ ਤੋਂ, ਸਿੱਖ ਨਜ਼ਰੀਏ ਤੋਂ ਦਿੰਦੇ ਨੇ। ਉਹ ਕਹਿੰਦੇ ਨੇ ਕਿ ਜਿਹੜੀਆਂ ਰੈਜੀਮੈਂਟਾਂ ਅੰਗਰੇਜ਼ਾਂ ਦੇ ਅਧੀਨ ਸੀ, ਜਿਨ੍ਹਾਂ ਨੇ ਬਗਾਵਤ ਕੀਤੀ, ਉਹ ਰੈਜੀਮੈਂਟਾਂ ਤਾਂ ਉਹ ਸੀ ਜ਼ਿਆਦਾਤਰ ਜਿਹੜੀਆਂ ਮਹਾਰਾਜਾ ਰਣਜੀਤ ਸਿੰਘ ਦੇ ਕਾਲ ਚਲਾਣੇ ਤੋਂ ਬਾਅਦ ਅੰਗਰੇਜ਼ਾਂ ਨੇ ਸਿੱਖਾਂ ਦੇ ਖਿਲਾਫ ਜਿੰਨੀਆਂ ਵੀ ਜੰਗਾਂ ਲੜੀਆਂ ਨੇ, ਉਹਨਾਂ ਸਾਰੀਆਂ ਦੇ ਵਿੱਚ ਅਗਵਾਈ ਕੇਵਲ ਅੰਗਰੇਜ਼ਾਂ ਨੇ ਕੀਤੀ ਹੈ। ਇਹ ਪਰ ਸਾਰੀਆਂ ਜਿੰਨੀਆਂ ਵੀ ਨੈਟਿਵ ਇਨਫੈਂਟਰੀ ਸੀਗੀਆਂ, 1, 5, 15, 25, 71, ਇਹ ਜਿੰਨੀਆਂ ਵੀ ਨੈਟਿਵ ਇਨਫੈਂਟਰੀਜ਼ ਨੇ, ਇਹ ਸਾਰੀਆਂ ਤਾਂ ਸਿੱਖਾਂ ਦੇ ਖਿਲਾਫ ਜਿਹੜੀਆਂ ਲੜੀਆਂ ਨੇ, ਸਿੱਖ ਰਾਜ ਦੇ ਖਿਲਾਫ ਲੜੀਆਂ ਨੇ। ਇਹਨੂੰ ਮੈਂ ਕਹਿੰਦਾ ਕਿ ਪੰਜਾਬੀ ਨਜ਼ਰੀਏ ਦੇ ਵਿੱਚ ਅਸੀਂ ਵੇਖਣਾ ਹੋਵੇ ਤਾਂ ਜਿਹੜੀ ਗੱਲ ਸ਼ਾਹ ਮੁਹੰਮਦ ਕਰਦੇ ਨੇ ਨਾ ਕਿ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਉਸ ਹਿੰਦ ਤੇ ਪੰਜਾਬ ਦੇ ਜੰਗ ਦੇ ਵਿੱਚ ਜਿਹੜੇ ਬ੍ਰਿਟਿਸ਼ ਆਫੀਸਰ ਸੀ ਉਹਨਾਂ ਨੇ ਕੇਵਲ ਇਹਨਾਂ ਮੁਹਿੰਮਾਂ ਦੀ ਅਗਵਾਈ ਕੀਤੀ ਹੈ, ਪਰ ਸਾਡੀ ਪੰਜਾਬੀਅਤ ਦੇ ਖਿਲਾਫ ਲੜਨ ਵਾਲਾ ਤਾਂ ਉੱਥੋਂ ਦਾ ਸਾਰਾ ਪੂਰਬੀਆ ਸੀ, ਉੱਥੋਂ ਦੇ ਸਾਰੇ ਹਿੰਦੁਸਤਾਨੀ ਲੋਕ ਸਨ ਜਿਨ੍ਹਾਂ ਨੇ ਪੰਜਾਬ ਦੇ ਨਾਲ ਉਹ ਜੰਗ ਕੀਤੀ ਹੈ। ਉਹਦੇ ਤੋਂ ਬਾਅਦ ਜੇ ਅਸੀਂ ਹੋਰ ਅੱਗੇ ਆ ਜਾਈਏ ਤੇ ਫਿਰ ਕਿਹਾ ਜਾਂਦਾ ਹੈ
ਕਿ ਸਿੱਖਾਂ ਨੇ ਜਿਹੜੀ 1857 ਦੇ ਵਿੱਚ ਦਿੱਲੀ 'ਚ ਬਗਾਵਤ ਹੋਈ, ਜਿਹੜੀ ਬਹਾਦਰ ਸ਼ਾਹ ਦੇ ਪਰਿਵਾਰ ਦੇ ਵੱਲੋਂ ਕੀਤੀ ਗਈ, ਮੁਸਲਮਾਨਾਂ ਦੇ ਵੱਲੋਂ ਕੀਤੀ ਗਈ, ਜਦੋਂ ਇਹ ਮੇਰਠ ਵਾਲੇ ਲੋਕ ਦਿੱਲੀ ਆਏ ਨੇ, ਸਿੱਖਾਂ ਨੇ ਸਾਥ ਨਹੀਂ ਦਿੱਤਾ। ਇੱਕ ਉਰਦੂ ਦੀ ਕਿਤਾਬ ਹੈ ਬੇਗਮਾਤ ਕੇ ਆਂਸੂ, ਭਾਸ਼ਾ ਵਿਭਾਗ ਨੇ ਉਸਨੂੰ ਪੰਜਾਬੀ ਦੇ ਵਿੱਚ ਵੀ ਛਾਪਿਆ ਸੀ। ਮੈਂ ਸਾਰੇ ਸਿੱਖ ਵੀਰਾਂ ਨੂੰ ਬੇਨਤੀ ਕਰੂੰਗਾ ਉਹਦੇ 'ਚ ਜ਼ਰੂਰ ਪੜ੍ਹਿਓ ਕਿ ਜਿਹੜੀਆਂ ਸ਼ਾਹੀ ਬੇਗਮਾਂ ਨੇ, ਸਿੱਖ ਜਿਹੜੇ ਨੇ ਉਹਨਾਂ ਦੇ ਦੁਸ਼ਮਣ ਨੇ, ਕਿਉਂਕਿ ਮੁਗਲ ਸਾਮਰਾਜ ਦੇ ਨਾਲ ਸਾਡਾ ਸ਼ੁਰੂ ਤੋਂ ਇੱਕ ਸੰਘਰਸ਼ ਚੱਲਦਾ ਰਿਹਾ। ਪਰ ਉਹ ਬੇਗਮਾਂ ਕਹਿੰਦੀਆਂ ਨੇ ਕਿ ਬੇਸ਼ੱਕ ਸਿੱਖ ਸਾਡੇ ਦੁਸ਼ਮਣ ਨੇ, ਪਰ ਸਿੱਖਾਂ ਨੇ ਕਿਤੇ ਵੀ ਸਾਡੀ ਇੱਜ਼ਤ ਵੱਲ, ਸਾਡੀ ਗੈਰਤ ਵੱਲ, ਸਾਡੇ ਵੱਲ ਤੱਕ ਕੇ ਨਹੀਂ ਵੇਖਿਆ ਬੁਰੀ ਨਜ਼ਰ ਦੇ ਨਾਲ। ਤੇ ਦੂਜੇ ਪਾਸੇ ਉਸੇ ਹੀ ਬਹਾਦਰ ਸ਼ਾਹ ਦੀ ਜਿਹੜੀ ਪਤਨੀ ਹੈ ਜੀਨਤ ਮਹਲ, ਉਹ ਅੰਗਰੇਜ਼ਾਂ ਨੂੰ ਚਿੱਠੀ ਲਿਖ ਰਹੀ ਹੈ ਕਿ ਮੈਂ ਅੰਗਰੇਜ਼ਾਂ ਦਾ ਸਾਥ ਦੇਣ ਨੂੰ ਤਿਆਰ ਹਾਂ ਜੇਕਰ ਮੇਰੇ ਪੁੱਤਰ ਜਵਾਨ ਬਖਤ ਨੂੰ ਦਿੱਲੀ ਦਾ ਬਾਦਸ਼ਾਹ ਬਣਾ ਦਿੱਤਾ ਜਾਵੇ। ਹੁਣ ਤੁਸੀਂ ਵੇਖੋ ਗਦਾਰ ਕੌਣ ਆ। ਹੁਣ ਇਹਦੇ ਤੋਂ ਜੇ ਅਸੀਂ ਅੱਗੇ ਆ ਜਾਈਏ ਤਾਂ ਉਹ ਆ ਜਾਂਦਾ ਨਾਨਾ ਸਾਹਿਬ। ਜਿਸ ਵੇਲੇ ਸਰਕਾਰ ਨੇ, ਅੰਗਰੇਜ਼ੀ ਸਰਕਾਰ ਨੇ ਇਹ ਐਲਾਨ ਕਰ ਦਿੱਤਾ ਕਿ ਜੇ ਕਿਸੇ ਦਾ ਵੰਸ਼ ਦੇ ਵਿੱਚ ਉਸਦਾ ਖੂਨ ਦੇ ਵਿੱਚੋਂ ਭਾਵ ਕਿ ਉਹਦੀ ਬਿੰਦੀ ਸੰਤਾਨ ਹੈ, ਤੇ ਜਿਹੜੀ ਪੈਨਸ਼ਨ ਜਿਹੜੀ ਕਿਸੇ ਰਿਆਸਤ ਦੇ ਰਾਜੇ ਨੂੰ ਮਿਲਦੀ ਹੈ ਉਹ ਉਹਨੂੰ ਮਿਲੇਗੀ, ਤੇ ਜੇ ਕਿਸੇ ਨੇ ਮਤਰੇਏ ਪੁੱਤ ਨੂੰ, ਮਤਵੰਨੇ ਪੁੱਤਰ ਨੂੰ ਆਪਣੀ ਜਗ੍ਹਾ ਦੇ ਉੱਪਰ ਬਿਠਾਇਆ ਹੋਇਆ ਤੇ ਉਹਨੂੰ ਨਹੀਂ ਮਿਲੇਗੀ। ਇਹਨਾਂ ਦੋ ਕਾਰਨਾਂ ਕਰਕੇ ਮਹਾਰਾਣੀ ਝਾਂਸੀ ਨੇ ਤੇ ਨਾਨਾ ਸਾਹਿਬ ਨੇ ਬਗਾਵਤ ਕੀਤੀ ਕਿ ਉਹ ਦੇਸ਼ ਦੀ ਆਜ਼ਾਦੀ ਦੇ ਹਿੱਤ ਸੀ। ਫਿਰ ਜੇਕਰ ਤੁਸੀਂ GW ਫਾਰੈਸਟ ਦੀ ਕਿਤਾਬ ਹੈ ਮਿਊਟਿਨ ਆਫ 1857 ਜਾਂ ਰਿਕਾਰਡਸ ਫਰੋਮ ਦਾ ਮਿਲਟਰੀ ਅਕੈਡਮੀ ਆਫ ਇੰਡੀਆ, ਤੁਸੀਂ ਉਹਨੂੰ ਪੜ੍ਹ ਕੇ ਵੇਖੋ। ਉਹਦੇ ਵਿੱਚ ਤਾਂ ਇਹ ਵੀ ਲਿਖਿਆ ਹੈ ਕਿ ਜਿਹੜੀ ਰਾਣੀ ਲక్ష్ਮੀ ਬਾਈ ਹੈ ਉਹ ਅੰਗਰੇਜ਼ਾਂ ਨੂੰ ਚਿੱਠੀ ਪੱਤਰ ਕਰ ਰਹੀ ਹੈ ਕਿ ਮੈਂ ਤਾਂ ਵਿਦਰੋਹੀਆਂ ਤੋਂ ਬਹੁਤ ਤੰਗ ਆ, ਮੈਂ ਜ਼ਿਆਦਾ ਸਮਾਨਤ ਨਹੀਂ, ਪਰ ਕੁਝ ਬੰਦੂਕਾਂ ਤੇ ਕੁਝ ਜਿਹੜਾ ਬਰੂਦ ਤੇ ਕੁਝ ਗੋਲੇ ਤੁਹਾਨੂੰ ਭੇਜ ਰਹੀ ਹੈ ਤੁਹਾਡੀ ਮਦਦ ਦੇ ਵਾਸਤੇ। ਹੁਣ ਤੁਸੀਂ ਵੇਖ ਲਓ ਕਿ ਸਾਰੇ ਦੇਸ਼ ਭਗਤ ਨੇ। ਇਹਨਾਂ ਸਾਰਿਆਂ ਦੀ ਗਦਾਰੀ ਨੂੰ ਦੇਸ਼ ਭਗਤੀ 'ਚ ਬਦਲ ਦਿੱਤਾ ਜਾਂਦਾ ਹੈ ਤੇ ਸਿੱਖਾਂ ਦੀ ਦੇਸ਼ ਭਗਤੀ ਨੂੰ ਗਦਾਰੀ ਦੇ ਵਿੱਚ ਬਦਲ ਦਿੱਤਾ ਜਾਂਦਾ ਹੈ। ਇਹ ਸਾਰਾ ਨਿਜ਼ਾਮ ਹੈ। ਬਿਲਕੁਲ ਭਾਜੀ, ਮੈਨੂੰ ਲੱਗਦਾ ਤੁਸੀਂ ਬੜੀ ਵਧੀਆ ਤਰੀਕੇ ਦੇ ਨਾਲ ਇਸ ਚੀਜ਼ ਨੂੰ ਐਕਸਪਲੇਨ ਕੀਤਾ, ਔਰ ਕਿਤੇ ਨਾ ਕਿਤੇ ਸਾਡੇ ਸਿੱਖਾਂ ਨੂੰ ਇਹਨੂੰ ਅੱਜ ਦੇ ਸੰਦਰਭ ਦੇ ਵਿੱਚ ਵੀ ਦੇਖਣਾ ਚਾਹੀਦਾ ਆ ਕਿ ਬਹੁਤ ਸਾਰੀਆਂ ਗੱਲਾਂ ਅਸੀਂ ਸੋਸ਼ਲ ਮੀਡੀਆ ਤੇ ਲੜੀ ਜਾਂਦੇ ਹਾਂ ਕਿਉਂਕਿ ਅਸੀਂ ਕਿਸੇ ਹੋਰ ਦੇ ਨੈਰੇਟਿਵ ਦੇ ਨਾਲ ਜਿਹੜੀਆਂ ਚੀਜ਼ਾਂ ਨੇ ਉਹਨਾਂ ਨੂੰ ਦੇਖ ਰਹੇ ਹਾਂ। ਤਾਂ ਮੈਂ ਇਹਦੇ ਵਿੱਚ ਇੱਥੇ ਜ਼ਿਕਰ ਕਰਨਾ ਚਾਹਾਂਗਾ ਕਿ ਅੱਜ ਦੇ ਮੁੱਦੇ ਜਿਹੜੇ ਅੱਜ ਕੱਲ੍ਹ ਕਰੰਟ ਚੱਲ ਰਿਹਾ ਉਹਨੂੰ ਵੀ ਲੈ ਕੇ ਤੁਸੀਂ 3 ਸੀਰੀਜ਼ ਜਿਹੜੀਆਂ ਨੇ ਵੀਡੀਓ ਦੀਆਂ ਬਣਾਈਆਂ ਨੇ, ਉਹ ਵੀ ਬਹੁਤ ਬਹੁਤ ਧੰਨਵਾਦ ਜੀ। ਤੁਸੀਂ ਇੱਕ ਜਿਹੜਾ ਸਿੱਖ ਜਾਂ ਜਿਹੜਾ ਗੁਰਬਾਣੀ ਦੇ ਤੌਰ ਦੇ ਨੈਰੇਟਿਵ ਹੈਗਾ ਆ ਉਹ ਤੁਸੀਂ ਸਾਹਮਣੇ ਜਾਂ ਫੈਕਟਸ ਰੱਖਣ ਦੀ ਕੋਸ਼ਿਸ਼ ਕੀਤੀ ਹੈ, ਸੇਮ ਹੀ ਜਿੱਦਾਂ ਤੁਸੀਂ ਹੁਣ ਦੱਸਿਆ ਹੈ ਕਿ ਕਿਵੇਂ ਜਿਹੜੀਆਂ ਸਰਕਾਰਾਂ ਹੁੰਦੀਆਂ ਨੇ ਉਹ ਆਪਣੀਆਂ ਕਮੀਆਂ ਨੂੰ ਵੀ ਗੁਣ ਦੱਸਦੇ ਨੇ ਔਰ ਆਪਣੀ ਗੱਦਾਰੀਆਂ ਨੂੰ ਵੀ ਕਿਤੇ ਨਾ ਵਫਾਦਾਰੀਆਂ ਦੇ ਹਿਸਾਬ ਦੇ ਨਾਲ ਪੇਸ਼ ਕਰਦੇ ਨੇ, ਔਰ ਜਿਹੜੇ ਅਸਲੀ ਸਿੱਖ ਜਿਹੜੇ ਲੜਦੇ ਰਹੇ ਨੇ ਉਹਨਾਂ ਦੀਆਂ ਵਫਾਦਾਰੀਆਂ ਨੂੰ ਵੀ ਗੱਦਾਰੀਆਂ ਪੇਸ਼ ਕਰ ਦਿੱਤਾ ਜਾਂਦਾ ਆ। ਤਾਂ ਭਾਜੀ ਉਹੀ ਇਸੇ ਚੀਜ਼ ਦੇ ਵਿੱਚ ਆਪਾਂ ਆਉਂਦੇ ਹਾਂ, ਜਿੱਦਾਂ ਜਰਨੈਲ ਭਾਜੀ ਨੇ ਵੀ ਲਾਸਟ ਕੁਐਸਚਨ ਪੁੱਛਿਆ ਕਿ ਉਹ ਕਰੰਟ ਸੰਦਰਭ ਦੇ ਵਿੱਚ ਅਗਰ ਆਪਾਂ ਦੇਖੀਏ ਕਿ ਸਰਕਾਰਾਂ ਉਹੀ ਉਸੇ ਤਰੀਕੇ ਦੇ ਨਾਲ ਚੱਲਦੀਆਂ ਨੇ, ਤਾਂ ਹੁਣ ਅਗਰ ਆਪਾਂ ਅੱਜ ਦੇ ਸੰਦਰਭ ਦੇ ਵਿੱਚ ਇਹਨੂੰ ਲੈ ਕੇ ਚੱਲੀਏ ਕਿ ਜਿਹੜੀ ਸਿੱਖ ਵੀ ਜਿਹੜੇ ਅੱਜ ਦੀ ਦੌਰ ਦੇ ਵਿੱਚ ਆਜ਼ਾਦੀ ਦਾ ਆਨੰਦ ਮਾਣ ਰਹੇ ਨੇ, ਜਿਹੜੇ ਕਹਿ ਰਹੇ ਕਿ ਅਸੀਂ ਆਜ਼ਾਦ ਹਾਂ, ਕੀ ਮਤਲਬ ਮੈਂ ਫਿਰ ਉਸੇ ਤੇ ਆਉਣਾ ਕਿ ਇਹ ਉੱਦਾਂ ਦੀ ਆਜ਼ਾਦੀ ਨਹੀਂ ਜਿੱਦਾਂ ਜਿਹਦੇ ਲਈ ਅਸੀਂ ਲੜੇ ਸੀਗੇ, ਤਾਂ ਉਹ ਕਿਹੜੀ ਆਜ਼ਾਦੀ ਸੀ ਜਿਹਦੇ ਲਈ ਸਿੱਖ ਜਿਹੜੇ ਸੀਗੇ ਉਹ ਖੜੇ ਹੋਏ ਸੀਗੇ, ਉਹ ਕਿੱਦਾਂ ਦੀ ਆਜ਼ਾਦੀ ਸੀਗੀ, ਤਾਂ ਕਿ ਸਾਨੂੰ ਇੱਕ ਝਲਕ ਮਿਲ ਸਕੇ ਕਿ ਜੋ ਸਾਡੇ ਕੋਲ ਖੁੰਝ ਗਿਆ ਜਾਂ ਜੋ ਸਾਡੇ ਕੋਲ ਨਹੀਂ ਹੈਗਾ ਉਹ ਕਿੱਦਾਂ ਦਾ ਸੀਗਾ, ਤਾਂ ਸਾਡੀ ਐਕਚੁਅਲੀ ਜਿਹੜੀ ਲੜਾਈ ਸੀਗੀ ਜਾਂ ਫਿਰ ਮੈਂ ਕਹਾਂ ਸੰਘਰਸ਼ ਸੀਗਾ, ਜ਼ਿਆਦਾ ਸ਼ਬਦ ਹੋਊਗਾ, ਕਿ ਉਹ ਕਿਸ ਚੀਜ਼ ਦੇ ਲਈ ਸੀਗਾ। ਵੇਖੋ ਵੀਰ ਜੀ, ਜਦੋਂ ਅਸੀਂ ਕਹਿੰਦੇ ਕਿ ਸਾਡਾ ਸੰਘਰਸ਼ ਕਿਸ ਚੀਜ਼ ਦੇ ਲਈ ਸੀ, ਤੇ ਤੁਸੀਂ ਜੇਕਰ 1839 ਤੋਂ ਲੈ ਕੇ ਮਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਗੁਰਦੁਆਰਾ ਸੁਧਾਰ ਲਹਿਰ ਤੱਕ ਤੁਸੀਂ ਇਸ ਸਾਰੀ ਲਹਿਰ ਦਾ ਜੇਕਰ ਤੁਸੀਂ ਖਾਕਾ ਸਿਰਜਦੇ ਹੋ, ਤਾਂ ਸਾਡਾ ਸੰਘਰਸ਼ ਜਿਹੜਾ ਹੈ ਉਸ ਦੇਸ਼ ਦੇ ਵਾਸਤੇ ਹੈ ਜਿਹਦੇ ਅਸੀਂ ਮਾਲਕ ਸੀ। ਅਸੀਂ ਮੁਜ਼ਾਰੇ ਬਣਨ ਦੇ ਵਾਸਤੇ ਸੰਘਰਸ਼ ਨਹੀਂ ਸੀ ਕੀਤਾ, ਸਾਡੇ ਕੋਲ ਉਸ ਦੇਸ਼ ਦੀ ਮਲਕੀਅਤ ਸੀ, ਔਰ ਜਿਹੜੀ ਉਸ ਦੇਸ਼ ਦੀ ਮਲਕੀਅਤ ਸੀ, ਮੈਂ ਕਹਿੰਦਾ ਕਿ ਉਸ ਰਾਜ ਦੇ 40 ਸਾਲ, ਬੇਸ਼ੱਕ ਕਿ ਮੈਂ ਕਈ ਵਾਰੀ ਕਹਿੰਦਾ ਹੁੰਦਾ ਕਿ ਜਦੋਂ ਸਿੱਖ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਵੀ ਨੁਕਸ ਕੱਢਦੇ ਨੇ ਨਾ, ਤੇ ਆਪਣੀ ਮਾਨਸਿਕਤਾ ਵਿੱਚ ਸੋਚਦੇ ਨੇ ਕਿ ਰਣਜੀਤ ਸਿੰਘ ਸਿੱਖਾਂ ਦਾ ਗੁਰੂ ਹੈ, ਉਹ ਰਾਜਾ ਹੈ, ਉਹਦੇ ਵਿੱਚ ਗਲਤੀਆਂ, ਉਹਦੇ ਚ ਘਾਟਾਂ, ਉਹ ਕਮੀਆਂ ਹੋ ਸਕਦੀਆਂ ਨੇ, ਇੱਕ ਵੱਖਰੀ ਗੱਲ ਹੈ। ਰਣਜੀਤ ਸਿੰਘ ਨੂੰ ਅਸੀਂ ਗੁਰੂ ਦੇ ਰੂਪ ਚ ਨਾ ਵੇਖੀਏ, ਰਣਜੀਤ ਸਿੰਘ ਨੂੰ ਇੱਕ ਰਾਜੇ ਦੇ ਰੂਪ ਚ ਵੇਖੀਏ, ਪਰ ਜਦੋਂ ਤੁਸੀਂ ਰਣਜੀਤ ਸਿੰਘ ਨੂੰ ਰਾਜੇ ਦੇ ਰੂਪ ਦੇ ਵਿੱਚ ਵੇਖੋਗੇ ਤੇ ਕੀ ਦੁਨੀਆ ਦੇ ਵਿੱਚ ਕੋਈ 40 ਸਾਲਾਂ ਦਾ ਐਸਾ ਰਾਜ ਹੈ ਜਿਸ ਰਾਜ ਦੇ ਵਿੱਚ ਧਾਰਮਿਕ ਤੌਰ ਤੇ ਇੱਕ ਵੀ ਰਾਇਟ ਨਾ ਹੋਇਆ ਹੋਵੇ, ਜਿਸ ਦੇ ਵਿੱਚ ਕਦੀ ਵੀ ਭੁੱਖਮਰੀ ਨਾ ਫੈਲੀ ਹੋਵੇ, ਜਿਸ ਦਾ ਐਜੂਕੇਸ਼ਨ ਜਿਹੜਾ ਰੇਟ ਹੈ ਉਸ ਸਮੇਂ ਦੁਨੀਆ ਦੇ ਸਾਰੇ ਖਿੱਤਿਆਂ ਤੋਂ ਉੱਪਰ ਹੋਵੇ,
ਜਿੱਥੇ ਔਰਤ ਨੂੰ ਬਰਾਬਰ ਦੇ ਪੜ੍ਹਨ ਦਾ ਔਰ ਔਰਤ ਨੂੰ ਬਰਾਬਰ ਦੀ ਆਜ਼ਾਦੀ ਹੋਵੇ। ਇੱਥੋਂ ਤੱਕ ਕਿ ਜਿੱਥੇ ਔਰਤ ਮਹਾਰਾਜਾ ਰਣਜੀਤ ਸਿੰਘ ਦੀ ਸੱਸ ਸਦਾ ਕੌਰ ਵਾਲੀ ਮੈਦਾਨੇ ਜੰਗ ਦੇ ਵਿੱਚ ਜੰਗਾਂ ਦੀ ਅਗਵਾਈ ਵੀ ਕਰਦੀ ਹੋਵੇ। ਸੋ ਜਿਹੜਾ ਕਹਿ ਸਕਦੇ ਹੋ ਕਿ ਸੁਪਨਾ ਸਿੱਖਾਂ ਨੇ ਲਿਆ, ਉਸ ਤੋਂ ਬਾਅਦ ਜਿਹੜਾ ਭਾਈ ਮਹਾਰਾਜ ਸਿੰਘ ਹੁਣਾਂ ਨੇ ਲਿਆ, ਜਾਂ ਉਹਦੇ ਤੋਂ ਬਾਅਦ ਜੇ ਮੈਂ ਇੱਕ ਗੱਲ ਹੋਰ ਵੀ ਵੇਖਾਂ ਤੇ ਜਿਹੜੀ ਸਾਡੀ ਸਿੰਘ ਸਭਾ ਲਹਿਰ ਸੀ, ਜਿਹਨੂੰ ਬੇਸ਼ੱਕ ਮੈਂ ਪਿਛਲੇ ਲੈਕਚਰਾਂ 'ਚ ਵੀ ਕਿਹਾ ਕਿ ਅੱਜ ਜਦੋਂ ਸੰਘ ਦੇ ਵਿਦਵਾਨ ਗੱਲ ਕਰਦੇ ਨੇ ਤੇ ਸਭ ਤੋਂ ਵੱਡਾ ਜਿਹੜਾ ਦੋਸ਼ ਹੈ ਉਹ ਸਿੰਘ ਸਭਾ ਲਹਿਰ ਦੇ ਉੱਪਰ ਲਾਇਆ ਜਾਂਦਾ ਹੈ, ਕਾਹਨ ਸਿੰਘ ਨਾਭਾ ਦੇ ਉੱਪਰ ਲਾਇਆ ਜਾਂਦਾ ਹੈ ਕਿ ਜਿਹੜੀ ਲਹਿਰ ਜਿਹੜੀ ਹੈ ਨਾ, ਉਹ ਕਹਿੰਦੇ ਨੇ ਕਿ ਮਕਾਲਫ ਤੋਂ, ਅੰਗਰੇਜ਼ਾਂ ਤੋਂ ਪ੍ਰਭਾਵ ਜਿਹੜੀ ਹੈ ਉਹ ਲਹਿਰ ਹੈ। ਵੇਖੋ ਗੱਲ ਇਹ ਨਹੀਂ ਹੈ, ਗੱਲ ਇਹ ਹੈ ਕਿ ਉਹਨਾਂ ਸਮਿਆਂ ਦੇ ਵਿੱਚ ਉਹ ਜਿਹੜੀ ਸਿੰਘ ਸਭਾ ਲਹਿਰ ਹੈ ਜਾਂ ਜਿਹੜੇ ਸਿਆਣੇ ਸਿੱਖ ਨੇ, ਜੇਕਰ ਉਹਨਾਂ ਨੇ ਅੰਗਰੇਜ਼ਾਂ ਦੇ ਨਾਲ ਕੁਝ ਸੰਬੰਧ ਰੱਖੇ ਤੇ ਮੈਨੂੰ ਲੱਗਦਾ ਹੈ ਕਿ ਉਹਨਾਂ ਦਾ ਜਿਹੜਾ ਨਿਸ਼ਾਨਾ ਸੀਗਾ ਉਹ ਇਹ ਸੀ ਕਿ ਕਿਤੇ ਨਾ ਕਿਤੇ ਅਸੀਂ ਆਪਣੇ ਰਾਜ ਦੀ ਪ੍ਰਾਪਤੀ ਵੱਲ ਵੱਧ ਸਕੀਏ। ਗੁਰਦੁਆਰਾ ਸੁਧਾਰ ਲਹਿਰ ਦੇ ਸਮੇਂ ਇਹ ਜਿਹੜੀ ਸਾਰੀ ਆਜ਼ਾਦੀ ਦੀ ਜਿਹੜੀ ਲੜਾਈ ਹੈ ਇਹ ਕਿਵੇਂ ਬਦਲ ਜਾਂਦੀ ਹੈ, ਮੈਨੂੰ ਇਹਦੇ ਪਿੱਛੇ ਜਿਹੜਾ ਕਾਰਨ ਇਹ ਲੱਗਦਾ ਹੈ ਕਿ ਉਸ ਸਮੇਂ ਸਾਡੀ ਧਾਰਮਿਕ ਲੀਡਰਸ਼ਿਪ ਤੇ ਰਾਜਨੀਤਿਕ ਲੀਡਰਸ਼ਿਪ 'ਚ ਕਿਤੇ ਨਾ ਕਿਤੇ ਇੱਕ ਖਲਾਅ ਹੈ ਕਿ ਰਾਜਨੀਤਿਕ ਲੀਡਰਸ਼ਿਪ ਜਿਹੜੀ ਆ ਉਹ ਧਾਰਮਿਕ ਲੀਡਰਸ਼ਿਪ ਦੇ ਨਾਲੋਂ ਕਿਤੇ ਨਾ ਕਿਤੇ ਥੋੜੀ ਲਾਂਭੇ ਹੋ ਜਾਂਦੀ ਹੈ। ਜਿਹੜਾ ਤੁਸੀਂ, ਜੇ ਮੈਂ ਅੱਜ ਦੇ ਸਮੇਂ 'ਚ ਜੇ ਤੁਹਾਡੇ ਸਾਹਮਣੇ ਇੱਕ ਉਦਾਹਰਨ ਰੱਖਣੀ ਹੋਵੇ, ਰਾਮ ਮੰਦਿਰ ਦਾ ਉਦਘਾਟਨ ਹੋਇਆ, ਉੱਥੇ ਭਾਗਵਤ ਦੀ ਪੋਜੀਸ਼ਨ ਕੀ ਸੀ? ਕਿਉਂਕਿ ਸੰਘ ਦਾ ਧਾਰਮਿਕ ਨੁਮਾਇੰਦਾ ਸੀ ਤੇ ਜਿਹੜਾ ਉਹਨਾਂ ਦਾ ਰਾਜਸੀ ਨੁਮਾਇੰਦਾ ਸੀ, ਦੇਸ਼ ਦਾ ਪ੍ਰਧਾਨ ਮੰਤਰੀ, ਉਹਦੀ ਪੋਜੀਸ਼ਨ ਕੀ ਸੀ? ਸਾਨੂੰ ਇਹ ਵੇਖਣਾ ਪਵੇਗਾ। ਸਿੱਖਾਂ ਦੇ ਵਿੱਚ ਇਹ ਸਭ ਤੋਂ ਵੱਡਾ ਖਲਾਅ ਪੈਦਾ ਹੋਇਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚੋਂ ਅਕਾਲੀ ਦਲ ਬਤੌਰ ਸ਼ਹੀਦੀ ਜਥਿਆਂ ਦੇ ਰੂਪ ਦੇ ਵਿੱਚ ਪੈਦਾ ਹੋਇਆ ਸੀ, ਜਿਨ੍ਹਾਂ ਕਿ ਧਰਮ ਦੀ ਵਿਚਾਰਧਾਰਾ ਦੇ ਅਧੀਨ ਚੱਲਣਾ ਸੀ। ਪਰ ਸਮੱਸਿਆ ਇੱਥੇ ਆ ਗਈ ਕਿ ਧਰਮ ਦੀ ਵਿਚਾਰਧਾਰਾ ਨੇ ਤਾਂ ਆਜ਼ਾਦੀ ਦੀ ਜਿਹੜੀ ਗੱਲ ਹੈ ਉਹ ਆਪਣੇ ਦੇਸ਼ ਦੀ ਜਾਂ ਆਪਣੇ ਸਟੇਟ ਦੀ ਆਜ਼ਾਦੀ ਦੇ ਵਾਸਤੇ ਸੰਘਰਸ਼ ਦੇ ਰੂਪ ਦੇ ਵਿੱਚ ਕੀਤੀ, ਪਰ ਜਦੋਂ ਉਹ ਸੰਘਰਸ਼ ਦੀ ਵਾਗਡੋਰ ਰਾਜਨੀਤਿਕ, ਕੇਵਲ ਰਾਜਨੀਤਿਕ ਲੋਕਾਂ ਦੇ ਹੱਥ 'ਚ ਆਈ ਤੇ ਜਦੋਂ ਟੇਬਲ ਟਾਕ ਦੇ ਉੱਪਰ ਉਹ ਆਪਣੇ ਹੱਕਾਂ ਦੀ ਗੱਲ ਨਾ ਕਰ ਸਕੇ, ਤੇ ਮੈਂ ਤਾਂ ਸੋਚਦਾ ਹੁੰਦਾ ਕਿ ਜਿਹੜੀ ਗਾਂਧੀ ਦੀ ਇੱਕ ਗੱਲ ਸੀ ਨਾ ਕਿ ਜਿਸ ਵੇਲੇ ਨਨਕਾਣਾ ਸਾਹਿਬ ਤੋਂ ਬਾਅਦ ਸਿੱਖਾਂ ਨੂੰ ਨਨਕਾਣਾ ਸਾਹਿਬ ਦਾ ਕਬਜ਼ਾ ਮਿਲਦਾ ਹੈ, ਗੁਰੂ ਕੇ ਬਾਗ ਦੇ ਮੋਰਚੇ ਦੀ ਗੱਲ ਆਉਂਦੀ ਹੈ, ਚਾਬੀਆਂ ਦੇ ਮੋਰਚੇ ਦੀ ਗੱਲ ਆਉਂਦੀ ਹੈ, ਤੇ ਜਿਹੜੀ ਇੱਕ ਛੋਟੀ ਜਿਹੀ ਗੱਲ ਮਹਾਤਮਾ ਗਾਂਧੀ ਦੀ ਤਾਰ ਜਿਹੜੀ ਹੈ ਨਾ, ਉਹ ਸਿੱਖ ਬੜੀ ਉਹ ਦੱਸਦੇ ਨੇ ਬੜੇ ਟੌਰ ਦੇ ਨਾਲ ਕਿ ਮਹਾਤਮਾ ਗਾਂਧੀ ਦੀ ਸਿੱਖਾਂ ਨੂੰ ਟੈਲੀਗ੍ਰਾਮ ਆਈ ਕਿ ਤੁਸੀਂ ਗੁਰਦੁਆਰਿਆਂ ਦੀ ਜਿਹੜਾ ਕਬਜ਼ਾ ਲੈ ਲਿਆ, ਸਮਝੋ ਦੇਸ਼ ਦੀ ਜਿਹੜੀ ਨਾ ਉਹ ਅੱਧੀ ਜੰਗ ਜਿੱਤੀ ਗਈ ਹੈ। ਮੈਂ ਕਹਿੰਦਾ ਇੱਥੇ ਅਸੀਂ ਸਭ ਤੋਂ ਵੱਡੀ ਮਾਰ ਖਾ ਗਏ ਕਿ ਸਾਡੀ ਜਿਹੜੀ ਆਪਣੀ ਜੰਗ ਸੀ ਉਹਨਾਂ ਨੇ ਕਿਹਾ ਨਹੀਂ ਇਹ ਦੇਸ਼ ਦੀ ਜੰਗ ਬਣ ਗਈ ਹੈ। ਹੁਣ ਤੁਸੀਂ ਵੇਖੋ ਕਿ 2% ਨੇ ਇਸ 98% ਵਾਸਤੇ ਕੁਰਬਾਨੀਆਂ ਕੀਤੀਆਂ ਤੇ ਕੁਰਬਾਨੀਆਂ 2% ਨੇ ਕੀਤੀਆਂ 90%, ਤੇ ਅੱਜ ਰਾਜ ਉਹ ਕਰ ਰਿਹਾ ਹੈ ਜਿਨ੍ਹਾਂ ਦੀਆਂ ਕੁਰਬਾਨੀਆਂ 2% ਨੇ ਤੇ ਕੁੱਟ ਉਹ ਖਾ ਰਹੇ ਨੇ ਜਿਨ੍ਹਾਂ ਕੀਤੀਆਂ 90% ਨੇ। ਇਹ ਹੈ ਸਾਡੇ ਸੰਘਰਸ਼ ਦੀ ਉਹ ਸਾਰੀ ਰੂਪਰੇਖਾ। ਬਿਲਕੁਲ ਭਾਜੀ, ਕਿਤੇ ਨਾ ਕਿਤੇ ਮੈਨੂੰ ਲੱਗਦਾ ਹੈ ਕਿ ਮਾਨਸਿਕਤਾ ਵੀ ਸਿੱਖਾਂ ਦੀ ਇੱਥੇ ਬਹੁਤ ਜ਼ਿਆਦਾ ਡਿਪੈਂਡ ਕਰਦੀ ਹੈ, ਕਿਉਂਕਿ ਪਿਛਲੇ ਦਿਨਾਂ ਵਿੱਚ ਜਦੋਂ ਅਸੀਂ ਗੱਲ ਕਰ ਰਹੇ ਸੀਗੇ ਕਈ ਵਿਦਵਾਨਾਂ ਨਾਲ, ਤਾਂ ਇਹ ਗੱਲ ਸਾਹਮਣੇ ਆਈ ਕਿ ਜੋ ਫੈਕਟ ਵੀ ਨੇ ਕਿ ਜਦੋਂ ਅਸੀਂ ਰਾਜ ਕੀਤਾ ਆ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੇ ਜਾਂ ਉਸ ਤੋਂ ਬਾਅਦ ਵੀ, ਤਾਂ ਸਿੱਖਾਂ ਦੀ ਆਬਾਦੀ ਪੰਜਾਬ ਦੇ ਵਿੱਚ ਜਾਂ ਉਸ ਰਾਜ ਵਿੱਚ 10-12% ਤੋਂ ਵੱਧ ਨਹੀਂ ਸੀਗੀ। ਤਾਂ ਉਸ ਟਾਈਮ ਜਦੋਂ 90% ਦੇ ਉੱਤੇ ਜਾਂ 85% ਦੇ ਉੱਤੇ 10-12% ਰਾਜ ਕਰਦੇ ਨੇ ਔਰ ਨਾਲ ਲੈ ਕੇ ਚੱਲਦੇ ਨੇ ਉਹਨਾਂ ਨੂੰ, ਤੇ ਅੱਜ ਦੇ ਪੰਜਾਬ ਦੇ ਵਿੱਚ ਜਿੱਥੇ ਸਾਡੀ ਪਾਪੂਲੇਸ਼ਨ 55% ਹੈ ਤੇ ਅਸੀਂ ਆਪਣੇ ਆਪ ਨੂੰ ਮਾਈਨੋਰਿਟੀ ਗਿਣਦੇ ਹਾਂ ਤੇ ਇੱਕ ਵਿਕਟਮ ਗੇਮ ਜਿਹੜੀ ਹੈਗੀ ਉਹ ਪਲੇ ਕਰਦੇ ਆ। ਕਿਤੇ ਨਾ ਕਿਤੇ ਸ਼ਾਇਦ ਸਾਡੀ ਮਾਨਸਿਕਤਾ ਦਾ ਵੀ ਡਿਪੈਂਡ ਕਰਦੀ ਕਿ ਉਦੋਂ ਸਾਡੀ ਮਾਨਸਿਕਤਾ ਕੀ ਸੀਗੀ ਤੇ ਅੱਜ ਸਾਡੀ ਮਾਨਸਿਕਤਾ ਕੀ ਹੈ। ਡਾਕਟਰ ਸਾਹਿਬ ਦੇ ਨਾਲ ਗੱਲਬਾਤ ਚੱਲ ਰਹੀ ਹੈ ਕਿਉਂਕਿ ਉਹ ਪੰਜਾਬ 'ਚ ਨੇ ਤੇ ਪੰਜਾਬ 'ਚ ਕਈ ਵਾਰ ਇੰਟਰਨੈਟ ਜਿਹੜਾ ਥੋੜਾ ਜਿਹਾ ਸਲੋ ਹੋ ਜਾਂਦਾ ਆ ਤੇ ਇਸ ਕਰਕੇ ਪ੍ਰੋਬਲਮ ਆ ਰਹੀ ਹੈ। ਜੇ ਤੁਹਾਡਾ ਵੀ ਕੋਈ ਸਵਾਲ ਹੈ ਜਾਂ ਤੁਸੀਂ ਵੀ ਕੋਈ ਜਿਹੜੀ ਡਿਸਕਸ਼ਨ ਹੈ, ਕੋਈ ਗੱਲਬਾਤ ਜਿਹੜੀ ਪੁੱਛਣਾ ਚਾਹੁੰਦੇ ਹੋ ਡਾਕਟਰ ਸਾਹਿਬ ਦੇ ਕੋਲ, ਕੋਈ ਤੁਹਾਡਾ ਇਸ ਸੰਦਰਭ ਦੇ ਵਿੱਚ 1947 ਦੇ ਰਿਗਾਰਡਿੰਗ ਕੋਈ ਤੁਹਾਡਾ ਕਮੈਂਟ ਹੋਵੇ, ਜ਼ਰੂਰ ਤੁਸੀਂ ਸਾਨੂੰ ਕਮੈਂਟ ਬਾਕਸ ਵਿੱਚ ਦੱਸੋ ਤੇ ਤਾਂ ਕਿ ਉਹ ਵੀ ਉਹਦੇ ਉੱਤੇ ਵੀ ਡਾਕਟਰ ਸਾਹਿਬ ਆਪਣੇ ਜਿਹੜੇ ਵਿਚਾਰ ਨੇ ਉਹ ਦੇ ਸਕਣਗੇ। ਇਹ ਸਾਰੇ ਪ੍ਰੋਗਰਾਮ ਦਾ ਸਾਡਾ ਮੇਨ ਮੋਟਿਵ ਹੀ ਇਹ ਹੈ ਕਿ 1947 ਦੇ ਸੰਦਰਭ ਦੇ ਵਿੱਚ ਜੋ ਵੱਖਰੀਆਂ ਚੀਜ਼ਾਂ ਸਾਨੂੰ ਫੀਡ ਕੀਤੀਆਂ ਗਈਆਂ ਨੇ, ਜਿਵੇਂ ਪ੍ਰਭਜੋਤ ਭਾਜੀ ਨੇ ਦੱਸਿਆ ਕਿ ਸਾਡੀ ਲੀਡਰਸ਼ਿਪ ਨੂੰ ਲੈ ਕੇ ਕਿੰਨਾ ਕੁਛ ਸਾਡਾ ਕਨਫਿਊਜ਼ਨ ਹੈਗਾ। ਪਹਿਲਾਂ ਸਾਡੀ ਲੀਡਰਸ਼ਿਪ ਕਿੱਦਾਂ ਦੀ ਸੀਗੀ ਜਦੋਂ ਅਕਾਲੀ ਦਲ ਬਣਦੀ ਹੈ ਜਾਂ ਸ਼੍ਰੋਮਣੀ ਅਕਾਲੀ ਦਲ ਦੀ ਨੀਂਹ ਰੱਖੀ ਜਾਂਦੀ ਹੈ, ਤੇ ਅੱਜ ਦੀ ਡੇਟ ਵਿੱਚ ਸਾਡੀ ਜਿਹੜੀ ਲੀਡਰਸ਼ਿਪ ਹੈ ਉਹ ਕਿੱਧਰ ਹੈ, ਇੱਕਦਮ ਐਵੇਂ ਨਜ਼ਰ ਆਉਂਦਾ ਜਿਵੇਂ ਵਿਜ਼ਨਲੈਸ ਹੈਗੀ ਆ। ਤਾਂ ਨਾਲ ਜਿਵੇਂ ਡਾਕਟਰ ਸਾਹਿਬ ਨੇ ਵੀ ਦੱਸਿਆ ਕਿ ਕਿਤੇ ਨਾ ਕਿਤੇ ਜਿਹੜਾ ਸਾਨੂੰ ਨੈਰੇਟਿਵ ਫੀਡ ਕੀਤਾ ਜਾ ਰਿਹਾ ਆ ਉਹ ਇੱਕ ਭਾਰਤੀ ਜਾਂ ਹਿੰਦੁਸਤਾਨ ਪੱਖੀ ਹੈਗਾ ਆ।
ਉਹ ਜਿਹੜਾ ਆਪਣਾ ਨੈਰੇਟਿਵ ਹੈਗਾ ਉਹ ਸਾਨੂੰ ਫੀਡ ਕਰ ਰਹੇ ਨੇ, ਉਹ ਸਾਨੂੰ ਆਪਣਾ ਨੈਰੇਟਿਵ ਦੱਸ ਰਹੇ ਨੇ, ਔਰ ਜਿਹੜੀਆਂ ਆਪਣੀਆਂ ਕਮੀਆਂ ਨੇ ਉਹਨਾਂ ਨੂੰ ਵੀ ਵਧਾ ਚੜਾ ਕੇ ਆਪਣੇ ਨੈਰੇਟਿਵ ਦੇ ਨਾਲ ਪੇਸ਼ ਕੀਤਾ ਜਾ ਰਿਹਾ, ਔਰ ਜਿਹੜੇ ਸਿੱਖਾਂ ਨੇ ਕੁਰਬਾਨੀਆਂ ਕੀਤੀਆਂ ਨੇ ਉਹਨਾਂ ਨੂੰ ਘਟਾ ਕੇ ਜਾਂ ਉਹਨਾਂ ਨੂੰ ਗੱਦਾਰੀ ਦੇ ਰੂਪ ਦੇ ਵਿੱਚ ਪੇਸ਼ ਕੀਤਾ ਜਾ ਰਿਹਾ। ਔਰ ਇਹ ਚੀਜ਼ ਅਸੀਂ ਪਿਛਲੇ ਦਿਨਾਂ ਦੇ ਵਿੱਚ ਵੈਰੀ ਵੈਲ ਬੜੇ ਵਧੀਆ ਤਰੀਕੇ ਨਾਲ ਦੇਖੀ ਹੈ। ਸਾਡੇ ਲੋਕ, ਮੈਨੂੰ ਲੱਗਦਾ ਕਿ ਜਿਵੇਂ ਅਸੀਂ ਸੋਸ਼ਲ ਮੀਡੀਆ ਦੇ ਉੱਤੇ ਇੱਕ ਨਰਿੰਦਰ ਮੋਦੀ ਦੇ ਬਿਆਨ ਤੋਂ ਬਾਅਦ ਅਸੀਂ ਸਾਰਿਆਂ ਨੇ ਆਪਣੀ ਆਪ ਦੇ ਵਿੱਚ ਹੀ ਇੱਕ ਜੰਗ ਛੇੜ ਦਿੱਤੀ, ਕਨਫਿਊਜ਼ਨ ਕ੍ਰੀਏਟ ਹੋ ਗਿਆ ਸਾਡੇ ਸਾਰਿਆਂ ਦੇ ਵਿੱਚ, ਇੱਕ ਦੂਜੇ ਦੇ ਉੱਤੇ ਸਵਾਲ ਚੱਕਣੇ ਸ਼ੁਰੂ ਕਰ ਦਿੱਤੇ। ਉਹ ਵੀ ਇਹੀ ਹੈ ਕਿ ਉਹਨਾਂ ਨੇ ਸਾਡੀਆਂ ਚੀਜ਼ਾਂ ਨੂੰ ਆਪਣੇ ਨੈਰੇਟਿਵ ਨਾਲ ਪੇਸ਼ ਕੀਤਾ, ਤਾਂ ਉਹਦੇ ਕਰਕੇ ਕਿਉਂਕਿ ਸਾਨੂੰ ਉਹਦਾ ਗਿਆਨ ਨਹੀਂ ਸੀਗਾ, ਆਪਣੇ ਨੈਰੇਟਿਵ ਦਾ ਸਾਡਾ ਪੱਖ ਸਾਨੂੰ ਪਤਾ ਨਹੀਂ ਸੀਗਾ, ਤਾਂ ਅਸੀਂ ਕਨਫਿਊਜ਼ ਹੋ ਗਏ, ਤਾਂ ਆਪਸ ਵਿੱਚ ਹੀ ਭਿੜਨਾ ਸ਼ੁਰੂ ਹੋ ਗਏ। ਕੀ ਕਹਿਣਾ ਚਾਹੋਗੇ ਪ੍ਰਭਜੋਤ ਭਾਜੀ ਇਸ ਤੇ? ਬਿਲਕੁਲ ਭਾਜੀ, ਗੱਲ ਉੱਥੇ ਹੀ ਆ ਜਾਂਦੀ ਮੁੱਕਦੀ ਗੱਲ, ਜਿਹੜੀ ਜਿੱਦਾਂ ਹੁਣ ਆਪਾਂ ਦੇਖੋ ਇਤਿਹਾਸ ਬਾਰੇ ਡਾਕਟਰ ਸਾਹਿਬ ਨੇ ਵੀ ਬਹੁਤ ਵਧੀਆ ਚਾਨਣਾ ਪਾਇਆ, ਆਪਾਂ ਕਿਤਾਬਾਂ ਵਿੱਚ ਵੀ ਸਾਰਿਆਂ ਨੇ ਪੜ੍ਹਦੇ ਹਾਂ ਆਪਾਂ। ਗੱਲ ਮੁੱਕਦੀ ਉੱਥੇ ਆ ਜਾਂਦੀ ਕਿ ਸਾਡੀ ਜਿਹੜੀ ਲੀਡਰਸ਼ਿਪ ਹੈ ਉਹਦਾ ਵਿਜ਼ਨ ਕੀ ਹੈਗਾ ਤੇ ਅਸੀਂ ਕਿੱਧਰ ਨੂੰ ਜਾ ਰਹੇ ਹਾਂ। ਜੇ ਆਪਾਂ ਦੇਖੀਏ, ਜਿਵੇਂ ਗੱਲ ਡਾਕਟਰ ਸਾਹਿਬ ਨੇ ਵੀ ਕੀਤੀ ਹੈ ਕਿ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਜਿਹੜਾ ਪੰਜਾਬ ਦਾ ਇਤਿਹਾਸ ਹੈ ਉਹ ਥੱਲੇ ਨੂੰ ਹੀ, ਗ੍ਰਾਫ ਜੇ ਆਪਾਂ ਦੇਖੀਏ ਤਾਂ ਗ੍ਰਾਫ ਥੱਲੇ ਨੂੰ ਹੀ ਜਾਂਦਾ ਦਿਸ ਰਿਹਾ ਆਪਾਂ ਨੂੰ। ਤੇ ਜਿਹੜੀ ਅੱਜ ਦੀ ਲੀਡਰਸ਼ਿਪ ਹੈ ਉਹਨਾਂ ਨੂੰ ਸਿਰਫ ਜਿਹੜੀ ਉਹਨਾਂ ਦੀ ਲਾਲਸਾ ਹੈ ਉਹ ਆਪਣੀਆਂ ਕੁਰਸੀਆਂ ਤੱਕ ਆ ਜਾਂ ਆਪਣੇ ਕਾਰੋਬਾਰਾਂ ਤੱਕ ਨੇ, ਪਰਿਵਾਰਵਾਦ ਵਿੱਚ ਘਿਰੀ ਹੋਈ ਹੈ। ਤੇ ਇਹਦਾ ਜਿਹੜਾ ਨਿਚੋੜ ਹੈ, ਇਹ ਵਿੱਚੋਂ ਜੇ ਆਪਾਂ ਨਿਕਲਣਾ ਹੈ, ਉਹਦਾ ਇਹੀ ਹੱਲ ਹੈ ਕਿ ਯੂਥ ਨੂੰ ਅੱਗੇ ਲਿਆਂਦਾ ਜਾਵੇ। ਤੇ ਇਹੀ ਹੁਣ ਆਪਾਂ ਜਦੋਂ ਡਾਕਟਰ ਸਾਹਿਬ ਦੁਆਰਾ ਇੱਕ ਵਾਰੀ ਕਨੈਕਟ ਕਰਦੇ ਨੇ, ਮੈਨੂੰ ਉਹਨਾਂ ਦਾ ਮੈਸੇਜ ਆਇਆ, ਉਹ ਕਰ ਰਹੇ ਨੇ ਟਰਾਈ। ਤੇ ਜਦੋਂ ਆਉਂਦੇ ਨੇ ਆਪਾਂ ਉਹਨਾਂ ਨੂੰ ਪੁੱਛਦੇ ਕਿ ਉਹਨਾਂ ਦੇ ਮੁਤਾਬਕ ਕੀ ਵਿਉਂਤਬੰਦੀ ਕੀਤੀ ਜਾ ਸਕਦੀ ਹੈ, ਜਿਹੜਾ ਯੂਥ ਆਪਣਾ ਆਪਾਂ ਅੱਗੇ ਲਿਆਈਏ ਤੇ ਜਿਨ੍ਹਾਂ ਨੂੰ ਪਰਖਿਆ ਹੋਇਆ ਉਹਨਾਂ ਨੂੰ ਕਹੀਏ, ਚਾਹੇ ਜਾਂ ਤਾਂ ਉਹ ਗਾਈਡ ਕਰਨ ਜਾਂ ਫਿਰ ਉਹ ਲਾਂਭੇ ਹੋ ਕੇ ਬੈਠ ਜਾਣ, ਤਾਂ ਕਿ ਕਮਾਂਡ ਜਿਹੜੀ ਹੈ ਯੂਥ ਦੇ ਹੱਥ ਦਿੱਤੀ ਜਾਵੇ। ਸੋ ਉਧਰ ਨੂੰ ਹੌਲੀ ਹੌਲੀ ਆਪਾਂ ਗੱਲ ਨੂੰ ਤੋਰਾਂਗੇ। ਦੇਖਦੇ ਹਾਂ ਡਾਕਟਰ ਸਾਹਿਬ ਵੱਲੋਂ ਉਹਨਾਂ ਦੇ ਵਿਚਾਰ ਸੁਣਾਂਗੇ, ਕੀ ਕਹਿਣਾ ਚਾਹੁੰਦੇ ਨੇ ਇਸ ਬਾਰੇ। ਹਾਂਜੀ ਵੀਰ ਜੀ, ਮੇਰਾ ਇੰਟਰਨੈਟ ਕਨੈਕਸ਼ਨ ਥੋੜਾ ਪਿੰਡ ਦੇ ਵਿੱਚ ਹੋਣ ਕਰਕੇ ਉਹ ਕਈ ਵਾਰੀ ਪ੍ਰੋਬਲਮ ਆ ਜਾਂਦੀ। ਹਾਂਜੀ, ਕੋਈ ਪ੍ਰੋਬਲਮ ਨਹੀਂ ਜੀ, ਇਹ ਹੋ ਜਾਂਦਾ ਹੈ ਡੈਫੀਨਿਟਲੀ। ਆਵਾਜ਼ ਠੀਕ ਆ ਰਹੀ? ਹਾਂਜੀ, ਆਵਾਜ਼ ਬਹੁਤ ਵਧੀਆ ਆ ਰਹੀ ਜੀ। ਆਪ ਜੀ ਦੀ ਆਵਾਜ਼ ਠੀਕ ਹੈ ਜੀ। ਤਾਂ ਆਪ ਜੀ ਨੂੰ ਪਹਿਲਾਂ ਪ੍ਰਭਜੋਤ ਭਾਈ ਦਾ ਕੁਐਸਚਨ ਹੋ ਗਿਆ ਸੀ ਕਿ ਪ੍ਰਭਜੋਤ ਭਾਜੀ ਰਿਪੀਟ ਕਰ ਦਿਓ। ਆਪਾਂ ਗੱਲ ਠੀਕ ਹੈ। ਅੱਛਾ ਵੀਰ ਜੀ, ਮੈਂ ਵੀਰ ਜੀ ਪ੍ਰਭਜੋਤ ਭਾਈ ਦੇ ਸਵਾਲਾਂ ਦਾ ਜਵਾਬ, ਹਾਂਜੀ ਬਿਲਕੁਲ ਜੀ, ਮੈਂ ਉਸੇ ਸਵਾਲ ਦਾ ਜਵਾਬ ਦੇਣ ਲੱਗਾ। ਵੇਖੋ ਪ੍ਰਭਜੋਤ ਵੀਰ ਜੀ, ਇਹਦੇ ਚ ਕੋਈ ਸ਼ੱਕ ਨਹੀਂ ਕਿ ਜਦੋਂ ਪਹਿਲੀ ਗੱਲ ਤਾਂ ਬਿਲਕੁਲ ਜੀ ਪ੍ਰਭਜੋਤ ਵੀਰ ਜੀ, ਜਦੋਂ ਅੱਜ ਅਸੀਂ ਟਰਾਂਸਫਰਮੇਸ਼ਨਸ ਆਫ ਪਾਵਰ ਦੀ ਗੱਲ ਕਰਦੇ ਹਾਂ ਕਿ ਜਦੋਂ ਸਾਡਾ ਰਾਜ ਗਿਆ, ਤਾਂ ਮੈਂ ਪਿੱਛੇ ਜੇ ਕੁਝ ਡਾਕੂਮੈਂਟਸ ਵੇਖ ਰਿਹਾ ਸੀ, ਉਹਦੇ ਵਿੱਚ ਸੀਗਾ ਸਸਪੈਂਸ਼ਨ ਸ਼ਬਦ, ਕਿ ਸਸਪੈਂਡ ਕੀਤਾ ਗਿਆ। ਸੋ ਪਹਿਲੀ ਗੱਲ ਤਾਂ ਇਹ ਕਿ ਉਹਦੇ ਪ੍ਰਤੀ ਇੱਕ ਸਦੀ ਦੇ ਵਿੱਚ, ਤਕਰੀਬਨ 100 ਸਾਲ ਦੇ ਵਿੱਚ, ਅਸੀਂ ਕੋਈ ਬਹੁਤ ਜ਼ਿਆਦਾ ਉਪਰਾਲਾ ਨਹੀਂ ਕਰ ਸਕੇ, ਤਕਰੀਬਨ ਇੱਕ ਲੰਬੇ ਸਮੇਂ ਦੇ ਵਿੱਚ, ਕਿ ਅਸੀਂ ਆਪਣੇ ਗੁਆਚੇ ਹੋਏ ਰਾਜ ਨੂੰ ਲੈਣਾ ਕਿਵੇਂ। ਦੂਸਰੀ ਗੱਲ, ਕੋਈ ਸ਼ੱਕ ਨਹੀਂ, ਸਿੱਖ ਲੀਡਰਾਂ ਨੇ ਵੀ ਅੰਗਰੇਜ਼ਾਂ ਦੇ ਨਾਲ ਸੰਬੰਧ ਰੱਖੇ। ਸਿੰਘ ਸਭਾ ਲਹਿਰ ਦੇ ਚੰਗੇ ਸੰਬੰਧ ਸੀ, ਬਾਕੀ ਲੀਡਰਾਂ ਦੇ ਚੰਗੇ ਸੰਬੰਧ ਨਹੀਂ। ਸੰਬੰਧ ਜਿਨਾਹ ਨੇ ਵੀ ਰੱਖੇ, ਸੰਬੰਧ ਨਹਿਰੂ ਨੇ ਵੀ ਰੱਖੇ, ਸੰਬੰਧ ਡੋਗਰਿਆਂ ਨੇ ਵੀ ਰੱਖੇ। ਪਰ ਤੁਸੀਂ ਵੇਖੋ ਕਿ ਨਹਿਰੂ, ਜਿਨਾਹ ਔਰ ਡੋਗਰੇ ਜਿਹੜੇ ਨੇ, ਉਹ ਤੇ ਆਪੋ ਆਪਣੀਆਂ ਰਿਆਸਤਾਂ ਤੇ ਰਾਜ ਲੈਣ ਦੇ ਵਿੱਚ ਕਾਮਯਾਬ ਰਹੇ। ਪਰ ਕਿਤੇ ਨਾ ਕਿਤੇ ਸਾਡੀ ਜਿਹੜੀ ਲੀਡਰਸ਼ਿਪ ਹੈ, ਇਹਨੇ ਟੇਬਲ ਟਾਕ ਤੇ ਆ ਕੇ ਸਿੱਖ ਕੌਮ ਦਾ ਜਿਹੜਾ ਆਜ਼ਾਦੀ ਦਾ ਪੱਖ ਸੀ, ਉਹ ਉਹਨਾਂ ਦੇ ਸਾਹਮਣੇ ਵਧੀਆ ਤਰੀਕੇ ਦੇ ਨਾਲ ਨਹੀਂ ਰੱਖਿਆ। ਭਾਵੇਂ ਕਿ ਉਹਨਾਂ ਦੇ ਜਿਹੜੇ ਕਲੋਨੀਅਲ ਰੂਲ ਨੇ, ਉਹ ਇਹ ਗੱਲ ਕਹਿੰਦੇ ਸੀ ਕਿ ਜਿਸ ਵੀ ਕੌਮੀਅਤ ਦਾ ਹੱਕ ਜਿਹੜਾ ਲਿਆ ਗਿਆ ਜਾਂ ਜਿਸ ਰਾਜ ਦੇ ਉੱਪਰ ਕਬਜ਼ਾ ਕੀਤਾ ਗਿਆ, ਛੱਡਣ ਦੇ ਸਮੇਂ ਉਹ ਜਿਹੜਾ ਖਿੱਤਾ ਜਾਂ ਉਹ ਇਲਾਕਾ ਹੈ ਉਸ ਨੂੰ ਹੀ ਦਿੱਤਾ ਜਾਵੇ। ਪਰ ਤੁਸੀਂ ਇੱਕ ਗੱਲ ਵੇਖੋ ਕਿ ਜਦੋਂ ਡੋਗਰਿਆਂ ਨੂੰ ਰਾਜ ਮਿਲਦਾ ਹੈ ਜੰਮੂ ਕਸ਼ਮੀਰ ਦਾ, ਭਾਵੇਂ ਕਿ ਬਾਅਦ ਦੇ ਵਿੱਚ ਉਹ ਵੀ ਪਟੇਲ ਦੇ ਯਤਨਾਂ ਦੇ ਨਾਲ ਜਾਂ ਨਹਿਰੂ ਦੇ ਯਤਨਾਂ ਦੇ ਨਾਲ ਉਹਨਾਂ ਦੇ ਕੋਲੋਂ ਹਥਿਆਇਆ ਜਾਂਦਾ ਹੈ, ਪਰ ਉਹ ਕੇਵਲ ਆਪਣਾ ਰਾਜ ਹੀ ਨਹੀਂ ਲੈਂਦੇ, ਬਲਕਿ 75,000 ਨਾਨਕਸ਼ਾਹੀ ਸਿੱਕਾ ਅੰਗਰੇਜ਼ਾਂ ਨੂੰ ਦੇ ਕੇ ਤੇ ਉਹ ਉਸ ਵੇਲੇ ਲੇਹ ਲਦਾਖ ਦਾ ਉਹ ਇਲਾਕਾ ਵੀ ਲੈ ਲੈਂਦੇ ਨੇ ਜਿਹੜਾ ਕਿ ਸਿੱਖ ਰਾਜ ਦਾ ਹਿੱਸਾ ਸੀ। ਇਹਦਾ ਮਤਲਬ ਕਿ ਕਿਤੇ ਨਾ ਕਿਤੇ ਉਹ ਸਾਡੇ ਰਾਜ ਦੇ ਇੱਕ ਛੋਟੇ ਅਹੁਦੇਦਾਰ ਮਾਨਸਿਕ ਤੌਰ ਤੇ ਆਪਣੀ ਕੌਮੀਅਤ ਪ੍ਰਤੀ ਇੰਨੇ ਚੇਤਨ ਸਨ ਕਿ ਉਹਨਾਂ ਨੇ ਆਪਣਾ ਹਿੱਸਾ ਨਹੀਂ ਲਿਆ, ਬਲਕਿ ਸਾਡਾ ਜਿੱਤਿਆ ਹੋਇਆ ਵੀ ਅੰਗਰੇਜ਼ਾਂ ਦੇ ਕੋਲੋਂ ਖਰੀਦਿਆ। ਇਹਦੇ ਬਕਾਇਦਾ ਡਾਕੂਮੈਂਟਡ ਪ੍ਰੂਫ ਨੇ। ਸੋ ਜਦੋਂ ਅਸੀਂ ਆਪਣੀ ਕੌਮੀਅਤ ਦੀ ਗੱਲ ਕਰਦੇ ਹਾਂ, ਜਿਹੜਾ ਤੁਹਾਡੇ ਸਵਾਲ ਦਾ ਅਗਲਾ ਹਿੱਸਾ ਕਿ ਅੱਜ, ਹੁਣ ਜੇ ਮੈਂ ਅੱਜ ਦੀ ਗੱਲ ਕਰਾਂ ਤੇ ਇਹ ਮਤ ਸੋਚੀਏ ਕਿ ਸਾਡੀ ਕੌਮ ਦੇ ਵਿੱਚ ਚੇਤਨਤਾ ਨਹੀਂ ਹੈ, ਜੇਕਰ ਇਸ ਚੇਤਨਤਾ ਨੂੰ ਚੰਗੀ ਅਗਵਾਈ ਦੇਣ ਵਾਲਾ ਸਾਡੇ ਕੋਲ ਲੀਡਰ ਹੋਵੇ। ਮੈਂ ਤੁਹਾਨੂੰ ਇੱਕ ਉਦਾਹਰਨ ਦਿੰਦਾ, ਜੇਕਰ ਅਸੀਂ ਵੋਟ ਪ੍ਰਤੀਸ਼ਤ ਵੇਖੀਏ
ਤਾਂ ਸਾਡੀ ਹਿੰਦੁਸਤਾਨ ਦੇ ਵਿੱਚ ਜਿਹੜੀ ਵੋਟ ਦੀ ਪਰਸੈਂਟੇਜ ਹੈ, ਜਿਹੜੀ ਵੋਟ ਪ੍ਰਤੀਸ਼ਤ ਹੈ, ਤਕਰੀਬਨ 1.5 ਤੋਂ 2% ਬਣਦੀ ਹੈ। ਜੇ ਅਸੀਂ ਮੁਸਲਮਾਨਾਂ ਦੀ ਵੋਟ ਪ੍ਰਤੀਸ਼ਤ ਵੇਖੀਏ ਤੇ ਉਹ 18.5 ਤੋਂ 19% ਦੇ ਵਿੱਚ ਬਣਦੀ ਹੈ। ਪਰ ਜਿਹੜੀ ਸਿੱਖਾਂ ਦੀ 1.5% ਵੀ ਚੇਤਨਤਾ ਹੈ, ਜੇਕਰ ਉਹ ਇਕੱਠੀ ਹੋ ਜਾਵੇ, ਉਹਦੇ ਕੋਲ ਕੋਈ ਨਿਸ਼ਾਨਾ ਹੋਵੇ, ਉਹਦੇ ਕੋਲ ਚੰਗੀ ਲੀਡਰਸ਼ਿਪ ਹੋਵੇ, ਤਾਂ ਇਹ ਆਪਣੇ ਜੇਲ੍ਹਾਂ ਦੇ ਵਿੱਚ ਬੈਠੇ ਲੀਡਰਾਂ ਨੂੰ ਵੀ 13 ਦੇ 13 ਹੀ ਪੰਜਾਬ ਦੇ ਵਿੱਚੋਂ ਭੇਜ ਦਿੰਦੀ ਹੈ ਪਾਰਲੀਮੈਂਟ ਦੇ ਵਿੱਚ। ਤੇ ਦੂਜੇ ਬੰਨੇ ਜਿਨ੍ਹਾਂ ਦੇ ਕੋਲ 18-19% ਹੈ, ਉਹਨਾਂ ਦੀ ਚੇਤਨਤਾ ਇੰਨੀ ਜ਼ਿਆਦਾ ਖਿੰਡ ਗਈ ਹੈ ਕਿ ਇਸ ਵੇਲੇ ਉਹਨਾਂ ਦਾ ਇੱਕ MP ਹੈ ਮੁਸਲਮਾਨਾਂ ਦਾ ਸਾਰੀ ਪਾਰਲੀਮੈਂਟ ਦੇ ਵਿੱਚ। ਸੋ ਇਹਦਾ ਮਤਲਬ ਕਿ ਚੇਤਨਤਾ ਦੇ ਪੱਖ ਤੋਂ ਸਾਡੇ ਯੂਥ ਦੇ ਵਿੱਚ, ਸਾਡੇ ਨੌਜਵਾਨਾਂ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਘਾਟ ਨਹੀਂ ਹੈ। ਘਾਟ ਯੋਗ ਲੀਡਰਸ਼ਿਪ ਦੀ ਹੈ ਕਿ ਜਿਹੜੀ ਅਜੇ ਤੱਕ ਇਹਨਾਂ ਨੂੰ ਵਧੀਆ ਅਗਵਾਈ ਦੇਣ ਤੋਂ ਅਸਮਰੱਥ ਹੈ। ਤੇ ਮੈਂ ਇੱਕ ਹੋਰ ਵੀ ਬੇਨਤੀ ਕਰਾਂ, ਕਿਉਂਕਿ ਸਾਰਾ ਜਿਹੜਾ ਸਾਡਾ ਹੁਣ ਇੱਥੇ ਜਿਹੜਾ ਦਰਸ਼ਕ ਵਰਗ ਹੈ ਉਹ ਵੀ ਸੋਸ਼ਲ ਮੀਡੀਆ ਵਾਲਾ। ਵੇਖੋ, ਮੈਨੂੰ ਇੰਜ ਲੱਗਦਾ ਵੀ ਇਸ ਵੇਲੇ ਜੇਕਰ ਧਾਰਮਿਕ ਤੌਰ ਤੇ ਤੁਸੀਂ ਸੋਸ਼ਲ ਮੀਡੀਆ ਦੀ ਗੱਲ ਕਰੋ ਤੇ ਸਭ ਤੋਂ ਵੱਧ ਜੇਕਰ ਧਾਰਮਿਕ ਵੈਬਸਾਈਟਸ ਨੇ, ਧਾਰਮਿਕ ਸਾਈਟਸ ਨੇ, ਧਾਰਮਿਕ ਗਰੁੱਪ ਨੇ, ਤੇ ਉਹ ਸਭ ਤੋਂ ਵੱਧ ਸਿੱਖਾਂ ਦੇ ਨੇ। ਮੇਰੇ ਖਿਆਲ ਨਾਲ ਇੱਕ ਵਾਰੀ ਮੈਨੂੰ ਕਿਸੇ ਨੇ ਡਾਟਾ ਭੇਜਿਆ ਸੀ, ਮੇਰੇ ਖਿਆਲ 4360 ਧਾਰਮਿਕ ਵੈਬਸਾਈਟ ਜਿਹੜੀਆਂ ਉਹ ਸਾਡੀਆਂ ਨੇ, ਕਿਸੇ ਹੋਰ ਧਰਮ ਦੀਆਂ ਇੰਨੀਆਂ ਨਹੀਂ ਹੈਗੀਆਂ। ਪਰ ਉਹਦੇ ਮੁਕਾਬਲੇ ਜੇਕਰ ਤੁਸੀਂ ਵੇਖੋ ਕਿ ਉਹਨਾਂ 4000 ਵੈਬਸਾਈਟਾਂ ਦੇ ਵਿੱਚੋਂ ਸਿੱਖ ਨੌਜਵਾਨ ਕੋਈ ਇੱਕ ਪੱਖ ਦੀ ਸੇਧ ਲੈ ਸਕੇ ਤੇ ਤੁਸੀਂ ਇੱਕ ਵੀ ਨਹੀਂ ਦੱਸ ਸਕਦੇ। ਉਹਦਾ ਕਾਰਨ ਕੀ ਹੈ ਕਿ ਸਾਡੇ ਕੋਲ ਜਿਹੜਾ ਸਿੱਖ ਸਕੂਲ ਆਫ ਥਾਟ ਸੀਗਾ, ਜਿਹਦੀ ਮੈਂ ਪਿੱਛੇ ਗੁਰਿੰਦਰ ਜੀ ਨਾਲ ਵੀ ਗੱਲ ਕੀਤੀ ਸੀ, ਕਿ ਜਿਹੜਾ ਡਾਕਟਰ ਗੰਡਾ ਸਿੰਘ ਵਾਲਾ ਸੀ, ਜਿਹੜਾ ਗਿਆਨੀ ਦਿੱਤ ਸਿੰਘ ਵਾਲਾ ਸੀ, ਜਿਹੜਾ ਕਾਹਨ ਸਿੰਘ ਨਾਭਾ ਵਾਲਾ ਸੀ, ਨਹੀਂ, ਹੁਣ ਸਾਡੇ ਵਿੱਚ ਮੈਨੂੰ ਇੰਝ ਲੱਗਦਾ ਕਿ ਸਾਰੇ ਵਿਦਵਾਨ ਨੇ ਤੇ ਹਰ ਇਨਸਾਨ ਚਾਹ ਰਿਹਾ ਹੈ ਕਿ ਯੂਥ ਮੈਨੂੰ ਫੋਲੋ ਕਰੇ। ਤੇ ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਕਦੀ ਕਿਸੇ ਦੇ ਫੈਨ ਨਾ ਬਣੋ, ਨਾ ਮੇਰੇ ਨਾ ਕਿਸੇ ਹੋਰ ਦੇ। ਸਾਡੇ 'ਚ ਇਹ ਜਿਹੜੀ ਫੈਨ ਬਣਨ ਦੀ ਪ੍ਰਵਿਰਤੀ ਆ, ਮੈਂ ਇਹਨੂੰ ਕਹਿੰਦਾ ਜਗਤ ਕੀ ਭੇਡਾਂ ਚਾਲ ਚਲਤੇ ਕੇ ਪਾਛੇ ਚਲੇ। ਇਹ ਤੋਂ ਸਾਨੂੰ ਗਰੇਜ ਕਰਨਾ ਪਵੇਗਾ। ਇਨਸਾਨ ਮੈਂ ਹਾਂ, ਲਿਖਣ ਦੇ ਵਿੱਚ, ਬੋਲਣ ਦੇ ਵਿੱਚ ਤੁਹਾਡੇ ਨਾਲ ਇਸ ਵਿਚਾਰ ਚਰਚਾ 'ਚ ਇੱਕ ਨਹੀਂ ਅਨੇਕਾਂ ਗਲਤੀਆਂ ਕਰ ਸਕਦਾ ਹੈ, ਪਰ ਤੁਹਾਡੀ ਜਾਂ ਦਰਸ਼ਕਾਂ ਦੀ ਸਿਆਣਪ ਇਹ ਹੋਣੀ ਚਾਹੀਦੀ ਹੈ ਕਿ ਉਹ ਮੇਰੀ ਉਹ ਗੱਲ ਲੈਣ ਜਿਹੜੀ ਗੱਲ ਦੇ ਨਾਲ ਕੌਮੀ ਹਿੱਤਾਂ ਨੂੰ ਫਾਇਦਾ ਹੋ ਸਕਦਾ ਹੈ। ਜੇ ਮੇਰੀ ਕੋਈ ਗੱਲ ਕੌਮ ਦੇ ਮਤਭੇਦ ਵਧਾ ਰਹੀ ਹੈ, ਕੌਮੀ ਹਿੱਤਾਂ ਦਾ ਨੁਕਸਾਨ ਕਰ ਰਹੀ ਹੈ, ਤਾਂ ਉਸ ਗੱਲ ਨੂੰ ਛੱਡ ਦੇਣਾ ਚਾਹੀਦਾ। ਮੈਨੂੰ ਸਮਝਣਾ ਚਾਹੀਦਾ ਕਿ ਇਹਦੀ ਇਹ ਗੱਲ ਸਾਡੀ ਮਾਨਸਿਕਤਾ ਦੇ ਬਰਾਬਰ ਦੀ ਨਹੀਂ ਹੈਗੀ। ਪਰ ਇੱਥੇ ਸਮੱਸਿਆ ਕਿ ਅਸੀਂ ਧਾਰਮਿਕ ਤੌਰ ਤੇ, ਰਾਜਨੀਤਿਕ ਤੌਰ ਤੇ, ਸਮਾਜਿਕ ਤੌਰ ਤੇ ਕੌਮ ਨੂੰ ਇੰਨੀ ਵੱਡੀ ਧੜੇਬੰਦੀ 'ਚ ਵੰਡ ਦਿੱਤਾ ਹੈ। ਤੇ ਜੇ ਤੁਸੀਂ ਗੁੱਸਾ ਨਾ ਕਰੋ ਤੇ ਮੈਂ ਕਹਾਂ ਕਿ ਵਿਦੇਸ਼ਾਂ 'ਚ ਬੈਠਾ ਸਿੱਖ ਉਹਦਾ ਜ਼ਿਆਦਾ ਦੋਸ਼ੀ ਇਸ ਕਰਕੇ ਹੈ ਕਿ ਪੰਜਾਬ ਦੇ ਵਿੱਚ ਤਾਂ ਅਸੀਂ ਸਮਝ ਸਕਦੇ ਹਾਂ ਕਿ ਸਾਡੀਆਂ ਕਈ ਗੱਲਾਂ ਨੇ ਧੜੇਬੰਦੀ ਦੀਆਂ, ਪਰ ਵਿਦੇਸ਼ਾਂ ਦੇ ਵਿੱਚ ਤਾਂ ਸਾਡੇ ਧੜੇਬੰਦੀ ਕਰਕੇ ਤੁਸੀਂ ਆਪਣੀਆਂ ਧੜੇਬੰਦੀਆਂ ਪੈਦਾ ਕਰ ਲਈਆਂ। ਬਿਲਕੁਲ ਸਹੀ ਹੈ। ਇਹਨਾਂ ਸਾਰੀਆਂ ਗੱਲਾਂ ਨੂੰ ਸਾਨੂੰ ਕਿਤੇ ਨਾ ਕਿਤੇ ਸਮਝਣਾ ਪਵੇਗਾ ਕਿ ਅੱਜ ਜਿਹੜੀ ਤੁਸੀਂ ਧਰਮ ਦੇ ਵਿੱਚ ਦਖਲ ਅੰਦਾਜ਼ੀ ਦੀ ਗੱਲ ਕੀਤੀ ਹੈ, ਜਿਹੜਾ ਤੁਹਾਡਾ ਦੂਜਾ ਸਵਾਲ। ਜੀ 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 ਵੀਰ ਜੀ, ਵੇਖੋ, ਧਰਮ ਦੇ ਵਿੱਚ ਦਖਲ ਅੰਦਾਜ਼ੀ ਉਸ ਵੇਲੇ ਸ਼ੁਰੂ ਹੁੰਦੀ ਹੈ ਜਦੋਂ ਅਸੀਂ ਆਪਣੇ ਧਰਮ ਦੀਆਂ, ਜਿਹੜੀ ਭਾਈ ਗੁਰਦਾਸ ਨੇ ਬੜੀ ਪਿਆਰੀ ਗੱਲ ਕਹੀ ਹੈ, ਉਹ ਕਹਿੰਦੇ ਖੇਤ ਵਾੜ ਜਿਉਂ ਢਿੰਗਰੀ ਕਿੱਕਰ ਆਸ ਪਾਸ ਜਿਉਂ ਬਾਗੇ, ਸੱਪ ਪਲੀਤੇ ਚੰਨਣੇ ਬੂਹੇ ਜਿੰਦਾ ਕੁੱਤਾ ਜਾਗੇ। ਜਦੋਂ ਤੁਸੀਂ ਆਪਣੇ ਜਿਹੜਾ ਧਰਮ ਹੈ ਉਹਦੀ ਵਾੜ ਮਜ਼ਬੂਤ ਨਹੀਂ ਕਰੋਗੇ ਤਾਂ ਕਿਤੇ ਨਾ ਕਿਤੇ ਲੋਕ ਜਿਹੜੇ ਨੇ, ਉਹ ਤੁਹਾਡੇ ਜਿਹੜੇ ਗੈਰ ਧਰਮੀ ਲੋਕ ਨੇ, ਉਹ ਤੁਹਾਡੇ ਧਰਮ ਦੇ ਵਿੱਚ ਦਖਲ ਅੰਦਾਜ਼ੀ ਕਰਨਗੇ। ਤੇ ਅੱਜ ਉਹੀ ਕੁਝ ਤੁਸੀਂ, ਉਹਦਾ ਨਤੀਜਾ ਹੀ ਤੁਸੀਂ ਵੇਖ ਰਹੇ ਹੋ। ਹੁਣ ਤੁਸੀਂ ਵੇਖੋ ਕਿ ਜੇਕਰ ਰਾਮ ਮੰਦਿਰ ਦੇ ਉਦਘਾਟਨ ਦੀ ਗੱਲ ਆਉਂਦੀ ਹੈ, ਕਿਉਂਕਿ ਹੁਣ ਵੀ ਗੱਲ ਹੋਈ ਸੀ ਕਿ ਸਭ ਤੋਂ ਵੱਡਾ ਮੁੱਦਾ ਜਿਹੜਾ ਇਹੀ ਚੁੱਕਿਆ ਗਿਆ। ਪਹਿਲੀ ਗੱਲ ਤੇ ਮੈਂ ਫਿਰ ਇੱਕ ਹੋਰ ਬੇਨਤੀ ਕਰ ਦੇਵਾਂ ਕਿ ਜਦੋਂ ਧਾਰਾ 370 ਦੀ ਗੱਲ ਆਉਂਦੀ ਹੈ ਤੇ ਅੱਜ ਤੋਂ ਮੇਰੇ ਖਿਆਲ ਦੇ ਨਾਲ 15-20 ਸਾਲ ਪਹਿਲਾਂ ਅਸੀਂ ਇਹ ਕਹਿੰਦੇ ਹੁੰਦੇ ਸੀਗੇ ਕਿ ਜਿਹੜੇ ਵੱਖਰੇ ਰਾਖਵੇਂ ਹੱਕ ਜੰਮੂ ਕਸ਼ਮੀਰ ਨੂੰ ਨੇ, ਜੇ ਉਹ ਪੰਜਾਬ ਨੂੰ ਮਿਲ ਜਾਣ ਤੇ ਸਾਡੇ ਬੜੇ ਮਸਲੇ ਹੱਲ ਹੋ ਜਾਂਦੇ ਨੇ। ਇੱਥੇ ਹੁਣ ਜਦੋਂ ਧਾਰਾ 370 ਖਤਮ ਕਰ ਦਿੱਤੀ ਗਈ ਹੈ ਤਾਂ ਸਾਨੂੰ ਇਸ ਗੱਲ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਜਿਨ੍ਹਾਂ ਦੇ ਕੋਲ ਰਾਜ ਹੁੰਦਾ ਉਹ ਧਾਰਾ ਲਾ ਵੀ ਸਕਦੇ ਨੇ ਤੇ ਧਾਰਾ ਲਾ ਵੀ ਸਕਦੇ ਨੇ। ਇਹ ਕੋਈ ਆਜ਼ਾਦੀ ਨਹੀਂ ਹੁੰਦੀ। ਪਹਿਲੀ ਗੱਲ ਤਾਂ ਇਹ ਹੈ। ਦੂਸਰੀ ਗੱਲ ਇਹ ਹੈ ਕਿ ਜਦੋਂ ਅੱਜ ਰਾਮ ਮੰਦਿਰ ਦੀ ਗੱਲ ਵੀ ਆਉਂਦੀ ਹੈ ਤੇ ਉਹਦੇ ਵਿੱਚ ਸਿੱਖਾਂ ਦੀ ਸ਼ਮੂਲੀਅਤ, ਮੇਰਾ ਕਹਿਣ ਤੋਂ ਭਾਵ ਨਹੀਂ ਕਿ ਸਿੱਖਾਂ ਨੇ ਸ਼ਮੂਲੀਅਤ ਕੀਤੀ ਹੈ, ਪਰ ਸਿੱਖਾਂ ਦੀ ਸ਼ਮੂਲੀਅਤ ਜਿਹੜੀ ਹੈ ਉਹਨੂੰ ਹੀ ਕਿਉਂ ਜ਼ਰੂਰੀ ਬਣਾਇਆ ਜਾਂਦਾ ਹੈ?
ਵੀ ਸਿੱਖ ਆਉਣ, ਜਾਂ ਦੇਸ਼ ਦੀ ਇੰਨੀ ਵੱਡੀ ਉਹ ਸਟੇਟ ਜਿਹੜੀ ਰਾਸ਼ਟਰੀ ਪੱਧਰ ਦੇ ਉੱਪਰ ਹੈ, ਉਸ ਸਟੇਜ ਦੇ ਉੱਪਰ ਜਦੋਂ ਅੰਤਰਰਾਸ਼ਟਰੀ ਮੀਡੀਆ ਦੀਆਂ ਨਜ਼ਰਾਂ ਲੱਗੀਆਂ ਹੋਈਆਂ ਨੇ, ਤਾਂ ਉੱਥੇ ਸਿੱਖਾਂ ਦੀ ਕਹਿ ਸਕਦੇ ਹੋ ਕਿ ਸਾਹਿਤਕ ਤੌਰ ਤੇ ਸ਼ਮੂਲੀਅਤ ਜਿਹੜੀ ਹੈ ਉਹ ਕਿਉਂ ਕਰਵਾਈ ਜਾਂਦੀ ਹੈ? ਉਹ ਇਸ ਗੱਲ ਨੂੰ ਸਮਝਣ ਦੀ ਲੋੜ ਹੈ। ਵੇਖੋ, ਇਸ ਗੱਲ ਨੂੰ ਬੜੇ ਧਿਆਨ ਦੇ ਨਾਲ ਸੋਚਿਓ। ਜਿਹੜਾ ਦਲੀਪ ਸਿੰਘ ਨਾਮਧਾਰੀ ਦਾ ਬਿਆਨ ਹੈ, ਉਹ ਸਿੱਖਾਂ ਨੂੰ ਦੋ ਰੂਪਾਂ ਦੇ ਵਿੱਚ ਨਿਸ਼ਾਨਾ ਬਣਾਉਂਦਾ ਹੈ। ਇੱਕ ਤੇ ਸਿੱਖਾਂ ਨੂੰ ਇਸਲਾਮ ਦੇ ਖਿਲਾਫ ਭੜਕਾਉਂਦਾ ਹੈ, ਤੇ ਦੂਸਰਾ ਉਹ ਕਹਿੰਦਾ ਹੈ ਕਿ ਸਿੱਖਾਂ ਨੂੰ ਤਾਂ ਈਸਾਈਆਂ ਦੇ ਦੁਸ਼ਮਣ ਹੋਣਾ ਚਾਹੀਦਾ, ਨਾ ਕਿ ਸੰਘ ਦੇ। ਹੁਣ ਤੁਸੀਂ ਇੱਕ ਗੱਲ ਵੇਖੋ ਕਿ ਤਕਰੀਬਨ 1984 ਤੋਂ ਬਾਅਦ ਜਦੋਂ ਪੰਜਾਬ ਦੇ ਵਿੱਚ ਇੱਕ ਖਾਸ ਤਰ੍ਹਾਂ ਦਾ ਸਰਕਾਰੀ ਦਮਨ ਚੱਲਦਾ ਹੈ, ਤੇ ਇੰਨਾ ਹੀ ਜ਼ਿਆਦਾ ਦਮਨ ਚੱਕਰ ਦੇ ਵਿੱਚੋਂ ਜੇਕਰ ਪੰਜਾਬ ਦਾ ਨੌਜਵਾਨ ਪੰਜਾਬ ਤੋਂ ਹਿਜਰਤ ਕਰਕੇ ਆਪਣੀ ਜਾਨ ਬਚਾਉਣ ਦੇ ਵਾਸਤੇ ਜਾਂ ਆਪਣੇ ਪਰਿਵਾਰਾਂ ਨੂੰ ਪਾਲਣ ਦੇ ਵਾਸਤੇ ਉਹ ਬਾਹਰ ਨਿਕਲਦਾ ਹੈ, ਤੇ ਉਹਦੇ ਕੋਲ ਦੋ ਹੀ ਧਰਮਾਂ ਦੇ ਦੇਸ਼ ਨੇ ਜਿਹੜੇ ਕਿਤੇ ਨਾ ਕਿਤੇ ਉਹਦੀ ਰੋਜੀ ਰੋਟੀ ਦਾ ਸਾਧਨ ਬਣਦੇ ਨੇ। ਇੱਕ ਉਹ ਨੇ ਜਿਹੜੇ ਈਸਾਈ ਦੇਸ਼ ਨੇ, ਚਾਹੇ ਯੂਰਪ ਦੇ ਵਿੱਚ ਹੈ, ਚਾਹੇ ਇੰਗਲੈਂਡ ਦੇ ਵਿੱਚ ਹੈ, ਚਾਹੇ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, ਉਹ ਦੇਸ਼ ਨੇ। ਦੂਜੇ ਬੰਨੇ ਸਾਡੇ ਜਿਹੜੇ ਮੱਧ ਵਰਗੀ ਪਰਿਵਾਰ ਨੇ, ਜਿਹੜੇ ਦੇਸ਼ਾਂ ਦੇ ਵਿੱਚ ਆਪਣੇ ਪਰਿਵਾਰ ਪਾਲ ਰਹੇ ਨੇ, ਉਹ ਸਾਰੇ ਇਸਲਾਮਿਕ ਕੰਟਰੀ ਨੇ, ਚਾਹੇ ਉਹ ਦੁਬਈ ਹੈ, ਚਾਹੇ ਦੋਹਾ ਕਤਰ ਹੈ, ਚਾਹੇ ਉਹ ਆਬੂ ਧਾਬੀ ਹੈ, ਚਾਹੇ ਬਹਿਰੀਨ ਹੈ। ਉਹਦਾ ਤੁਸੀਂ ਹੁਣ ਉੱਥੇ ਵੇਖੋ ਕਿ ਜਿੱਥੇ ਵੀ ਸਿੱਖ ਨੌਜਵਾਨ ਰੋਜੀ ਰੋਟੀ ਦੇ ਵਾਸਤੇ ਜਾਂ ਆਪਣੇ ਧਰਮ ਦੇ ਅਕੀਦੇ ਦੇ ਅਨੁਸਾਰ ਸਰਵਾਈਵ ਕਰ ਸਕਦਾ ਹੈ, ਉਹਨੂੰ ਨਿਸ਼ਾਨਾ ਬਣਾਇਆ ਜਾ ਰਿਹਾ। ਇਹ ਬੜੀ ਅਹਿਮ ਗੱਲ ਹੈ ਜਿਹਨੂੰ ਸਾਨੂੰ ਸਮਝਣ ਦੀ ਲੋੜ ਹੈ। ਜਿਹੜੀ ਆਪਾਂ ਪਹਿਲਾਂ ਵੀ ਆਪਾਂ ਗੱਲ ਕਰ ਰਹੇ ਸੀਗੇ ਨਾ, ਮੇਰਾ ਉੱਥੇ ਹੀ ਡਾਕਟਰ ਸਾਹਿਬ ਦੀ ਗੱਲਾਂ 'ਚ ਹੁਣ ਇਹ ਗੱਲ ਨਿਕਲੀ ਹੈ ਵੀ ਜੇ ਇੰਨੇ ਸਰੋਤ ਹੈਗੇ ਨੇ ਆਨਲਾਈਨ ਆਪਣੇ ਸਿੱਖ ਧਰਮ ਦੇ, ਇਹਨਾਂ ਨੂੰ ਕਿਵੇਂ ਆਪਾਂ ਦੇਖਾਂਗੇ, ਕਿਵੇਂ ਆਥੈਂਟਿਸਾਈਡ ਕਿਵੇਂ ਕਰਾਂਗੇ ਕਿ ਕਿਹੜੀ ਚੀਜ਼ ਸਹੀ ਹੈ, ਕਿਹੜੀ ਪੜ੍ਹਨ ਯੋਗ ਹੈ, ਕਿਹੜੀ ਨਹੀਂ ਹੈ, ਕਿਹੜੀ ਆਪਾਂ ਨੂੰ ਸਹੀ ਦਿਸ਼ਾ 'ਚ ਲੈ ਕੇ ਜਾ ਰਹੀ ਹੈ, ਕਿਹੜੀ ਨਹੀਂ ਲੈ ਕੇ ਜਾ ਰਹੀ। ਇਹ ਬੜਾ ਦੁਵਿਧਾ ਵਾਲਾ ਜਿਹੜਾ ਮਸਲਾ ਹੈ ਆਪਣੇ ਯੂਥ ਦੇ ਲਈ। ਸੇਮ ਹੀ ਚੀਜ਼ ਹੈ ਭਾਜੀ। ਹੁਣ ਅਗਰ ਆਪਾਂ ਵੈਬਸਾਈਟਸ ਨੂੰ ਲੈ ਲਈਏ, ਵੈਬਸਾਈਟ ਦੇ ਵਿੱਚ ਅਗਰ ਅੱਜ ਤੁਸੀਂ ਕਿਸੇ ਬੰਦੇ ਨੂੰ ਦੇਣੀ ਹੋਵੇ ਕਿ ਮੰਨ ਲਓ ਜਿਹੜੇ ਹੁਣ ਆਪਣੇ ਬਾਹਰ ਵੀ ਯੂਥ ਆ, ਜਾਂ ਫਿਰ ਜਿਹੜੇ ਬਾਹਰ ਲੋਕ ਰਹਿੰਦੇ ਨੇ, ਭਾਰਤ ਤੋਂ ਬਾਹਰ ਆਪਾਂ ਵਿਦੇਸ਼ਾਂ 'ਚ ਰਹਿੰਦੇ, ਆਸਟ੍ਰੇਲੀਆ 'ਚ ਰਹਿੰਦੇ ਹਾਂ, ਜਦੋਂ ਸਾਨੂੰ ਕਿਤੇ ਕੰਮ ਤੇ ਜਾਂ ਕਿਤੇ ਹੋਰ ਕੋਈ ਬੰਦਾ ਮਿਲਦਾ ਹੈ, ਗੋਰਾ ਮਿਲਦਾ ਜਾਂ ਕਿਸੇ ਹੋਰ ਧਰਮ ਦਾ ਬੰਦਾ ਮਿਲਦਾ ਹੈ, ਕਿਸੇ ਹੋਰ ਕਮਿਊਨਿਟੀ ਦਾ, ਹੁਣ ਉਹਨੂੰ ਅਗਰ ਆਪਾਂ ਦੱਸਣਾ ਹੋਵੇ ਕਿ ਤੂੰ ਸਾਡੇ ਬਾਰੇ ਜਾਣਕਾਰੀ ਲੈਣੀ ਹੈ, ਤੂੰ ਫਲਾਨੀ ਵੈਬਸਾਈਟ ਤੇ ਚੱਲ ਜਾ, ਸਾਡੇ ਕੋਲ ਕੋਈ ਐਸੀ ਅਥੈਂਟਿਕ ਵੈਬਸਾਈਟ ਨਹੀਂ ਹੈਗੀ ਦੱਸਣ ਦੇ ਲਈ। ਇੱਕ ਅਗਰ ਵੈਬਸਾਈਟ ਦੱਸੀ ਜਾਵੇ ਤਾਂ ਡੈਫੀਨੇਟਲੀ ਤੁਹਾਡਾ ਸਵਾਲ ਬਣਦਾ ਹੈ ਕਿ ਉਹ ਜਦ ਉਹਨਾਂ ਕੋਲ ਦੱਸਣ ਲਈ ਨਹੀਂ ਹੈਗੀ, ਤਾਂ ਫਿਰ ਸਾਡੇ ਜਿਹੜੇ ਆਪਣੇ ਯੂਥ ਨੇ ਉਹਨਾਂ ਦੇ ਜਿਹੜੇ ਸੋਰਸਸ ਉਹ ਕਿੱਥੋਂ ਇਨਫੋਰਮੇਸ਼ਨ ਲੈਣ? ਤਾਂ ਉਹ ਇੱਕ ਜਿਹੜੀ ਵੱਡੀ ਜਿਹੜੀ ਸਾਡੀ ਚਿੰਤਾ ਦਾ ਕਾਰਨ ਬਣ ਜਾਂਦਾ ਹੈ। ਔਰ ਇਹ ਚੀਜ਼ ਸੇਮ ਸੋਸ਼ਲ ਮੀਡੀਆ ਦੇ ਉੱਤੇ ਵੀ ਲਾਗੂ ਹੁੰਦੀ ਹੈ ਕਿ ਸਾਡੇ ਇੰਨੇ ਫੇਸਬੁੱਕ ਗਰੁੱਪ, ਇੰਨੇ ਫੇਸਬੁੱਕ ਪੇਜਸ, ਇੰਨੇ ਸਾਰਾ ਕੁਝ ਸਾਡਾ ਬਣਿਆ ਹੋਇਆ ਆ, ਤਾਂ ਜਦੋਂ ਉਹ ਹਰ ਬੰਦਾ ਜਿਹੜਾ ਆ ਉਹ ਜਥੇਬੰਦੀਆਂ ਦੇ ਹਿਸਾਬ ਦੇ ਨਾਲ, ਆਪਣੀ ਸੋਚ ਦੇ ਨਾਲ, ਜਾਂ ਉਹਨੇ ਕਿਸੇ ਨੂੰ ਭੰਡਣਾ ਆ ਜਾਂ ਕਿਸੇ ਨੂੰ ਜੋ ਵੀ ਉਹਦੀ ਸੋਚ ਹੈ ਉਹਨੂੰ ਫੋਕਸ ਕਰਕੇ ਉਹਨੇ ਆਪਣੇ ਪੇਜਸ, ਆਪਣੇ ਗਰੁੱਪ ਬਣਾਏ ਆ, ਔਰ ਉਹਦੇ ਹਿਸਾਬ ਦੇ ਨਾਲ ਉਹ ਆਪਣੀ ਇਨਫੋਰਮੇਸ਼ਨ ਸ਼ੇਅਰ ਕਰ ਰਿਹਾ। ਜਿਹਦੇ ਕਰਕੇ ਜਿਹੜਾ ਬੰਦਾ ਕਿਤਾਬਾਂ ਨਹੀਂ ਪੜ੍ਹਦਾ, ਆਪਣੇ ਇਤਿਹਾਸ ਨਾਲ ਨਹੀਂ ਜੁੜਿਆ, ਆਪਣੇ ਸਰੋਤਾਂ ਨਾਲ ਨਹੀਂ ਜੁੜਿਆ, ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਨਹੀਂ ਜੁੜਿਆ, ਉਹ ਬੰਦਾ ਆਨਲਾਈਨ ਜਾਂਦਾ ਆ ਤਾਂ ਉਹ ਕਨਫਿਊਜ਼ ਹੋ ਜਾਂਦਾ ਆ, ਕਿਉਂਕਿ ਉੱਥੇ ਇੰਨੀ ਵੱਖਰੇ ਵੱਖਰੇ ਤਰ੍ਹਾਂ ਦੀਆਂ ਜਿਹੜੀਆਂ ਉਹਨੂੰ ਇਨਫੋਰਮੇਸ਼ਨ ਮਿਲਦੀ ਆ, ਔਰ ਇੱਕ ਦੂਜੇ ਨਾਲ ਬਿਲਕੁਲ ਉਲਟ ਇਨਫੋਰਮੇਸ਼ਨ ਮਿਲਦੀ ਹੈ। ਇੱਕ ਪਾਸੇ ਜਿਵੇਂ ਅਸੀਂ ਗੱਲ ਕਰਦੇ ਕਿ ਇੱਕ ਪਾਸੇ ਚੱਲਣ ਡਿਆ ਕਿ ਦਸਮ ਗ੍ਰੰਥ ਨੂੰ ਮੰਨਣਾ ਆ, ਦੂਜੇ ਪਾਸੇ ਕਹਿੰਦਾ ਬਿਲਕੁਲ ਨਹੀਂ ਮੰਨਣਾ ਆ। ਜਾਂ ਈਵਨ ਸਾਡੇ ਹੋਰ ਵੀ ਸਰੋਤ ਹੈਗੇ ਨੇ ਕਿ ਭਾਵੇਂ ਗੁਰਬਾਣੀ ਨੂੰ ਵੀ ਲੈ ਕੇ ਕਰ ਲਈ ਆਪਾਂ ਗੱਲ, ਕਿ ਉਹਦੇ ਉੱਤੇ ਵੀ ਸਾਨੂੰ ਕਈ ਕਿਸਾਨ ਦੇ ਉੱਤੇ ਬਿਲਕੁਲ ਇੱਕ ਦੂਜੇ ਦੇ ਆਪੋਜ਼ਿਟ ਜਿਹੜੇ ਨੇ ਅਰਥ ਦੇਖਣ ਨੂੰ ਮਿਲਦੇ ਨੇ। ਤਾਂ ਇਤਿਹਾਸ ਨੂੰ ਲੈ ਕੇ ਵੀ ਸੇਮ ਚੀਜ਼ ਹੁੰਦੀ ਹੈ। ਤੁਹਾਡਾ ਬਿਲਕੁਲ ਵਾਜਿਬ ਹੈ ਕਿ ਉਹ ਸਾਡਾ ਯੂਥ ਆ ਉਹ ਕਿੱਥੋਂ ਸੇਧ ਕਿੱਥੋਂ ਲਵੇ। ਬਿਲਕੁਲ, ਹਾਂਜੀ। ਇੱਕ ਨਾ ਇਹੀ ਜਿਵੇਂ ਹੁਣ ਤੁਸੀਂ ਗੱਲ ਕੀਤੀ ਵੀ ਆਪਾਂ ਕਿਹਨੂੰ ਮੰਨਣਾ ਹੈ, ਕਿਹਨੂੰ ਨਹੀਂ ਮੰਨਣਾ ਹੈ, ਕਿ ਕਿੱਥੇ ਤੋਂ ਆਪਾਂ ਆਪਣੀ ਨੌਲੇਜ ਨੂੰ ਕਿੱਥੇ ਲੈ ਕੇ ਜਾਣਾ ਹੈ। ਇਹ ਇੱਕ ਆਪਣੀ ਪਹਿਲਾਂ ਡਾਕਟਰ ਸਾਹਿਬ ਆ ਗਏ ਨੇ, ਮੈਂ ਇਹ ਗੱਲ ਆਪਣੀ ਬਾਅਦ ਚੋਂ ਕਰਦਾ। ਪਹਿਲਾਂ ਮੈਂ ਜਿਹੜਾ ਸਵਾਲ ਡਾਕਟਰ ਸਾਹਿਬ ਨੂੰ ਕਰ ਰਿਹਾ ਸੀਗਾ, ਮੈਂ ਉੱਥੇ ਹੀ ਦੁਬਾਰਾ ਆਉਣਾ ਜੀ। ਡਾਕਟਰ ਸਾਹਿਬ, ਜਿਵੇਂ ਤੁਸੀਂ ਜ਼ਿਕਰ ਕੀਤਾ 4000 ਤੋਂ ਵੱਧ ਵੈਬਸਾਈਟਾਂ ਸਿੱਖ ਧਰਮ ਦੀਆਂ ਬਣੀਆਂ ਹੋਈਆਂ ਨੇ। ਅਸੀਂ ਉਹ ਗੱਲ ਕਰ ਰਹੇ ਸੀ ਕਿ ਯੂਥ ਨੂੰ ਜੇ ਆਪਾਂ ਕੋਈ ਡਾਇਰੈਕਸ਼ਨ ਦੇਣੀ ਹੋਵੇ, ਇਹ ਕੋਈ ਤਰੀਕਾ ਹੈ ਕਿ ਆਪਾਂ ਇਹਨਾਂ ਨੂੰ ਕੋਈ ਆਥੈਂਟਿਕ ਚੀਜ਼ਾਂ ਜਿਹੜੀਆਂ ਆ ਉਹ, ਜਾਂ ਕੋਈ ਵੈਬਸਾਈਟ ਹੀ ਹੋਵੇ ਜਿਹੜੀ ਆਪਾਂ ਇੱਕ ਸੂਤਰਧਾਰ ਲੈ ਕੇ ਆਪਾਂ ਉਹਨੂੰ ਚੱਲ ਸਕੀਏ ਵੀ ਹਾਂ ਵੀ ਆਹ ਜਿਹੜੀ ਇਨਫੋਰਮੇਸ਼ਨ ਹੈ ਇਹ 100% ਤਾਂ ਚਲੋ ਹੁਣ ਮੈਂ ਨਹੀਂ ਮੰਨਦਾ ਕਿ ਕੋਈ ਰਾਈਟ ਹੋ ਸਕਦੀ ਹੈ, ਵੀ ਬਹੁਤੀ ਜ਼ਿਆਦਾ ਤੌਰ ਤੇ ਇਹ ਇਨਫੋਰਮੇਸ਼ਨ ਰਾਈਟ ਹੈ। ਜੇ ਆਪਾਂ ਕਿਸੇ ਵੈਸਟਰਨ ਕਲਚਰ ਵਾਲੇ ਬੰਦੇ ਨੂੰ ਦੱਸਣਾ ਹੋਵੇ ਜਾਂ ਆਪਣੇ ਯੂਥ ਨੂੰ ਦੱਸਣਾ ਹੋਵੇ, ਆਪਾਂ ਕਿੱਧਰ ਦੀ ਡਾਇਰੈਕਸ਼ਨ ਆਪਾਂ ਪੁਆਇੰਟ ਆਊਟ ਕਰ ਸਕਦੇ ਹਾਂ ਉਹਨਾਂ ਨੂੰ? ਇਹਦੇ ਬਾਰੇ ਜ਼ਰੂਰ ਥੋੜੇ ਜਿਹਾ ਵਿਚਾਰ ਆਪਣਾ ਦਿਓ।
ਹਾਂਜੀ ਡਾਕਟਰ ਸਾਹਿਬ, ਤੁਹਾਨੂੰ ਪ੍ਰਭਜੋਤ ਭਾਈ ਦੀ ਆਵਾਜ਼ ਆ ਰਹੀ ਸੀਗੀ? ਵੇਖੋ ਪ੍ਰਭਜੋਤ ਵੀਰ ਜੀ, ਇਹਦੇ 'ਚ ਕੋਈ ਸ਼ੱਕ ਨਹੀਂ ਕਿ ਸੋਸ਼ਲ ਮੀਡੀਆ ਦੇ ਉੱਪਰ ਹਾਂਜੀ ਹਾਂਜੀ ਮੈਂ ਸੁਣ ਲਿਆ ਸਵਾਲ ਉਹਨਾਂ ਦਾ। ਸੋਸ਼ਲ ਮੀਡੀਆ ਦੇ ਉੱਪਰ ਜਿੰਨੀ ਵੀ ਸਾਡੀ ਅੱਜ ਨੌਜਵਾਨਾਂ ਦੀ ਅੰਤਰ ਵਿਰੋਧ ਦੀ ਸਮੱਸਿਆ ਹੈ, ਉਹਦਾ ਕਾਰਨ ਹੀ ਹੈ ਕਿ ਸਾਡੀ ਮੀਡੀਆ ਦੇ ਵਿੱਚ ਜਿਹੜੀ ਇੰਨੀ ਪੁਖਤਾ ਜਾਣਕਾਰੀ ਧਾਰਮਿਕ ਤੌਰ ਤੇ ਨਾ ਹੋਣਾ, ਇਹ ਸਾਡੀ ਅਹਿਮ ਸਮੱਸਿਆ ਹੈ। ਤੇ ਸੱਚ ਜਾਣਿਓ, ਅੱਜ ਤੱਕ ਜਿੰਨੀਆਂ ਕਿ ਮੈਂ ਵੈਬਸਾਈਟਸ ਵੇਖ ਰਿਹਾ ਵਾਂ, ਮੈਨੂੰ ਨਹੀਂ ਲੱਗਦਾ ਕਿ ਉਹ ਅਜੇ ਤੱਕ ਸਾਡੀ ਧਰਮ ਦੀ ਕੌਮੀ ਵਿਚਾਰਧਾਰਾ ਜਾਂ ਜਿਹੜਾ ਸਾਡਾ ਸਿੱਖ ਨਜ਼ਰੀਆ ਹੈ, ਉਹਦੇ ਉੱਪਰ ਅਜੇ ਤੱਕ ਅਸੀਂ ਕੋਈ ਕੰਮ ਕਰ ਸਕੇ ਹਾਂ ਕਿ ਜਿਹਦੇ ਵਿੱਚ ਸਾਡਾ ਵਿਜ਼ਨ ਕੀ ਹੈ, ਸਾਡਾ ਜਿਹੜਾ ਨਜ਼ਰੀਆ ਕੀ ਹੋਵੇਗਾ, ਕਿਸ ਤਰ੍ਹਾਂ ਦੇ ਨਾਲ ਅਸੀਂ ਨੌਜਵਾਨਾਂ ਨੂੰ ਜਿਹੜੀ ਹੈ ਉਹ ਇਤਿਹਾਸ ਦੀ ਜਾਣਕਾਰੀ ਦੇਣੀ ਹੈ। ਮੈਨੂੰ ਲੱਗਦਾ ਕਿ ਉਹਦੇ ਉੱਪਰ ਅਜੇ ਤੱਕ ਅਸੀਂ ਕੋਈ ਬਹੁਤ ਵਧੀਆ ਤਰੀਕੇ ਦੇ ਨਾਲ ਨਿੱਘ ਪੱਧਰ ਦੇ ਉੱਪਰ ਕੰਮ ਨਹੀਂ ਕੀਤਾ। ਸੋ ਮੈਂ ਤਾਂ ਤੁਹਾਨੂੰ ਵੀ ਬੇਨਤੀ ਇਹੀ ਕਰੂੰਗਾ, ਮੇਰੇ ਖਿਆਲ ਨਾਲ ਪ੍ਰਭਜੋਤ ਵੀਰ ਜੀ ਨਾਲ ਤਾਂ ਮੇਰੀ ਗੱਲ ਉਦੋਂ ਹੋਈ ਵੀ ਸੀ, ਕਿ ਸਾਨੂੰ ਕੋਈ ਨਾ ਕੋਈ ਇਵੇਂ ਦਾ ਜਿਹੜਾ ਹੈ ਉਹ ਇੱਕ ਮੀਡੀਆ ਜਿਹੜਾ ਹੈ ਉਹਨੂੰ ਪੈਦਾ ਕਰਨਾ ਪਵੇਗਾ, ਜਿਹਦੇ ਵਿੱਚ ਪਹਿਲੀ ਗੱਲ ਤਾਂ ਇਹ ਹੈ ਕਿ ਅੱਜ ਜਦੋਂ ਨੌਜਵਾਨ ਸਾਡੇ ਕੋਲ ਕਿਸੇ ਕੈਂਪ ਦੇ ਵਿੱਚ ਜਾਂ ਕਿਸੇ ਵੀ ਸਭਾ ਦੇ ਵਿੱਚ ਆਉਂਦਾ ਹੈ, ਤਾਂ ਉਹਨੇ ਸਿੱਖਣਾ ਤਾਂ ਬਾਅਦ ਚ ਹੁੰਦਾ, ਪਹਿਲਾਂ ਤਾਂ ਉਹਦੇ ਮਨ ਦੇ ਸ਼ੰਕੇ ਹੁੰਦੇ ਨੇ। ਅਜੇ ਤੱਕ ਤਾਂ ਅਸੀਂ ਉਹਦੇ ਇਤਿਹਾਸ, ਮਰਿਆਦਾ ਤੇ ਧਾਰਮਿਕ ਸੰਸਕਾਰਾਂ ਨੂੰ ਲੈ ਕੇ ਜਿਹੜੇ ਸ਼ੰਕੇ ਨੇ, ਉਹਦੇ ਖਾਣ ਪੀਣ ਪਹਿਨਣ ਦੇ ਸ਼ੰਕਿਆਂ ਦੇ ਬਾਰੇ ਅਸੀਂ ਅਜੇ ਤੱਕ ਸਹੀ ਜਵਾਬ ਜਿਹੜੇ ਉਹ ਤਿਆਰ ਨਹੀਂ ਕਰ ਸਕੇ। ਤੇ ਜਿੰਨਾ ਚਿਰ ਸ਼ੰਕੇ ਦੀ ਨਿਵਰਤੀ ਨਹੀਂ ਹੁੰਦੀ, ਉਹਨਾਂ ਚਿਰ ਨੌਜਵਾਨ ਜਿਹੜਾ ਉਹ ਕਦੀ ਵੀ ਕਿਸੇ ਗਿਆਨ ਨੂੰ ਗ੍ਰਹਿਣ ਨਹੀਂ ਕਰਦਾ। ਸੋ ਪਹਿਲੀ ਗੱਲ ਤੇ ਇਹ ਕਿ ਬਹੁਤ ਸਾਰੇ ਮੁੱਦਿਆਂ ਦੇ ਉੱਪਰ ਸਾਨੂੰ ਹੋਰ ਵੀ ਵਿਦਵਾਨਾਂ ਨੂੰ ਲੈ ਕੇ ਇੱਕ ਕੌਮੀ ਸਹਿਮਤੀ ਬਣਾ ਕੇ ਨੌਜਵਾਨਾਂ ਦੇ ਜਿਹੜੇ ਇਵੇਂ ਦੇ ਸ਼ੰਕੇ ਨੇ ਉਹਨਾਂ ਦਾ ਨਿਵਾਰਨ, ਔਰ ਉਸ ਤੋਂ ਸ਼ੰਕਿਆਂ ਦੀ ਨਿਵਰਤੀ ਤੋਂ ਬਾਅਦ ਇਤਿਹਾਸ ਦੇ ਪ੍ਰਤੀ, ਮਰਿਆਦਾ ਦੇ ਪ੍ਰਤੀ, ਧਾਰਮਿਕ ਫਲਸਫੇ ਦੇ ਪ੍ਰਤੀ ਉਹਨਾਂ ਕੋਲ ਗਿਆਨ ਕਿੰਨਾ ਹੋਵੇ। ਇੱਕ ਤਾਂ ਸਾਨੂੰ ਇਸ ਪੱਧਰ ਦੀ ਕੋਈ ਉੱਚ ਮਿਆਰੀ ਵੈਬਸਾਈਟ ਜਾਂ ਕੋਈ ਇਵੇਂ ਦਾ ਇੱਕ ਸੋਸ਼ਲ ਮੀਡੀਆ ਗਰੁੱਪ ਜਿਹੜਾ ਉਹ ਕਾਇਮ ਕਰਨਾ ਪਵੇਗਾ ਕਿ ਜਿਹਦੇ 'ਚ ਉਹਨਾਂ ਨੂੰ ਹਰ ਪੱਧਰ ਦੀ ਜਾਣਕਾਰੀ ਹੋਵੇ। ਦੂਸਰੀ ਜਿਹੜੀ ਆ ਦੁਰਵਰਤੋਂ ਦੀ ਗੱਲ ਮੈਂ ਇਹਨੂੰ ਇਸ ਕਰਕੇ ਕਹਿਣੀ ਪੈਂਦੀ ਹੈ ਕਿ ਸ਼ਾਇਦ ਤੁਸੀਂ ਵੀ ਇਸ ਤਜਰਬੇ ਦੇ ਵਿੱਚੋਂ ਲੰਘੇ ਹੋਵੋਗੇ ਕਿ ਕਈ ਵਾਰੀ ਅਸੀਂ ਕੋਸ਼ਿਸ਼ ਕਰਦੇ ਹਾਂ ਕੋਈ WhatsApp ਦੇ ਉੱਪਰ ਕੋਈ ਗਰੁੱਪ ਜਾਂ ਕੋਈ Facebook ਦੇ ਉੱਪਰ ਕੋਈ ਚੈਨਲ ਇਵੇਂ ਦਾ ਬਣਾਇਆ ਜਾਵੇ ਜਿਹਦੇ 'ਚ ਵਧੀਆ ਜਾਣਕਾਰੀ ਦਿੱਤੀ ਜਾਵੇ। ਉਹਦੇ 'ਚ ਵਧੀਆ ਜਾਣਕਾਰੀ ਤਾਂ ਇੱਕ ਦਿੱਤੀ ਜਾਂਦੀ ਹੈ, ਉਹਦੇ ਤੋਂ ਬਾਅਦ ਆਪਣੇ ਕੋਲ ਹੀ ਜਿਹੜਾ ਅਸੀਂ ਪੋਸਟ ਕਰਨਾ ਸ਼ੁਰੂ ਕਰ ਦਿੰਦੇ ਹਾਂ, ਉਹ ਚੱਲ ਰਹੀ ਜਿਹੜੀ ਵਿਚਾਰ ਚਰਚਾ ਹੁੰਦੀ ਹੈ ਉਹਦਾ ਜਿਹੜਾ ਮੂੰਹ ਹੈ ਕਿਸੇ ਹੋਰ ਹੀ ਪਾਸੇ ਨੂੰ ਮੁੜ ਜਾਂਦਾ ਹੈ, ਤੇ ਫਿਰ ਕਿਤੇ ਨਾ ਕਿਤੇ ਤੁਸੀਂ ਨਿਰਾਸ਼ ਹੋ ਕੇ ਕਹਿੰਦੇ ਹੋ ਕਿ ਯਾਰ ਇਹ ਕੰਮ ਛੱਡੋ, ਇਹਦੇ ਚੋਂ ਕੁਛ ਨਹੀਂ ਨਿਕਲ ਸਕਦਾ। ਸੋ ਦੋ ਤਿੰਨ ਗੱਲਾਂ ਸਾਡੇ ਵਾਸਤੇ ਬੜੀਆਂ ਅਹਿਮ ਨੇ ਕਿ ਨੌਜਵਾਨਾਂ ਨੂੰ ਇਤਿਹਾਸ, ਫਲਸਫਾ ਔਰ ਸਿੱਖ ਵਿਚਾਰਧਾਰਾ ਦੀ ਜਾਣਕਾਰੀ ਦੇ ਵਾਸਤੇ ਕੋਈ ਇੱਕ ਪਲੇਟਫਾਰਮ ਤੇ ਐਸਾ ਸਿਰਜੀਏ। ਮੈਂ ਇਹ ਨਹੀਂ ਕਹਿੰਦਾ ਕਿ ਇੱਕ ਵੈਬਸਾਈਟ ਦੇ ਉੱਪਰ ਸਾਡੇ ਸਾਰੇ ਮਸਲੇ ਹੱਲ ਹੋ ਜਾਣਗੇ, ਸਾਨੂੰ ਸਭ ਕੁਝ ਹੀ ਪਤਾ ਲੱਗ ਜਾਵੇਗਾ, ਪਰ ਮੈਂ ਇੱਕ ਵਾਰੀ ਪ੍ਰਭਜੋਤ ਵੀਰ ਜੀ ਨਾਲ ਸ਼ਾਇਦ ਉੱਥੇ ਗੱਲ ਕੀਤੀ ਸੀ ਕਿ ਮੈਨੂੰ ਇੱਕ ਗੱਲ ਇਸਲਾਮ ਦੀ ਬੜੀ ਵਧੀਆ ਲੱਗਦੀ ਹੈ ਕਿ ਉਹਨਾਂ ਦੀ ਇੱਕ ਕਿਤਾਬ ਹੈ ਤਲੀਮੁਲ ਇਸਲਾਮ। ਉਹ ਬੱਚੇ ਦੀ ਉਮਰ ਦੇ ਹਿਸਾਬ ਦੇ ਨਾਲ ਹੈ ਕਿ 4 ਸਾਲ ਤੋਂ ਲੈ ਕੇ 8 ਸਾਲ, 8 ਤੋਂ 12, 12 ਤੋਂ 14 ਤੇ ਅੱਗੇ ਬਾਲਗ ਬੱਚਾ, ਕਿ ਨੌਜਵਾਨ ਜਿਹੜਾ ਬੱਚਾ ਜਦੋਂ ਜਵਾਨੀ ਦੀ ਦਹਲੀਜ਼ ਤੇ ਪੈਰ ਧਰਦਾ ਹੈ ਤਾਂ ਕੁਦਰਤੀ ਉਹਦੇ ਵਿੱਚ ਜਿਹੜੇ ਬਦਲਾਅ ਆਉਂਦੇ ਨੇ ਉਹ ਧਰਮ ਦੇ ਪ੍ਰਤੀ ਸ਼ੰਕਾਵਾਦੀ ਹੁੰਦਾ ਹੈ। ਉਸ ਸਟੇਜ ਦੇ ਵਿੱਚੋਂ ਤੁਸੀਂ ਵੀ ਲੰਘੇ ਹੋਵੋਗੇ, ਮੈਂ ਵੀ ਲੰਘਿਆ, ਤੇ ਸਾਨੂੰ ਇੰਝ ਲੱਗਦਾ ਹੈ ਕਿ ਆਹ ਮਰਿਆਦਾ, ਇਹਦਾ ਕੀ ਫਾਇਦਾ, ਇਸ ਚੀਜ਼ ਚੋਂ ਕੀ ਲੈਣਾ। ਇੱਕ ਨੌਜਵਾਨ ਉਹ ਹੁੰਦਾ ਹੈ, ਦੂਜਾ ਨੌਜਵਾਨ ਉਹ ਹੁੰਦਾ ਜਿਹਦੇ ਪਰਿਵਾਰ ਦੇ ਵਿੱਚ ਧਾਰਮਿਕ ਮਰਿਆਦਾ ਬਹੁਤ ਹੁੰਦੀ ਹੈ, ਪਰ ਜਦੋਂ ਉਹ ਜਵਾਨੀ ਦੀ ਦਹਲੀਜ਼ ਤੇ ਪੈਰ ਲੱਗਦਾ ਉਹਨੂੰ ਇੰਝ ਲੱਗਦਾ ਕਿ ਮੈਨੂੰ ਗੁਲਾਮੀ ਦੇ ਦਾਇਰੇ 'ਚ ਬੰਨਿਆ ਹੋਇਆ। ਉਹ ਕਈ ਵਾਰੀ ਉਹ 'ਚੋਂ ਜ਼ਿਆਦਾ ਆਜ਼ਾਦ ਹੋ ਜਾਂਦਾ ਹੈ, ਪਰ ਉਹਦਾ ਕਾਰਨ ਇਹ ਹੈ ਕਿ ਸਹੀ ਅਰਥਾਂ ਦੇ ਵਿੱਚ ਅਸੀਂ ਉਹਦੀ ਉਮਰ ਦੇ ਅਨੁਸਾਰ ਜਿਹੜੇ ਉਹਦੇ ਸ਼ੰਕੇ ਨੇ, ਅਸੀਂ ਉਹਨਾਂ ਦੀ ਨਿਵਰਤੀ ਵੱਲ ਅਜੇ ਤੱਕ ਧਿਆਨ ਨਹੀਂ ਦਿੱਤਾ। ਸੋ ਪਹਿਲਾਂ ਤਾਂ ਸਾਨੂੰ ਇਸ ਤਰ੍ਹਾਂ ਦਾ ਕੋਈ ਪਲੇਟਫਾਰਮ ਤਿਆਰ ਕਰਨਾ ਪਵੇਗਾ ਕਿ ਅਸੀਂ ਜਿਹੜਾ ਸਾਡਾ ਸਿੱਖ ਯੂਥ ਹੈ, ਜਿਹੜਾ ਸਾਡਾ ਸਿੱਖ ਨੌਜਵਾਨ ਹੈ, ਅਸੀਂ ਉਹਦੇ ਸ਼ੰਕਿਆਂ ਦੇ ਨਿਵਾਰਨ ਵੱਲ ਤੁਰ ਸਕੀਏ। ਦੂਸਰੀ ਗੱਲ, ਮੈਨੂੰ ਅੱਜ ਵੀ ਜਦੋਂ ਕਈ ਵੀਰਾਂ ਦੇ ਫੋਨ ਆਉਣਗੇ ਜਾਂ ਕਿਸੇ ਨੂੰ ਕੁਝ ਚਾਹੀਦਾ ਹੋਵੇ ਤਾਂ ਉਹਨਾਂ ਦੀ ਇੱਕੋ ਮੰਗ ਹੁੰਦੀ ਹੈ, ਜੀ ਇਸ ਕਿਤਾਬ ਦੀ PDF ਭੇਜ ਦਿਓ। ਤੇ ਮੈਂ ਹਮੇਸ਼ਾ ਇਹਨਾਂ ਨੂੰ ਬੇਨਤੀ ਕਰਦਾ ਕਿ PDF ਨੂੰ ਰੈਫਰੈਂਸ ਦੇ ਵਾਸਤੇ ਤੇ ਵਰਤਿਆ ਜਾਂਦਾ ਹੈ, ਪਰ PDF ਤੋਂ ਕਦੀ ਪੜ੍ਹਾਈ ਨਹੀਂ ਹੁੰਦੀ, ਕਦੀ ਵੀ। ਇਹ ਮੇਰੀ ਆਪਣੀ ਸੋਚ ਹੈ ਕਿ ਜੇ ਤੁਸੀਂ ਪੜ੍ਹਨਾ ਹੈ ਚੰਗੀ ਤਰ੍ਹਾਂ ਦੇ ਨਾਲ, ਕਿਸੇ ਚੀਜ਼ ਨੂੰ ਆਪਣੇ ਮਨ 'ਚ ਵਸਾਉਣਾ ਹੈ, ਤੇ ਤੁਹਾਨੂੰ ਹਾਰਡ ਕਾਪੀ ਤੋਂ ਹੀ ਪੜ੍ਹਨਾ ਪਵੇਗਾ।
ਉਹਦੇ ਦੋ ਤਿੰਨ ਕਾਰਨ ਨੇ। ਇੱਕ ਤਾਂ ਤੁਸੀਂ ਇੱਕ ਟੈਕਨੀਕਲ ਕਾਰਨ ਲਾ ਲਓ ਕਿ ਜਿਹੜੀ PDF ਅਸੀਂ ਟੈਬ ਦੇ ਉੱਪਰ ਪੜਾਂਗੇ, ਕੰਪਿਊਟਰ ਦੀ ਸਕਰੀਨ ਤੇ ਪੜਾਂਗੇ, ਤੇ ਜਿੰਨਾ ਸਟ੍ਰੇਨ ਉਹਦਾ ਸਾਡੀਆਂ ਅੱਖਾਂ ਨੂੰ ਪੈ ਰਿਹਾ ਹੁੰਦਾ ਹੈ, ਸਾਡਾ ਮਨ ਕਦੀ ਉਹਦੇ 'ਚ ਲੱਗ ਹੀ ਨਹੀਂ ਰਿਹਾ, ਸਾਡਾ ਫਾਇਦਾ ਘੱਟ ਹੋ ਰਿਹਾ ਹੁੰਦਾ, ਨੁਕਸਾਨ ਵੱਧ ਹੋ ਰਿਹਾ ਹੁੰਦਾ ਹੈ। ਦੂਸਰੀ ਗੱਲ ਹੈ ਕਿ ਤੁਸੀਂ ਵੇਖੋ ਕਿ ਕਦੀ ਵੀ ਤੁਹਾਡਾ ਮਨ PDF ਦੇ ਵਿੱਚ ਓਨਾ ਨਹੀਂ ਖੁੱਭਦਾ। ਮੈਂ ਤਾਂ ਕਈ ਵਾਰੀ ਗੁਟਕੇ ਦੀ ਛੱਡ ਕੇ ਜਿਹੜੇ ਮੋਬਾਈਲ ਤੇ ਪਾਠ ਕਰਦੇ, ਮੈਂ ਕਈ ਵਾਰੀ ਇਹ ਵੀ ਸੋਚਦਾ ਹੁੰਦਾ ਕਿ ਜਿਹੜਾ ਗੁਟਕੇ ਤੋਂ ਪਾਠ ਕਰਦਾ ਨਾ, ਉਹਦੇ ਮਨ ਦੇ ਵਿੱਚ ਸ਼ਰਧਾ ਜ਼ਿਆਦਾ ਹੁੰਦੀ ਹੈ, ਕਿਉਂਕਿ ਉਹਦੇ ਹੱਥ ਦੇ ਵਿੱਚ ਗੁਟਕਾ ਹੁੰਦਾ ਹੈ, ਉਹਦੇ ਨਾਲ ਵੀ ਉਹਦੀ ਇੱਕ ਸ਼ਰਧਾ ਜੁੜੀ ਹੁੰਦੀ ਹੈ। ਬਜਾਏ ਤੇ ਪਾਠ ਕਰ ਰਿਹਾ ਹੁੰਦਾ ਹੈ, ਉਹ ਕਿਤੇ ਨਾ ਕਿਤੇ ਸੋਚ ਰਿਹਾ ਹੁੰਦਾ ਕਿ ਮੇਰਾ ਮੋਬਾਈਲ ਹੀ ਆ, ਉਹ 'ਚ ਫੇਸਬੁੱਕ ਦੇ ਨਾਲ ਨੋਟੀਫਿਕੇਸ਼ਨ ਵੀ ਆ ਰਹੇ ਹੁੰਦੇ ਨੇ, ਹੋਰ ਵੀ ਬੜਾ ਕੁਛ ਆ ਰਿਹਾ ਹੁੰਦਾ ਹੈ। ਸੋ ਇਹ ਗੱਲ ਤੇ ਇਹ ਹੈ ਕਿ ਅਸੀਂ ਜਿਸ ਤਰ੍ਹਾਂ ਹੁਣ ਭੌਰ ਸਾਹਿਬ ਨੇ ਬਹੁਤ ਵਧੀਆ ਕੰਮ ਕੀਤਾ ਕਿ ਇਹਨਾਂ ਗੁਰਦੁਆਰਾ ਸਾਹਿਬ ਦੇ ਵਿੱਚ ਲਾਇਬ੍ਰੇਰੀ ਜਿਹੜੀ ਆ ਬਹੁਤ ਵਧੀਆ ਬਣਾ ਲਈ ਹੈ। ਇਹ ਵਧੀਆ ਉਪਰਾਲਾ, ਮੈਂ ਇਹਨਾਂ ਨੂੰ ਇਸ ਦੀ ਵਧਾਈ ਦਿੰਦਾ। ਪਰ ਸਾਨੂੰ ਨੌਜਵਾਨਾਂ ਨੂੰ ਪੜ੍ਹਨ ਦੇ ਵੱਲ ਜਿਹੜਾ ਉਹ ਉਤਸ਼ਾਹਿਤ ਕਰਨਾ ਪਵੇਗਾ। ਜਿੰਨਾ ਚਿਰ ਉਹ ਇਸ ਪਾਸੇ ਨੂੰ ਉਤਸ਼ਾਹਿਤ ਨਹੀਂ ਹੋਣਗੇ, ਤਾਂ ਉਹਨਾਂ ਚਿਰ ਤੱਕ ਮੇਰੇ ਖਿਆਲ ਦੇ ਨਾਲ ਜਿਹੜੀ ਜਾਣਕਾਰੀ ਅਸੀਂ ਮੀਡੀਆ 'ਚ ਦੇਵਾਂਗੇ, ਉਹ ਜਿੱਥੋਂ ਅੱਜ ਜਿਹੜਾ ਕੋਈ ਪ੍ਰੋਗਰਾਮ ਸੁਣ ਲਿਆ ਉਹ ਇੰਨੀ ਕੁ ਜਾਣਕਾਰੀ ਪ੍ਰਾਪਤ ਕਰ ਲਏਗਾ, ਹੋਰ ਵੀ ਕਈ ਵੈਬਸਾਈਟਾਂ ਦੇ ਉੱਪਰ 15 ਅਗਸਤ ਨੂੰ ਲੈ ਕੇ ਕਈ ਪ੍ਰੋਗਰਾਮ ਚੱਲਣ ਦੇ ਹੋਣਗੇ, ਜਿਹੜਾ ਉਹਨਾਂ 'ਚੋਂ ਲਵੇਗਾ ਉਹ ਕਰ ਲਏਗਾ। ਵਿਚਾਰ ਹਰ ਇੱਕ ਦੇ ਵੱਖ-ਵੱਖ ਹੋਣਗੇ। ਬਿਲਕੁਲ ਨਹੀਂ, ਬਿਲਕੁਲ ਭਾਜੀ, ਇਹ ਤੁਸੀਂ ਬਹੁਤ ਵਧੀਆ ਸੁਜੈਸ਼ਨ ਦਿੱਤਾ। ਮੈਨੂੰ ਲੱਗਦਾ ਕਿ ਸਾਰਿਆਂ ਨੂੰ ਇਹ ਚੀਜ਼ ਨੂੰ ਅਡਾਪਟ ਕਰਨਾ ਚਾਹੀਦਾ। ਜਦ ਤੱਕ ਅਸੀਂ ਪੜ੍ਹਾਈ ਨਹੀਂ ਸ਼ੁਰੂ ਕਰਦੇ, ਪੜ੍ਹਦੇ ਨਹੀਂ ਕਿਤਾਬਾਂ ਨੂੰ, ਸ਼ਾਇਦ ਅੱਜ ਸਾਡੇ ਵਿੱਚ ਇੰਨੇ ਵਿਵਾਦ ਵੀ ਤਾਂ ਹੀ ਹੈ ਕਿਉਂਕਿ ਅਸੀਂ ਪੜ੍ਹਨਾ ਜਿਹੜਾ ਕਿਤਾਬਾਂ ਨੂੰ ਉਹ ਛੱਡ ਦਿੱਤਾ ਹੈ। ਤੇ ਭਾਜੀ ਇੱਕ ਸੁਜੈਸ਼ਨ ਜਾਂ ਇੱਕ ਕਮੈਂਟ ਆਇਆ ਸੀਗਾ ਸਾਡੇ ਅਮਰਜੀਤ ਸਿੰਘ ਭਾਜੀ ਦਾ, ਤਾਂ ਉਹ ਕਹਿ ਰਹੇ ਕਿ ਕਿਤੇ ਨਾ ਕਿਤੇ ਜੇ ਸਿੱਖਾਂ ਨੇ ਅੱਜ ਆਰਥਿਕ ਤੌਰ ਦੇ ਉੱਤੇ ਪੰਜਾਬ ਦੇ ਵਿੱਚ ਕਿ ਸਿੱਖਾਂ ਦੀ ਜਿਹੜੀ ਹਾਲਤ ਹੈਗੀ ਉਹ ਸ਼ਾਇਦ ਬਹੁਤ ਮਾੜੀ ਹੈ ਜਾਂ ਉਹਦੇ ਵੱਲ ਧਿਆਨ ਨਹੀਂ ਦਿੱਤਾ ਗਿਆ, ਸ਼ਾਇਦ ਉਹੀ ਰੀਜ਼ਨ ਹੈ ਕਿ ਉਹਨਾਂ ਦੀ ਆਰਥਿਕ ਲੜਾਈ ਵੱਧ ਗਈ ਹੈ, ਉਹ ਆਪਣੀ ਰੋਟੀ ਦੀ ਜੰਗ ਜ਼ਿਆਦਾ ਵੱਧ ਗਈ ਹੈ, ਤਾਂ ਉਹਨਾਂ ਨੇ ਬੌਧਿਕ ਤੌਰ ਦੇ ਉੱਤੇ ਜਾਂ ਧਾਰਮਿਕ ਤੌਰ ਉਧਰ ਵੱਲ ਉਹਨਾਂ ਦਾ ਧਿਆਨ ਘਟ ਗਿਆ ਕਿਉਂਕਿ ਰੋਟੀ ਵੱਲ ਨੂੰ ਜ਼ਿਆਦਾ ਧਿਆਨ ਚਲਾ ਗਿਆ। ਕਿ ਇਹ ਵੀ ਇੱਕ ਰੀਜ਼ਨ ਹੈਗਾ ਹੈ? ਵੀ ਜੀ ਕੁਛ ਪ੍ਰਤੀਸ਼ਤ ਮੈਂ ਇਸ ਰੀਜ਼ਨ ਨੂੰ ਕੁਛ ਪ੍ਰਤੀਸ਼ਤ ਇਸ ਕਰਕੇ ਗਿਣਦਾ ਹੈ ਕਿ ਜੇਕਰ ਆਮ ਜਨ ਜੀਵਨ ਦੇ ਵਿੱਚ ਦਾਲ ਰੋਟੀ ਤੱਕ ਸੀਮਤ ਰਹਿਣ ਦੀ ਲੜਾਈ ਹੋਵੇ, ਜਾਂ ਰੋਟੀ ਦੀ ਪ੍ਰਾਪਤੀ ਤੱਕ ਜਾਂ ਵਸੀਲਿਆਂ ਦੀ ਪ੍ਰਾਪਤੀ ਤੱਕ ਲੜਾਈ ਹੋਵੇ, ਤਾਂ ਫਿਰ ਬੰਦਾ ਸੋਚਦਾ ਹੈ ਕਿ ਮੇਰੀ ਪਹਿਲੀ ਲੜਾਈ ਢਿੱਡ ਦੀ ਹੈ, ਮੈਂ ਬਾਕੀ ਲੜਾਈਆਂ ਬਾਅਦ ਚ ਲੜਨੀਆਂ ਨੇ। ਪਰ ਅੱਜ ਪੰਜਾਬ ਦਾ ਇੱਕ ਬਹੁਤ ਵਰਗ ਵੱਡਾ ਉਹ ਹੈ ਕਿ ਜਿਹਦੀ ਲੜਾਈ ਨੈਸੈਸਿਟੀ ਦੀ ਨਹੀਂ ਹੈ, ਲਗਜ਼ਰੀ ਦੀ ਹੈ। ਸੋ ਮੈਂ ਸੋਚਦਾ ਕਿ ਇਹ ਸਮੱਸਿਆ ਉੱਥੇ ਹੈ ਕਿ ਪੰਜਾਬ ਦਾ ਨੌਜਵਾਨ ਇਹ ਚਾਹੁੰਦਾ ਹੈ ਕਿ ਮੇਰੇ ਕੋਲ ਫੋਨ ਵੀ ਮਹਿੰਗਾ ਹੋਵੇ, ਮੇਰੇ ਕੋਲ ਬਾਈਕ ਵੀ ਚੰਗਾ ਹੋਵੇ, ਮੇਰੇ ਕੋਲ ਗੱਡੀ ਵੀ ਚੰਗੀ ਹੋਵੇ, ਹਰ ਜਗ੍ਹਾ ਦੇ ਉੱਪਰ ਮੈਂ AC ਦੇ ਵਿੱਚ ਬੈਠਾ ਹੋਵਾਂ। ਸੋ ਇਹ ਉਸ ਲਾਈਫ ਦੀ ਲੜਾਈ ਹੈ। ਪਰ ਜਿੱਥੋਂ ਤੱਕ ਅਸੀਂ ਸਿਰਫ ਆਰਥਿਕਤਾ ਦੀ ਗੱਲ ਕਰਦੇ ਹਾਂ, ਤਾਂ ਆਰਥਿਕਤਾ ਬਰਬਾਦ ਜਦੋਂ ਹੁੰਦੀ ਹੈ ਤਾਂ ਕੁਦਰਤੀ ਉਹ ਜਿਹੜਾ ਧਿਆਨ ਹੈ ਮਨੁੱਖ ਦਾ ਧਾਰਮਿਕ ਜਿਹੜੇ ਮੁੱਦੇ ਨੇ ਉਹਨਾਂ ਤੋਂ ਪਿੱਛੇ ਚਲਾ ਜਾਂਦਾ ਹੈ। ਭਾਜੀ ਦੀ ਗੱਲ ਬਿਲਕੁਲ ਠੀਕ ਹੈ, ਜਿਨ੍ਹਾਂ ਨੇ ਸਵਾਲ ਕੀਤਾ, ਕਿਤੇ ਨਾ ਕਿਤੇ ਇਹ ਜਿਹੜੀ ਚੀਜ਼ ਹੈ ਉਹ ਅਸਰ ਅੰਦਾਜ਼ ਜ਼ਰੂਰ ਕਰਦੀ ਹੈ। ਉਹ ਅਸਰ ਅੰਦਾਜ਼ ਇਵੇਂ ਕਰਦੀ ਹੈ ਕਿ ਜਦੋਂ ਅਸੀਂ ਆਪਣੀ ਮੂਲ ਕਮਾਈ ਦੇ ਨਾਲੋਂ ਆਪਣੇ ਖਰਚਿਆਂ ਨੂੰ ਵਧਾ ਲੈਂਦੇ ਹਾਂ, ਤੇ ਖਰਚਿਆਂ ਨੂੰ ਵਧਾਉਣ ਦੇ ਵਾਸਤੇ ਜਦੋਂ ਜ਼ਮੀਨਾਂ ਗਹਿਣੇ ਪੈਂਦੀਆਂ ਨੇ, ਕਰਜ਼ੇ ਚੁੱਕੇ ਜਾਂਦੇ ਨੇ, ਤੇ ਕਿਸਾਨ ਜਦੋਂ ਆਤਮ ਹੱਤਿਆ ਕਰਦਾ ਹੈ, ਤੇ ਇਹ ਲੜਾਈ ਆਰਥਿਕਤਾ ਦੀ ਬਣ ਜਾਂਦੀ ਹੈ। ਪਰ ਜਦੋਂ ਉਹੀ ਕਿਸਾਨ ਕਰਜ਼ੇ ਹੇਠ ਕਿਉਂ ਹੈ, ਜੇਕਰ ਉਹਨੂੰ ਲੈ ਕੇ ਸੰਘਰਸ਼ ਕਰਦਾ ਹੈ, ਤੇ ਫਿਰ ਇਹ ਲੜਾਈ ਧਰਮ ਦੀ ਬਣ ਜਾਂਦੀ ਹੈ। ਉਹ ਸਮੱਸਿਆ ਇੱਥੇ ਹੈ ਸਾਡੀ। ਬਿਲਕੁਲ, ਮੈਨੂੰ ਉਮੀਦ ਹੈ ਕਿ ਭਾਜੀ ਨੂੰ ਆਪਣਾ ਕੁਐਸਚਨ ਦਾ ਜਵਾਬ ਮਿਲ ਗਿਆ ਹੋਊਗਾ। ਤਾਂ ਹਾਂਜੀ ਪ੍ਰਭਜੋਤ ਭਾਜੀ, ਤੁਸੀਂ ਕੁਝ ਪੁੱਛਣਾ? ਹਾਂਜੀ ਡਾਕਟਰ ਸਾਹਿਬ, ਜਿਵੇਂ ਆਪਾਂ ਹੁਣ ਮੈਂ ਯੂਥ ਨਾਲ ਇੱਥੇ ਜ਼ਿਆਦਾ ਮੈਂ ਬਹੁਤ ਵਿਚਰਦਾ ਹੈਗਾ ਪਰਥ ਦੇ ਵਿੱਚ, ਤੇ ਇੱਕ ਜਿਹੜਾ ਨਾ ਕਾਮਨ ਕੰਸਰਨ ਹੈ ਯੂਥ ਦਾ, ਜਿੱਥੋਂ ਉਹ ਡੀਮੋਟੀਵੇਟ ਹੋ ਜਾਂਦੇ ਨੇ। ਜੇ ਆਪਾਂ ਕੋਈ ਵੀ ਧਰਮ ਦੇ ਬਾਰੇ ਗੱਲ ਕਰਦੇ ਹਾਂ, ਜਾਂ ਆਪਾਂ ਪੰਜਾਬ ਦੇ ਬਾਰੇ ਗੱਲ ਕਰਦੇ ਹਾਂ, ਜਾਂ ਆਪਾਂ ਗੁਰਦੁਆਰਿਆਂ ਤੱਕ ਦੇ ਆਪਾਂ ਲੈਵਲ ਤੇ ਲੈ ਜਾਈਏ, ਜੇ ਆਪਾਂ ਕਹੀਏ ਵੀ ਗੁਰਦੁਆਰੇ ਆਇਆ ਕਰੋ ਭਾਈ, ਜਾਂ ਕੋਈ ਮੀਟਿੰਗ ਹੁੰਦੀ ਆ ਆਪਾਂ ਉਹਨਾਂ ਨੂੰ ਕਹੀਏ ਵੀ ਮੀਟਿੰਗ ਦੇ ਵਿੱਚ ਸ਼ਮੂਲੀਅਤ ਕਰੋ, ਉਹ ਉਹਨਾਂ ਦਾ ਪਹਿਲਾ ਹੀ ਜਿਹੜਾ ਸਟੇਟਮੈਂਟ ਹੁੰਦੀ ਹੈ ਉਹ ਕਹਿੰਦੀ ਵੀ ਯਾਰ ਤੁਸੀਂ ਉੱਥੇ ਲੜਾਈ ਕਰਨੀ ਹੈ, ਅਸੀਂ ਉਹਦੇ ਵਿੱਚ ਕੀ ਕਰਨਾ ਜਾ ਕੇ। ਸੋ ਇਹ ਜਿਹੜੀ ਇੱਕ ਆਪਣੀ ਨੈਗੇਟਿਵਿਟੀ ਜਿਹੜੀ ਆ ਗਈ ਹੈ ਯੂਥ ਦੇ ਵਿੱਚ ਵੀ। ਦੇਖੋ ਮੈਂ ਵੀਰ ਜੀ ਬਿਲਕੁਲ ਪ੍ਰਭਜੋਤ ਵੀਰ ਜੀ, ਮੈਂ ਤੁਹਾਡਾ ਇਹਦਾ ਰਸਤੇ 'ਚ ਜੀ ਹਾਂਜੀ, ਤੁਸੀਂ ਸਮਝ ਗਏ ਮੇਰੀ ਗੱਲ ਨੂੰ, ਤੁਸੀਂ ਪਲੀਜ਼ ਇੱਥੋਂ ਟੇਕ ਓਵਰ ਤੁਸੀਂ ਕਰੋ। ਬਿਲਕੁਲ ਪ੍ਰਭਜੋਤ ਵੀਰ ਜੀ, ਮੈਂ ਕਈ ਵਾਰੀ ਇਹ ਸਾਰੇ ਨੌਜਵਾਨਾਂ ਨੂੰ ਜਦੋਂ ਮੈਂ ਵਿਦੇਸ਼ ਦੇ ਵਿੱਚ ਜਾਂਦਾ ਹੈ, ਹਾਂ ਬਿਲਕੁਲ, ਇਹ ਕਿਉਂਕਿ ਮੇਰੇ ਸਾਹਮਣੇ ਤੁਹਾਡੇ ਉੱਥੇ ਵਾਪਰੀ ਸੀ ਜਦੋਂ ਮੈਂ ਆਇਆ ਸੀ, ਤਾਂ ਉਦੋਂ ਵੀ ਬੱਚਿਆਂ ਦਾ ਇਹੀ ਸੀਗਾ ਜਦੋਂ ਮੈਂ ਪਰਥ ਦੇ ਵਿੱਚ ਸੀਗਾ। ਹੁਣ ਮੈਂ ਉਹਨਾਂ ਬੱਚਿਆਂ ਨੂੰ, ਉਹਨਾਂ ਨੇ ਇਹੀ ਸਵਾਲ ਕੀਤਾ ਤੇ ਮੈਂ ਉਹਨਾਂ ਨੂੰ ਇੱਕ ਹੀ ਜਵਾਬ ਦਿੱਤਾ ਸੀ
ਗੁਰਦੁਆਰੇ ਦੇ ਵਿੱਚ ਪ੍ਰਬੰਧਕਾਂ ਦੀ ਲੜਾਈ ਸਾਲ ਦੇ ਵਿੱਚ ਵੱਧ ਤੋਂ ਵੱਧ ਕਿਤੇ ਇੱਕ ਵਾਰੀ ਹੋ ਜਾਂਦੀ ਹੋਵੇਗੀ। ਜੀ ਘਰ ਦੇ ਵਿੱਚ ਮਾਂ-ਬਾਪ ਦੀ ਕਈ ਵਾਰੀ ਲੜਾਈ ਰੋਜ਼ ਹੁੰਦੀ ਆ, ਬੱਚੇ ਘਰ ਛੱਡ ਦਿੰਦੇ ਨੇ। ਜੀ ਜਦੋਂ ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ ਅਸੀਂ ਪੜ੍ਹਦੇ ਹਾਂ ਤੇ ਕਾਲਜ ਯੂਨੀਵਰਸਿਟੀਆਂ ਲੜਾਈ ਦੇ ਅਖਾੜੇ ਬਣੇ ਹੁੰਦੇ ਨੇ। ਜੀ ਕੀ ਅਸੀਂ ਕਾਲਜ ਯੂਨੀਵਰਸਿਟੀਆਂ ਦੇ ਵਿੱਚੋਂ ਪੜ੍ਹਨਾ ਛੱਡ ਦਿੰਦੇ ਹਾਂ? ਉਸ ਜੀ ਤੋਂ ਬਾਅਦ ਅਸੀਂ ਬਿਜ਼ਨਸ ਦੇ ਵਿੱਚ ਜਾਂਦੇ ਹਾਂ ਤੇ ਹਰ ਬਿਜ਼ਨਸ ਦੇ ਵਿੱਚ ਇੱਕ ਕਾਰ ਡਰਾਈਵਰ, ਟਰੱਕ ਡਰਾਈਵਰ ਤੋਂ ਲੈ ਕੇ ਸਾਰਾ ਸਟਰਗਲ ਹੁੰਦਾ ਹੈ, ਹਰ ਪੱਖ 'ਚ ਲੜਾਈ ਹੁੰਦੀ ਹੈ। ਕੀ ਅਸੀਂ ਉਸ ਆਪਣੇ ਧੰਦੇ ਨੂੰ ਜਾਂ ਅਸੀਂ ਉਸ ਕਿਰਤ ਨੂੰ ਛੱਡ ਜਾਂਦੇ ਹਾਂ? ਜੀ ਜੇ ਅਸੀਂ ਸਾਰਿਆਂ ਨੂੰ ਛੱਡ ਕੇ ਰਾਜਨੀਤੀ 'ਚ ਸਮਝਦੇ ਸੀ ਸਮਾਜ ਦਾ ਸੁਧਾਰ ਲਿਆਉਣਾ, ਤੇ ਮੈਂ ਸਮਾਜ ਦਾ ਸਭ ਤੋਂ ਵੱਡੀ ਜੰਗ ਤੇ ਸਭ ਤੋਂ ਵੱਡੀ ਲੜਾਈ ਹੁੰਦੀ ਹੈ ਕਿ ਅਸੀਂ ਉਸ ਖੇਤਰ ਨੂੰ ਛੱਡ ਦਿੰਦੇ ਆ। ਵੀਰ ਜੀ, ਇਹ ਕੇਵਲ ਤੇ ਕੇਵਲ ਨਾ ਆਉਣ ਦਾ ਬਹਾਨਾ ਹੁੰਦਾ। ਮੈਂ ਕਦੀ ਵੀ ਨਹੀਂ ਸਮਝਦਾ ਕਿ ਗੁਰਦੁਆਰੇ ਪ੍ਰਬੰਧਕਾਂ ਦੀ ਆਪਸੀ ਜਿਹੜੀ ਖਿੱਚੋਤਾਣ ਹੈ ਉਹ ਸੰਗਤ ਤੇ ਅਸਰ ਪਾਉਂਦੀ ਹੈ। ਬਿਲਕੁਲ ਨਹੀਂ, ਇਹ ਸਾਡੇ ਨੌਜਵਾਨਾਂ ਦਾ ਬਹਾਨਾ ਹੈ, ਇਸ ਤੋਂ ਵੱਧ ਕੁਝ ਨਹੀਂ ਹੈਗਾ। ਮੈਂ ਕਦੀ ਵੀ ਇਹਨੂੰ ਆਪਣੀ ਮਾਨਸਿਕਤਾ ਤੇ ਲਿਆ ਕੇ ਸੋਚਾਂ ਤੇ ਮੈਂ ਕਦੀ ਵੀ ਨਹੀਂ ਸੋਚਦਾ ਵੀ ਯਾਰ ਇਹ ਕੋਈ ਬਹਾਨਾ ਜੀ ਗੁਰਦੁਆਰੇ ਪ੍ਰਬੰਧਕ ਲੜਦੇ ਨੇ ਅਸੀਂ ਗੁਰਦੁਆਰੇ ਨਹੀਂ ਆਉਣਾ। ਘਰ 'ਚ ਮਾਂ ਪਿਓ ਵੀ ਲੜਦੇ ਨੇ, ਘਰ 'ਚ ਨਾ ਰਹੋ। ਸਕੂਲਾਂ ਕਾਲਜਾਂ 'ਚ ਲੜਾਈਆਂ ਹੁੰਦੀਆਂ ਨੇ, ਨਾ ਪੜੋ। ਇਹ ਤਾਂ ਸਿਰਫ ਇੱਕ ਨਹੀਂ, ਬਹਾਨਾ ਹੈ। ਬਿਲਕੁਲ ਮੈਂ ਤੁਹਾਡੀ ਗੱਲ ਨਾਲ ਮੈਂ ਬਿਲਕੁਲ ਸਹਿਮਤ ਹਾਂ ਤੁਹਾਡੇ ਨਾਲ। ਇਹ ਬਹਾਨਾ ਹੈ, ਵਾਕਈ ਇਹ ਬਹਾਨਾ ਇੱਕ ਨਾ ਜਾਣ ਦਾ ਜਾਂ ਸ਼ਮੂਲੀਅਤ ਨਾ ਕਰਨ ਦਾ। ਇੱਕ ਮੈਨੂੰ ਇੱਕ ਥੋੜਾ ਜਿਹਾ ਇਹਦੇ ਨਾਲ ਨਾਲ ਮੈਨੂੰ ਇੱਕ ਇਹ ਵੀ ਰੀਜ਼ਨ ਲੱਗਦਾ ਹੈ ਕਿ ਇੱਕ ਸਾਡੀ ਕੌਮ ਦੀ ਕਹਿ ਲਓ ਜਾਂ ਸਾਡੇ ਲੀਡਰਾਂ ਦੀ ਕਹਿ ਲਓ, ਇੱਕ ਥਿੰਕਿੰਗ ਇਹੋ ਜਿਹੀ ਬਣ ਗਈ ਹੈ, ਸੋਚ ਇਹੋ ਜਿਹੀ ਬਣ ਗਈ ਹੈ ਕਿ ਅਸੀਂ ਜੇ ਕੋਈ ਗੱਲ ਆਪਸ ਦੇ ਵਿੱਚ ਸ਼ੁਰੂ ਕਰਦੇ ਹਾਂ, ਅਸੀਂ ਉਸ ਗੱਲ ਨੂੰ ਨਹੀਂ ਚੱਕਦੇ ਹੈਗੇ ਜਿਹਦੇ ਤੇ ਆਪਣਾ ਕੰਸੈਂਸਸ ਬਣ ਸਕੇ। ਜਿਹੜੀ ਗੱਲ ਚੱਕੀ ਜਾਂਦੀ ਹੈ ਉਹ ਕਈ ਵਾਰੀ ਇਹੀ ਚੱਕੀ ਜਾਂਦੀ ਹੈ ਵੀ ਜਿਹਦੇ ਤੇ ਪਤਾ ਵੀ ਮੈਂ ਫਲਾਣੇ ਨਾਲ ਅਗਰੀ ਨਹੀਂ ਹੋਣਾ, ਉਹਨਾਂ ਨੇ ਮੇਰੇ ਨਾਲ ਅਗਰੀ ਨਹੀਂ ਹੋਣਾ। ਭਾਵੇਂ ਕਿ ਉਹ ਦਸਮ ਗ੍ਰੰਥ ਦਾ ਮੁੱਦਾ ਹੋ ਜਾਵੇ, ਭਾਵੇਂ ਮੀਟ ਦਾ ਮੁੱਦਾ ਹੋ ਜਾਵੇ, ਜਾਂ ਕੋਈ ਵੀ ਇਹੋ ਜਿਹੇ ਮੁੱਦੇ ਜਿਹੜੇ ਅਸੀਂ ਇੰਡੀਵਿਜੂਅਲ ਤੌਰ ਦੇ ਉੱਤੇ ਰਿਜ਼ੋਲਵ ਨਹੀਂ ਕਰ ਸਕਦੇ, ਉਹਨਾਂ ਨੂੰ ਪੰਥਕ ਪੱਧਰ ਦੇ ਉੱਤੇ ਇੱਕ ਸਟਰਕਚਰ ਦੇ ਵਿੱਚ ਰਿਜ਼ੋਲਵ ਕੀਤਾ ਜਾ ਸਕਦਾ। ਪਰ ਜਦੋਂ ਆਪਾਂ ਕੋਈ ਗੱਲ ਵਿਚਾਰ ਸ਼ੁਰੂ ਕਰਦੇ ਹਾਂ, ਉਹ ਗੱਲ ਉੱਥੋਂ ਹੀ ਸ਼ੁਰੂ ਕੀਤੀ ਜਾਂਦੀ ਹੈ ਵੀ ਪਤਾ ਹੈ ਕਿ ਇੱਥੇ ਤਾਂ ਸਾਡਾ ਆਪਸ 'ਚ ਸਿੰਘ ਫਸਣੇ। ਤੇ ਇਹ ਤੁਹਾਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਆਪਾਂ ਨੂੰ ਇਹ ਵੀ ਥੋੜਾ ਜਿਹਾ ਸਟੈਪ ਬੈਕ ਕਰਕੇ ਹੋਣਾ ਚਾਹੀਦਾ, ਧਿਆਨ ਦੇ ਵਿੱਚ ਹੋਣਾ ਚਾਹੀਦਾ ਕਿ ਵੀ ਜਿੱਥੇ ਕੰਸੈਂਸਸ ਬਿਲਕੁਲ ਗੱਲਾਂ ਉਭਾਰੀਏ। ਵੀਰ ਜੀ, ਪਿੱਛੇ ਜੇ ਮੈਂ ਇੱਕ ਕਿਤਾਬ ਪੜ੍ਹ ਰਿਹਾ ਸੀ, ਮੈਨੂੰ ਤੁਹਾਡੀ ਇਸ ਗੱਲ ਦਾ ਜਵਾਬ ਉਹਦੇ 'ਚੋਂ ਬੜਾ ਵਧੀਆ ਲੱਗਾ। ਉਹਦੇ 'ਚ ਲੱਗਾ ਕਿ ਜਦੋਂ ਗੁਲਾਮ ਕੌਮ ਆਜ਼ਾਦ ਕੌਮਾਂ ਦੇ ਮੁੱਦਿਆਂ ਦੇ ਉੱਪਰ ਲੜਦੇ ਨੇ ਨਾ, ਤਾਂ ਉਹ ਕਿਤੇ ਨਾ ਕਿਤੇ ਆਜ਼ਾਦੀ ਦੇ ਰਾਹ ਤੋਂ ਭਟਕ ਜਾਂਦੇ ਨੇ। ਇਹ ਬਿਲਕੁਲ ਸੱਚ ਗੱਲ ਹੈ। ਉਹਦਾ ਕਾਰਨ ਇਹ ਹੈ ਕਿ ਜਿਹੜੇ ਮੁੱਦਿਆਂ ਦੇ ਉੱਪਰ ਅਸੀਂ ਲੜ ਰਹੇ ਹਾਂ, ਇਹ ਗੁਲਾਮ ਕੌਮ ਦੇ ਮੁੱਦੇ ਨਹੀਂ ਹੈਗੇ। ਸਾਡਾ ਮੁੱਖ ਮੁੱਦਾ ਤੇ ਇਹ ਹੋਣਾ ਚਾਹੀਦਾ ਹੈ ਕਿ ਅਸੀਂ ਆਪਣੀ ਕੌਮੀਅਤ ਨੂੰ ਆਜ਼ਾਦੀ ਦੇ ਰਾਹ ਕਿਵੇਂ ਤੋਰਨਾ ਹੈ। ਤੇ ਜਿਹੜੇ ਮੁੱਦਿਆਂ ਦੇ ਉੱਪਰ ਅਸੀਂ ਲੜ ਰਹੇ ਹਾਂ, ਜਿਸ ਦਿਨ ਆਜ਼ਾਦ ਹੋਵਾਂਗੇ, ਉਹ ਸਾਡੀ ਆਜ਼ਾਦੀ ਦੇ ਕਾਨੂੰਨੀ ਦਾਇਰੇ ਦੇ ਵਿੱਚ ਹੱਲ ਹੋਣ ਵਾਲੇ ਮੁੱਦੇ ਨੇ। ਅੱਜ ਮੈਂ ਕਹਾਂ ਜਾਂ ਕੋਈ ਵੀ ਸੰਸਥਾ ਜਾਂ ਕੋਈ ਵੀ ਬੰਦਾ ਕਵੇ ਕਿ ਮੈਂ ਆਹ ਜਿਹੜਾ ਮੁੱਦਾ ਹੈ ਇਹਦੇ ਉੱਪਰ ਆਪਣੀ ਰਾਏ ਦੇ ਦੇਵਾਂ ਤੇ ਸਾਰੀ ਕੌਮ ਜਿਹੜੀ ਉਹ ਮੰਨ ਲਵੇਗੀ, ਨਹੀਂ। ਤੁਸੀਂ ਵੇਖੋ ਕਿ ਮੈਨੂੰ ਪਿੱਛੇ ਜੇ ਇੱਕ ਬੇਸ਼ੱਕ ਹਿੰਦੂ ਵੀਰ ਦੀ ਉਹਨੇ ਟਵੀਟ ਕੀਤਾ, ਪਰ ਮੈਨੂੰ ਵਧੀਆ ਲੱਗਾ। ਕਹਿੰਦਾ ਰਾਜ ਦੇ ਆਹ ਗੁਣ ਹੁੰਦੇ ਆ, ਜਦੋਂ ਸਾਡੇ ਕੋਲ ਰਾਜ ਨਹੀਂ ਸੀ ਉਦੋਂ ਸਾਡਾ ਮੰਦਿਰ ਢਾਇਆ ਗਿਆ, ਹੁਣ ਰਾਜ ਹੈ ਤੇ ਅਸੀਂ ਮੰਦਿਰ ਬਣਾ ਲਿਆ। ਸੋ ਇਹ ਜਿਹੜੇ ਮੁੱਦੇ ਹੁੰਦੇ ਨੇ, ਹੁਣ ਜੇ ਹਿੰਦੂ ਧਰਮ ਜਿਹੜਾ ਹੈ ਉਹ ਪਿਛਲੇ 900 ਸਾਲ ਇਸੇ ਗੱਲ ਤੇ ਲੜੀ ਜਾਂਦਾ ਕਿ ਸਾਕਤ ਜਿਹੜੇ ਨੇ ਉਹ ਆਹ ਕਰਦੇ ਨੇ, ਵੈਸ਼ਨਵ ਜਿਹੜੇ ਨੇ ਉਹ ਆਂਡਾ ਪਿਆਜ਼ ਵੀ ਮੀਟ ਵੀ ਨਹੀਂ ਖਾਂਦੇ, ਤੇ ਜਿਹੜੇ ਦੂਜੇ ਹੋਰ ਨੇ ਉਹ ਮੰਦਿਰ ਦੇ ਵਿੱਚ ਬੱਕਰੇ ਦੀ ਬਲੀ ਵੀ ਦਿੰਦੇ ਨੇ, ਤੇ ਕੁਛ ਮੰਦਿਰਾਂ 'ਚ ਸ਼ਰਾਬ ਵੀ ਚੜ੍ਹਦੀ ਹੈ। ਉਹਨਾਂ ਨੇ ਆਪਣਾ ਅੰਤਰ ਵਿਰੋਧ ਸਾਰਾ ਹੀ ਲਾਂਭੇ ਕਰ ਲਿਆ। ਉਹਨਾਂ ਨੇ ਬਸ ਇੱਕ ਹਿੰਦੂਤਵ ਨੂੰ ਅੱਗੇ ਲੈ ਆਉਂਦਾ। ਅਸੀਂ ਕਦੀ ਸਿੱਖੀਜ਼ਮ ਨੂੰ ਅੱਗੇ ਲਿਆਉਣ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਸੋ ਅਸੀਂ ਉਹਨਾਂ ਮੁੱਦਿਆਂ ਦੇ ਉੱਪਰ ਲੜ ਰਹੇ ਨੇ ਜਿਹੜੇ ਹੱਲ ਆਜ਼ਾਦੀ 'ਚ ਸਾਡੇ ਕਾਨੂੰਨੀ ਦਾਇਰੇ 'ਚ ਹੋਣੇ ਨੇ। ਤੇ ਇਸ ਕਰਕੇ ਮੈਂ ਕਹਿੰਦਾ ਹੁੰਦਾ ਕਿ ਅਸੀਂ ਹੈ ਗੁਲਾਮ ਤੇ ਮੁੱਦਾ ਉਹਨਾਂ ਤੇ ਲੜਦੇ ਹਾਂ ਜਿਹੜੇ ਹੱਲ ਆਜ਼ਾਦੀ ਨਾਲ ਹੋਣੇ ਨੇ। ਅਸੀਂ ਆਪਣੀ ਕੇਵਲ ਤੇ ਕੇਵਲ ਊਰਜਾ ਜਿਹੜੀ ਹੈ ਉਸ ਨੂੰ ਕਹਿ ਸਕਦੇ ਹੋ ਕਿ ਵੇਸਟ ਕਰ ਰਹੇ ਹਾਂ। ਇਸ ਤੋਂ ਵੱਧ ਅਸੀਂ ਕੁਝ ਨਹੀਂ ਕਰ ਰਹੇ। ਬਿਲਕੁਲ ਭਾਜੀ। ਹੁਣ ਮੈਂ ਕਹਿੰਦਾ ਪ੍ਰੋਗਰਾਮ ਦਾ ਸਮਾਂ ਵੀ ਬਹੁਤ ਹੋ ਗਿਆ ਤਾਂ ਆਪਾਂ ਅਖੀਰ ਤੱਕ ਆ ਗਏ ਹਾਂ। ਤਾਂ ਮੈਂ ਭਾਜੀ ਹੁਣ ਇਹ ਵਧੂੰਗਾ ਕਿ ਆਪਾਂ ਪਾਸਟ ਦੀਆਂ ਗੱਲਾਂ ਕੀਤੀਆਂ, ਕਰੰਟ ਪ੍ਰੋਬਲਮਸ ਦੀਆਂ ਗੱਲਾਂ ਕੀਤੀਆਂ, ਹੁਣ ਆਪਾਂ ਸੋਚੀਏ ਕਿ ਅੱਗੇ ਕੀ, ਵਟ ਨੈਕਸਟ। ਕਿ ਪੁਰਾਣੇ ਤੋਂ ਇੱਕ ਅਗਰ ਇੱਥੇ ਰੱਖਾਂ ਕਿ ਜੋ ਪਾਸਟ ਵਿੱਚ ਹੋਇਆ 47 ਦੇ ਵਿੱਚ ਜਾਂ ਵੰਡ ਹੋਈ ਆ, ਉਹ ਤੋਂ ਅਸੀਂ ਸੇਧ ਕੀ ਲੈਂਦੇ ਹਾਂ, ਤਾਂ ਉਹਨੂੰ ਅਸੀਂ ਸੇਧ ਨੂੰ ਲੈ ਕੇ ਜਾਂ ਅਸੀਂ ਫਿਊਚਰ 'ਚ ਕਿੱਦਾਂ ਇੰਪਲੀਮੈਂਟੇਸ਼ਨ ਕਰਨੀ ਆ, ਤਾਂ ਅਸੀਂ ਕਿੱਧਰ ਨੂੰ ਤੁਰਨਾ ਆ, ਸਾਡਾ ਲਾਈਨ ਆਫ ਐਕਸ਼ਨ ਹੁਣ ਤੋਂ ਬਾਅਦ ਕੀ ਹੋਣਾ ਚਾਹੀਦਾ ਆ, ਸਾਡਾ ਫੋਕਸ ਨੈਕਸਟ ਕੀ ਹੋਵੇ। ਕਿਉਂਕਿ ਜਦੋਂ ਆਪਾਂ ਗੱਲ ਕੀਤੀ ਹੈ ਕਿ ਸਾਡੀਆਂ ਆਪਸੀ ਲੜਾਈਆਂ ਨੇ ਉਹ ਜਿਹੜੀਆਂ ਆਜ਼ਾਦੀ ਤੋਂ ਬਾਅਦ ਹੱਲ ਹੋਣੀਆਂ ਨੇ, ਅਸੀਂ ਉਹਦਾ ਬਾਰੇ ਹੁਣ ਹੀ ਚਰਚਾ ਕਰਕੇ ਆਪਣੀ ਐਨਰਜੀ ਦਾ ਟਾਈਮ ਵੇਸਟ ਕਰ ਰਹੇ ਹਾਂ।
ਤੇ ਇਸ ਤਰ੍ਹਾਂ ਸਾਡਾ ਨੈਕਸਟ ਫੋਕਸ ਕੀ ਹੋਣਾ ਚਾਹੀਦਾ, ਸਾਡਾ ਧਿਆਨ ਕਿੱਧਰ ਨੂੰ ਜਾਣਾ ਚਾਹੀਦਾ, ਸਾਡੀ ਜਿਹੜੀ એનર્ਜੀ ਆ ਉਹ ਕਿਹੜੇ ਪਾਸੇ ਜਾਣੀ ਚਾਹੀਦੀ ਆ? ਵੇਖੋ ਗੁਰਿੰਦਰਵੀਰ ਜੀ, ਮੈਂ ਇੱਕ ਉਦਾਹਰਨ ਦਵਾਂ ਤੁਹਾਨੂੰ ਛੋਟੀ ਜੀ ਹੈ ਦਊਂਗਾ ਤਾਂ ਮੈਂ RSS ਦੇ ਵਿੱਚੋਂ ਹੀ। RSS ਦਾ ਜਿਹੜਾ ਦੀਨ ਦਿਆਲ ਸ਼ੋਧ ਸੰਸਥਾਨ ਹੈ, ਉਹਨਾਂ ਦਾ ਇੱਕ ਮੈਗਜ਼ੀਨ ਨਿਕਲਦਾ ਹੈ ਮੰਥਨ। ਕਿਤੇ ਤੁਹਾਨੂੰ ਉਸ ਮੈਗਜ਼ੀਨ ਨੂੰ ਪੜ੍ਹਨ ਦਾ ਮੌਕਾ ਮਿਲੇ ਤਾਂ ਉਹ ਇੱਕ ਵਿਸ਼ੇ ਦੇ ਉੱਪਰ, ਆਪਣੇ ਧਰਮ ਦੇ ਉੱਪਰ ਇੰਨਾ ਗਹਿਰ ਚਿੰਤਨ ਕਰਦੇ ਨੇ ਕਿ ਉਹਨੂੰ ਪੜ੍ਹਨ ਤੋਂ ਬਾਅਦ ਮੈਂ ਕਹਿੰਦਾ ਕਿ ਚਾਹੇ ਉਹ ਵੈਸ਼ਨਵ ਹੈ, ਚਾਹੇ ਉਹ ਸਾਕਤ ਹੈ, ਚਾਹੇ ਉਹ ਬ੍ਰਹਮ ਨੂੰ ਮੰਨਣ ਵਾਲਾ ਹੈ, ਚਾਹੇ ਉਹ ਕ੍ਰਿਸ਼ਨ ਦਾ ਉਪਾਸ਼ਕ ਹੈ, ਚਾਹੇ ਉਹ ਰਾਮ ਦਾ ਉਪਾਸ਼ਕ ਹੈ, ਉਹ ਕਿਤੇ ਨਾ ਕਿਤੇ ਆਪਣੀ ਮਾਨਸਿਕਤਾ ਨੂੰ ਇੱਕ ਦਾਇਰੇ ਦੇ ਵਿੱਚ ਲੈ ਆਉਂਦਾ ਹੈ ਕਿ ਜੇਕਰ ਮੈਂ ਇਸ ਦੇਸ਼ ਦੇ ਵਿੱਚ ਸੁਰੱਖਿਅਤ ਰਹਿਣਾ ਹੈ ਤਾਂ ਮੈਨੂੰ ਹਿੰਦੂ ਹੋਣ ਦੇ ਵਿੱਚ ਹੀ ਫਖਰ ਮਹਿਸੂਸ ਹੋਵੇਗਾ। ਤੇ ਅੱਜ ਜੇ ਦੁਨੀਆ ਤੋਂ ਸਭ ਤੋਂ ਵੱਡਾ ਬਾਕੀ ਧਰਮਾਂ ਤੋਂ ਖਤਰਾ ਤੇ ਹਿੰਦੂਤਵ ਨੂੰ ਹੈ, ਔਰ ਉਹ ਇੱਕ ਇਵੇਂ ਦਾ ਭੈ ਸਿਰਜ ਦਿੱਤਾ ਜਾਂਦਾ ਹੈ ਕਿ ਉਹ ਜਿਹੜਾ ਹਰ ਵੋਟਰ ਹੈ ਹਿੰਦੁਸਤਾਨ ਦਾ ਸੋਚਦਾ ਹੈ ਕਿ ਹਿੰਦੂਤਵ ਤੋਂ ਬਿਨਾਂ ਅਸੀਂ ਰਹਿ ਨਹੀਂ ਸਕਦੇ ਤੇ ਮੋਦੀ ਹੈ ਤੇ ਹਿੰਦੂਤਵ ਸਲਾਮਤ ਹੈ। ਸੋ ਇੱਕ ਸਕਦੇ ਹੋ ਕਿ ਇੱਕ ਭੈ ਦੀ ਜਿਹੜੀ ਨੀਤੀ ਹੈ ਸਿਰਜ ਦਿੱਤੀ ਜਾਂਦੀ ਹੈ। ਮੈਂ ਉਹਦੀ ਗੱਲ ਨਹੀਂ ਕਰਦਾ, ਮੈਂ ਸਿਰਫ ਉਹ 'ਚੋਂ ਇੱਕ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਹਾਂ ਕਿ ਉਹਨਾਂ ਦੇ ਉਸ ਸਕੂਲ ਆਫ ਥਾਟ ਨੇ ਇੱਕ ਨੁਕਤੇ ਨੂੰ ਫੜਿਆ। ਉਸ ਨੁਕਤੇ ਨੂੰ ਉਹਨਾਂ ਨੇ ਇੰਨਾ ਜ਼ਿਆਦਾ ਤੀਬਰਤਾ ਦੇ ਨਾਲ ਪ੍ਰਵਾਹਿਤ ਕੀਤਾ ਕਿ ਅੱਜ ਦਾ ਜਿਹੜਾ ਹਿੰਦੁਸਤਾਨ ਦਾ ਹਿੰਦੂ ਆ ਮਹਿਸੂਸ ਕਰਦਾ ਹੈ ਕਿ ਜੇ ਮੇਰਾ ਹਿੰਦੂਤਵ ਸੁਰੱਖਿਅਤ ਹੈ ਤੇ ਮੈਂ ਸੁਰੱਖਿਅਤ ਹਾਂ, ਤੇ ਹਿੰਦੂਤਵ ਸੁਰੱਖਿਅਤ ਤਾਂ ਰਹਿ ਸਕਦਾ ਹੈ ਜੇਕਰ BJP ਗਵਰਨਮੈਂਟ ਹੋਵੇ, ਤੇ BJP ਗਵਰਨਮੈਂਟ ਤਾਂ ਰਹਿ ਸਕਦੀ ਹੈ ਜੇਕਰ ਮੈਂ ਸੰਘ ਦੇ ਨਾਲ ਜੁੜਿਆ ਹੋਵਾਂ। ਤੇ ਇਹਦਾ ਮਤਲਬ ਕਿ ਇੱਕ ਆਮ ਜਨ ਮਾਨਸਿਕਤਾ ਨੂੰ ਸੰਘ ਦੇ ਨਾਲ ਸਿੱਧਾ ਜੋੜਨ ਦੇ ਵਿੱਚ ਸਫਲ ਰਹੇ ਨੇ, ਪਹਿਲੀ ਗੱਲ। ਦੂਸਰੀ ਗੱਲ ਜੋ ਸਾਨੂੰ ਕਰਨਾ ਚਾਹੀਦਾ ਕਿ ਅੱਜ ਇੱਕ ਵੀ ਸਿੱਖ ਗੱਲ ਵਿੱਚ ਸਿੱਖਾਂ ਦੀ ਸ਼ਮੂਲੀਅਤ ਜੀ, ਜਾਂ ਸਾਡੇ ਸਾਹਿਤਕ ਤੌਰ ਤੇ ਸਾਡੇ ਸਰੋਤਾਂ ਦੀ ਵਰਤੋਂ ਦੀ। ਅਸੀਂ ਇੱਕ ਦਿਨ ਮੀਟਿੰਗ ਕੀਤੀ, ਗੁਰਿੰਦਰ ਸਿੰਘ ਵੀਰ ਜੀ ਤੁਸੀਂ ਨਾਲ ਸੀਗੇ, ਜਿਹੜੀ ਅਸੀਂ ਜ਼ੂਮ ਤੇ ਉੱਪਰ ਉਦੋਂ ਮੀਟਿੰਗ ਕੀਤੀ। ਹਾਂਜੀ ਹਾਂਜੀ। ਉਸ ਤੋਂ ਬਾਅਦ ਕੁਝ ਹੋਰ ਵੀਰਾਂ ਦੀ ਸ਼ਮੂਲੀਅਤ ਹੋਈ। ਸਰਦਾਰ ਸੁਖਦੇਵ ਸਿੰਘ ਭੌਰ ਸਾਡੇ ਨਾਲ ਸੀਗੇ। ਮੇਰੀ ਆਵਾਜ਼ ਆ ਰਹੀ ਜੀ? ਹਾਂਜੀ ਹਾਂਜੀ ਵੀਰ ਜੀ, ਆ ਰਹੀ। ਸਰਦਾਰ ਸੁਖਦੇਵ ਸਿੰਘ ਭੌਰ ਸਾਡੇ ਨਾਲ ਸੀ। ਅਸੀਂ ਵਿਅਕਤੀਗਤ ਤੌਰ ਤੇ ਇੰਡੀਵਿਜੂਅਲੀ ਸਾਰਿਆਂ ਨੇ ਵਿਚਾਰ ਦਿੱਤੇ, ਕੋਸ਼ਿਸ਼ ਕੀਤੀ, ਪਰ ਕੀ ਸਾਡੇ ਕੋਲ ਕੋਈ ਸਮੂਹਿਕ ਤੌਰ ਤੇ ਸਿੱਖ ਸਕੂਲ ਆਫ ਥਾਟ ਜਾਂ ਸਿੱਖ ਹਿਸਟਰੀ ਰਿਸਰਚ ਸੈਂਟਰ ਹੈ ਕਿ ਸਾਡੇ ਵੱਲੋਂ ਉਸ ਕੌਮੀਅਤ ਦੇ ਨੇ ਜੇ ਸਾਡੇ ਕਿਸੇ ਸਾਹਿਤ ਦੀ ਵਰਤੋਂ ਦੀ ਜਾਂ ਦੁਰਵਰਤੋਂ ਦੀ ਰੂਪ ਦੇ ਵਿੱਚ ਆਪਣੇ ਕੀਤੇ ਹੋਏ ਕੰਮ ਨੂੰ ਸਹੀ ਸਾਬਤ ਕਰਨ ਦੇ ਵਾਸਤੇ ਵਰਤਿਆ ਹੈ, ਕਿ ਸਾਡੇ ਕੌਮ ਦੇ ਵੱਲੋਂ ਕੋਈ ਅਜੇ ਤੱਕ ਸਮੂਹਿਕ ਜਵਾਬ ਗਿਆ? ਇਹ ਤੁਹਾਡੇ ਸਵਾਲ ਦਾ ਜਵਾਬ ਹੈ ਕਿ ਜਿੰਨਾ ਚਿਰ ਤੱਕ ਅਸੀਂ ਇੱਕ ਸਿੱਖ ਰਿਸਰਚ ਇੰਸਟੀਚਿਊਟ, ਇੱਕ ਸਿੱਖ ਸਕੂਲ ਆਫ ਥਾਟ ਤੇ ਆਪਣੇ ਜਿਹੜੇ ਸਰੋਤ ਨੇ ਉਹਨਾਂ ਦਾ ਅਧਿਐਨ। ਮੈਂ ਤੁਹਾਨੂੰ ਇੱਕ ਹੋਰ ਵੀ ਬੇਨਤੀ ਕਰ ਦੇਵਾਂ, ਆ ਪਿੱਛੇ ਜੇ ਇੱਕ ਕਿਤਾਬ ਆਈ ਹੈ ਉਹਦੇ 'ਚ ਲਿਖਿਆ ਹੈ ਕਿ ਜੇਕਰ ਸੰਘ ਦੇ ਵਰਕਰ ਦਰਬਾਰ ਸਾਹਿਬ ਦੀ ਰੱਖਿਆ ਨਾ ਕਰਦੇ 1947 ਦੇ ਵਿੱਚ, ਤੇ ਜਿਹੜੇ ਮੁਸਲਮਾਨ ਜਹਾਦੀ ਹੈ ਉਹਨਾਂ ਦਰਬਾਰ ਸਾਹਿਬ ਢਾਹ ਦੇਣਾ ਸੀ। ਉਹਨਾਂ ਨੇ ਇਸ ਤਰ੍ਹਾਂ ਦੇ ਨਾਲ ਉਹਨੂੰ ਪ੍ਰੈਜ਼ੈਂਟ ਕੀਤਾ ਹੈ ਕਿ ਜਦੋਂ ਹੁਣ ਗੱਲ ਆਈ ਹੈ ਨਾ, ਜਿਹੜੀ ਗੱਲ ਆਈ ਹੈ ਕਿ ਦਰਬਾਰ ਸਾਹਿਬ ਹਰੀ ਦਾ ਮੰਦਿਰ ਹੈ, ਜਦੋਂ ਉਹਨਾਂ ਨੇ ਇਸ ਗੱਲ ਨੂੰ ਸਟੈਬਲਿਸ਼ ਕਰਨਾ ਹੋਇਆ ਤਾਂ ਇਹ ਜਿਹੜੀ ਕਿਤਾਬ ਹੈ ਕਿ ਅਸੀਂ ਹਰਮੰਦਰ ਦੀ ਰੱਖਿਆ ਕੀਤੀ, ਉਹਨੂੰ ਇੱਕ ਲੜੀ ਦੇ ਵਿੱਚ ਵੇਖਣਗੇ। ਅਸੀਂ ਅਜੇ ਤੱਕ ਜਵਾਬ ਤਿਆਰ ਨਹੀਂ ਕੀਤਾ, ਕਿਉਂਕਿ ਸਾਡੇ ਕੋਲ ਨਾ ਤਾਂ ਸਿੱਖ ਇਤਿਹਾਸ ਰਿਸਰਚ ਬੋਰਡ ਰਿਹਾ, ਨਾ ਸਾਡੇ ਦੇ ਕੋਲ ਕੋਈ ਸਿੱਖ ਸਕੂਲ ਆਫ ਥਾਟ ਰਹਿ ਗਿਆ। ਇੰਡੀਵਿਜੂਅਲੀ ਵੱਖ-ਵੱਖ ਤੌਰ ਤੇ ਅਸੀਂ ਸਾਰੇ ਜਿਹੜੇ ਆ ਤਲਵਾਰਾਂ ਚਲਾਈ ਜਾ ਰਹੇ ਹਾਂ, ਪਰ ਕਿਤੇ ਨਾ ਕਿਤੇ ਅਸੀਂ ਆਪਣੇ ਅੰਤਰ ਵਿਰੋਧ ਦੇ ਮੁੱਦਿਆਂ ਨੂੰ, ਮੈਂ ਕਈ ਵਾਰੀ ਕਹਿੰਦਾ ਹੁੰਦਾ ਕਿ ਮੈਂ ਜੇ ਮੂਲ ਮੰਤਰ ਗੁਰਪ੍ਰਸਾਦ ਤੱਕ ਪੜ੍ਹਦਾ ਤੇ ਕੋਈ ਹੋਰ CBS ਸੱਚ ਤੱਕ ਪੜ੍ਹ ਵੀ ਲਵੇ ਤਾਂ ਕਿਹੜੀ ਗੱਲ ਹੈ, ਕਮ ਸੇ ਕਮ ਜਿਹੜਾ ਸਾਂਝਾ ਦੁਸ਼ਮਣ ਹੈ ਉਹਦੇ ਖਿਲਾਫ ਤਾਂ ਇਕੱਠੇ ਹੋਈਏ। ਮੇਰੇ ਬੜੇ ਦੋਸਤ ਨੇ ਜਿਹੜੇ ਮਾਸ ਖਾਂਦੇ ਨੇ, ਮੈਨੂੰ ਉਹਨਾਂ ਤਾਂ ਕਦੀ ਕੋਈ ਤਕਲੀਫ ਨਹੀਂ ਹੈ, ਫਿਰ ਕੀ ਹੋਇਆ? ਬੜੇ ਦੋਸਤ ਉਹ ਨੇ ਮੇਰੇ ਨਿਹੰਗ ਸਿੰਘਾਂ 'ਚ ਜਿਹੜੇ ਝਟਕਾ ਵੀ ਕਰਦੇ ਨੇ, ਮੈਨੂੰ ਉਹਨਾਂ ਤੋਂ ਵੀ ਕੋਈ ਤਕਲੀਫ ਨਹੀਂ ਹੈ, ਫਿਰ ਕੀ ਹੋਇਆ? ਪਰ ਮੈਂ ਕਹਿੰਦਾ ਕਿ ਕਿਤੇ ਨਾ ਕਿਤੇ ਇੱਕ ਮੁੱਦਾ ਤੇ ਅਸੀਂ ਸਾਂਝਾ ਰੱਖੀਏ ਆਪਣਾ। ਕਦੀ ਸਿੱਖ ਸਕੂਲ ਆਫ ਥਾਟ ਦੀ ਗੱਲ ਤਾਂ ਕਰੀਏ, ਕਿਤੇ ਇਤਿਹਾਸ ਦੀ ਖੋਜ ਦੀ ਗੱਲ ਤਾਂ ਕਰੀਏ। ਸਾਡਾ ਨੌਜਵਾਨ ਸਾਡੇ ਤੋਂ ਸਿੱਖ ਹੀ ਰਿਹਾ, ਸਾਡੇ ਕੋਲ ਸਿੱਖ ਹੀ ਰਿਹਾ ਅੰਤਰ ਵਿਰੋਧ, ਸਾਡੇ ਕੋਲ ਸਿੱਖ ਹੀ ਰਿਹਾ ਹਉਮੈ, ਇਹੀ ਕੋਈ ਸਿੱਖ ਰਿਹਾ ਨੌਜਵਾਨ ਸਾਡੇ ਕੋਲ। ਬਿਲਕੁਲ। ਸੋ ਕਿਤੇ ਨਾ ਕਿਤੇ ਸਾਨੂੰ ਵੀਰ ਜੀ ਸਾਂਝਾ ਉਪਰਾਲਾ ਇੱਕ ਕਰਨਾ ਪਵੇਗਾ। ਉਸ ਦਿਨ ਵੀ ਮੀਟਿੰਗ ਹੋਈ ਸੀ, ਭੌਰ ਸਾਹਿਬ ਨਾਲ ਸੀ, ਪਰਮਪਾਲ ਹੋਣੀ ਸੀ, ਤੁਸੀਂ ਵੀ ਸੀਗੇ, ਤੇ ਉਦੋਂ ਵੀ ਅਸੀਂ ਸੋਚਿਆ ਸੀ ਕਿ ਜਿੰਨਾ ਚਿਰ ਤੱਕ ਸਾਡੇ ਵੱਲੋਂ ਇੱਕ ਸੰਘ ਦੇ ਵੱਲੋਂ ਆਪਣੀ ਕੌਮੀ ਮੁੱਦਿਆਂ ਦਾ ਮੰਥਨ ਕਰਨ ਦੇ ਵਾਸਤੇ ਇੱਕ ਕੇਂਦਰ ਸਥਾਪਿਤ ਨਹੀਂ ਕੀਤਾ ਜਾਂਦਾ,
ਉਹਨਾਂ ਚਿਰ ਤੱਕ ਅਸੀਂ ਜ਼ੋਰ ਤਾਂ ਸਾਰੇ ਲਾਵਾਂਗੇ, ਪਰ ਉਹ ਸਾਰਾ ਵੱਖਰੀਆਂ ਦਿਸ਼ਾਵਾਂ ਦੇ ਵਿੱਚ ਹੋਵੇਗਾ। ਇੱਕ ਸਾਂਝੇ ਮਰਕਜ਼ ਦੇ ਉੱਪਰੋਂ ਜਿੰਨਾ ਚਿਰ ਇਹ ਜਵਾਬ ਨਹੀਂ ਆਉਣਗੇ, ਉਹਨਾਂ ਚਿਰ ਤੱਕ ਸਾਡੇ ਦੁਸ਼ਮਣ ਨੂੰ ਇਸ ਦਾ ਕੋਈ ਅਸਰ ਨਹੀਂ ਹੋਵੇਗਾ। ਉਦੋਂ ਕੇ ਬੋਲ ਰਿਹਾ ਹੈ, ਤੁਸੀਂ ਬੋਲ ਰਹੇ ਹੋ, ਮੈਂ ਬੋਲ ਰਹੇ ਹੋ, ਇਹਦਾ ਕੋਈ ਉਦੋਂ ਮਤਲਬ ਨਹੀਂ ਰਹਿ ਜਾਂਦਾ ਜਦੋਂ ਇਹ ਸਾਂਝੀ ਆਵਾਜ਼ ਕਿਤੇ ਅਕਾਲ ਤਖਤ ਸਾਹਿਬ ਤੋਂ ਨਹੀਂ ਆਉਂਦੀ। ਜੀ ਬਿਲਕੁਲ ਬਿਲਕੁਲ ਭਾਜੀ। ਤਾਂ ਭਾਜੀ ਇੱਕ ਤੁਸੀਂ ਕੁਝ ਸਾਲ ਪਹਿਲਾਂ ਮੈਨੂੰ ਯਾਦ ਹੈ ਕਿ ਤੁਸੀਂ ਇਸੇ ਦੇ ਉੱਤੇ ਕੰਮ ਸ਼ੁਰੂ ਕੀਤਾ ਸੀਗਾ ਜਦੋਂ ਤੁਹਾਡੀ ਕਿਤਾਬ ਆਈ ਸੀ ਤਵੇ ਔਰ ਰੋਸ ਜਾਗਿਓ। ਉਸ ਤੋਂ ਬਾਅਦ ਤੁਸੀਂ ਕਾਫੀ ਬੇਨਤੀਆਂ ਵੀ ਕੀਤੀਆਂ ਸੀਗੀਆਂ, ਕਿਹਾ ਸੀਗਾ ਕਿ ਮੈਂ ਟੀਮ ਬਣਾ ਰਿਹਾ ਕਿ ਜਿਹੜੇ ਲੋਕ ਜਾਂ ਬੱਚੇ ਜਾਂ ਯੂਥ ਜਾਂ ਜੋ ਵੀ ਕੋਈ ਆ ਕੇ ਕਿਤਾਬਾਂ ਪੜ੍ਹ ਸਕਦਾ ਆ, ਕਿ ਬਈ ਅਸੀਂ ਇੱਕ ਕਿਤਾਬਾਂ ਪੜ੍ਹੀਏ ਜਿਹੜੀਆਂ RSS ਜਾਂ ਫਿਰ ਜਿਹੜੀਆਂ ਸਿੱਖਾਂ ਦੇ ਖਿਲਾਫ ਲਿਖੀਆਂ ਜਾ ਰਹੀਆਂ ਨੇ, ਤਾਂ ਕਿ ਅਸੀਂ ਉਹਨਾਂ ਦੇ ਜਵਾਬ ਤਿਆਰ ਕਰ ਸਕੀਏ। ਤੁਸੀਂ ਥੋੜਾ ਜਿਹਾ ਆਪਣਾ ਤਜਰਬਾ ਸ਼ੇਅਰ ਕਰੋ, ਕਿਉਂਕਿ ਤੁਸੀਂ ਕਾਫੀ ਕੰਮ ਕੀਤਾ ਇਸ ਚੀਜ਼ ਦੇ ਵਿੱਚ, ਔਰ ਮੈਨੂੰ ਲੱਗਦਾ ਸ਼ਾਇਦ ਕਈ ਸਾਲ ਪੁਰਾਣੀ ਗੱਲ ਆ, ਇਹ ਸ਼ਾਇਦ 10 ਸਾਲ ਪੁਰਾਣੀ ਗੱਲ ਹੋਏਗੀ ਜਦੋਂ ਤੁਸੀਂ ਇਹਦੇ ਉੱਤੇ ਮੈਂ ਨਹੀਂ 10 ਤੋਂ ਵੀ ਜੀ ਤਕਰੀਬਨ 15 ਸਾਲ ਹੀ ਹੋ ਗਏ ਨੇ। ਤਕਰੀਬਨ 2013 ਦੇ ਵਿੱਚ ਜਦੋਂ ਤਵੇ ਰੋਸ ਜਾਗਿਓ ਕਿਤਾਬ ਆਈ ਹੈ, ਤੇ ਮੈਂ ਉਦੋਂ ਵੀ ਸਾਰੇ ਨੌਜਵਾਨ ਵੀਰਾਂ ਨੂੰ ਹਰ ਸਟੇਜ ਤੋਂ ਇਹ ਅਪੀਲ ਕਰਦਾ ਹੁੰਦਾ ਸੀਗਾ ਕਿ ਤੁਸੀਂ ਪੜ੍ਹਨ ਦੇ ਵਾਸਤੇ, ਮੈਂ ਇਹ ਨਹੀਂ ਕਹਿੰਦਾ ਕਿ ਪੈਸੇ ਦਾ ਦਸਵੰਧ ਦਿਓ, ਪਰ ਪੜ੍ਹਨ ਦਾ ਦਸਵੰਧ ਜ਼ਰੂਰ ਦੇ ਦਿਓ ਕਿ ਦਿਨ ਦੇ ਵਿੱਚ ਕਮ ਸੇ ਕਮ 2 ਘੰਟੇ ਪੜ੍ਹੋ ਜ਼ਰੂਰ ਕਿਸੇ ਨਾ ਕਿਸੇ ਕਿਤਾਬ ਨੂੰ। ਮੇਰਾ ਤਜਰਬਾ ਕੋਈ ਬਹੁਤਾ ਵਧੀਆ ਨਹੀਂ ਰਿਹਾ, ਪਤਾ ਨਹੀਂ ਕਿਉਂ ਨੌਜਵਾਨਾਂ ਨੂੰ ਪੜ੍ਹਨ ਦੇ ਵਿੱਚ ਇੰਨਾ ਇੰਟਰਸਟ ਨਹੀਂ ਹੈ। ਮੈਨੂੰ ਸਮਝ ਨਹੀਂ ਆ ਰਹੀ ਕਿ ਉਹਦਾ ਕਾਰਨ ਕੀ ਹੈ, ਕਿ ਉਹ ਇੱਕ ਦਿਨ ਪੜ੍ਹਦੇ ਨੇ, ਦੂਜੇ ਦਿਨ ਥੋੜਾ ਉਹਨਾਂ ਦੇ ਕੋਲ ਉਤਸ਼ਾਹ ਹੁੰਦਾ ਹੈ, ਉਤੇਜਨਾ ਹੁੰਦੀ ਹੈ, ਤੀਜੇ ਚੌਥੇ ਦਿਨ ਨੂੰ ਫਿਰ ਸਮਝਦੇ ਨੇ ਕਿ ਇਹ ਤੇ ਸ਼ਾਇਦ ਸਾਨੂੰ ਕੋਈ ਵਾਧੂ ਜਿਹਾ ਕੰਮ ਦੇ ਦਿੱਤਾ ਗਿਆ। ਪਰ ਫਿਰ ਮੈਂ ਜਦੋਂ ਉਹਨਾਂ ਦਾ ਫਿਰ ਜਦੋਂ ਕੁਛ ਨੌਜਵਾਨਾਂ ਨੂੰ ਮੈਂ ਨਾਲ ਜੋੜ ਕੇ ਵੇਖਿਆ ਕਿ ਸ਼ਾਇਦ ਜੇ ਉਹ ਕਿਸੇ ਸੰਸਥਾਗਤ ਰੂਪ 'ਚ ਜੁੜ ਜਾਣ ਤਾਂ ਉਹ ਕਾਰਜ ਕਰਨਗੇ, ਤਾਂ ਫਿਰ ਵੇਖੋ ਵਿਦੇਸ਼ਾਂ ਵਾਲਿਆਂ ਨੂੰ ਜੋੜਨਾ ਤਾਂ ਕਿਤੇ ਨਾ ਕਿਤੇ ਉਹਨਾਂ ਦੀ ਟਾਈਮ ਦੀ ਪ੍ਰੋਬਲਮ ਜਾਂ ਹੋਰ ਸਮੱਸਿਆਵਾਂ ਸੀ। ਚਲੋ ਅਸੀਂ ਉਹਨਾਂ ਦੇ ਕੋਲ ਬੇਨਤੀ ਕਰਕੇ ਦਸਵੰਧ ਤਾਂ ਲੈ ਸਕਦੇ ਸੀ ਜੇ ਲੋੜ ਹੁੰਦੀ ਵੀ ਸਾਨੂੰ ਮਾਇਆ ਦੀ ਲੋੜ ਹੈ, ਅਸੀਂ ਉਹ ਕੰਮ ਕਰ ਸਕੀਏ। ਪਰ ਜਿਹੜਾ ਇੱਥੇ ਨੌਜਵਾਨ ਸੀਗਾ ਉਹਦੇ 'ਚ 2 ਰੂਪ ਸਾਹਮਣੇ ਆਉਂਦੇ ਨੇ ਸਾਡੇ ਕੋਲ। ਜਿਹੜਾ ਅਕੈਡਮਿਕ ਲੈਵਲ ਤੇ ਉੱਚ ਵਿੱਦਿਆ ਹਾਸਲ ਕਰ ਚੁੱਕਾ ਹੈ, ਉਹ ਸੋਚਦਾ ਹੈ ਕਿ ਮੇਰੇ ਵਾਸਤੇ ਇਤਿਹਾਸ ਜਿਹੜਾ ਇਹ ਕੋਈ ਚੀਜ਼ ਨਹੀਂ, ਮੈਂ ਇਹਦੇ ਤੋਂ ਕੀ ਲੈਣਾ। ਤੇ ਜਿਹੜਾ ਸਾਡੇ ਕੋਲ ਨੌਜਵਾਨ ਵਰਗ ਆਉਂਦਾ ਹੈ, ਉਹਦੇ ਕੋਲ ਉਹ ਅਕੈਡਮਿਕ ਤੌਰ ਤੇ ਉਹ ਮਿਆਰ ਨਹੀਂ ਹੈਗਾ ਕਿ ਉਹਨਾਂ ਤੱਥਾਂ ਦਾ ਜਿਹੜਾ ਵਿਸ਼ਲੇਸ਼ਣ ਕਰ ਸਕੇ। ਸੋ ਸਭ ਤੋਂ ਵੱਡੀ ਇਹ ਪ੍ਰੋਬਲਮ ਆਈ ਹੈ ਕਿ ਅਸੀਂ ਇਤਿਹਾਸਕ ਸਰੋਤਾਂ ਨੂੰ ਇੱਕ ਕੂੜ ਕਬਾੜ ਜਿਹਾ ਸਮਝ ਲਿਆ ਵੀ ਜਿਹੜਾ ਨੌਜਵਾਨ ਸਾਡੇ ਨਾਲ ਸਾਡੀ ਮਦਦ ਕਰਨਾ ਚਾਹੁੰਦਾ ਹੈ, ਉਹਦੇ ਕੋਲ ਉਹ ਦ੍ਰਿਸ਼ਟੀ ਨਹੀਂ ਹੈਗੀ, ਤੇ ਜਿਹਦੇ ਕੋਲ ਇਹ ਦ੍ਰਿਸ਼ਟੀ ਹੈ ਉਹ ਚਾਹੁੰਦਾ ਹੈ ਕਿ ਮੈਂ ਪੈਸੇ ਕਮਾਵਾਂ, ਮੈਂ ਇਤਿਹਾਸ ਤੋਂ ਕੀ ਲੈਣਾ। ਇਹ ਸਭ ਤੋਂ ਵੱਡੀ ਸਮੱਸਿਆ ਹੈ। ਨਹੀਂ ਬਿਲਕੁਲ ਭਾਜੀ, ਇਹਦੇ ਵਿੱਚ ਮੈਂ ਇੱਕ ਚੀਜ਼ ਐਡ ਕਰਨਾ ਚਾਹਾਂਗਾ ਕਿ ਜਿਹੜੀ ਟਾਈਮ ਦੀ ਪਾਬੰਦੀ ਹੈ ਨਾ ਭਾਜੀ, ਟਾਈਮ ਦੀ ਪ੍ਰੋਬਲਮ, ਇਹ ਮੈਨੂੰ ਲੱਗਦਾ ਕਿ ਇਹ ਵੀ ਉਸੇ ਤਰੀਕੇ ਦਾ ਬਹਾਨਾ ਆ ਜਿਹੜਾ ਕਿ ਪਹਿਲਾਂ ਅਸੀਂ ਡਿਸਕਸ਼ਨ ਕੀਤੀ ਹੈ ਕਿ ਗੁਰਦੁਆਰਿਆਂ 'ਚ ਲੜਾਈਆਂ ਹੁੰਦੀਆਂ ਨੇ, ਇਸ ਕਰਕੇ ਮੈਂ ਗੁਰਦੁਆਰੇ ਨਹੀਂ ਜਾਣਾ, ਕਿਉਂਕਿ ਟਾਈਮ ਸਾਡੇ ਸਾਰਿਆਂ ਕੋਲ, ਬਾਹਰ ਵੀ ਬੈਠੇ ਨੇ ਭਾਜੀ, ਬਹੁਤ ਸਾਰੇ ਲੋਕ ਕੰਪਲੇਂਟ ਕਰਦੇ ਨੇ ਕਿ ਸਾਡੇ ਕੋਲ ਟਾਈਮ ਨਹੀਂ। ਪਿਛਲੇ 4 ਮਹੀਨਿਆਂ ਤੋਂ ਮਾਰਚ ਤੋਂ ਬਾਅਦ ਟਾਈਮ ਹੀ ਟਾਈਮ ਆ, ਇਹਦੇ ਵਿੱਚ ਬੜਾ ਕੁਛ ਲੋਕ ਜਿਹੜੇ ਸੀਗੇ ਕਰ ਸਕਦੇ ਸੀਗੇ, ਬਟ ਅਖੀਰ 'ਚ ਕੀਤਾ ਕੀ ਹੈ, ਜ਼ਿਆਦਾਤਰ ਨੇ ਫੇਸਬੁੱਕ ਦੇ ਉੱਤੇ ਪੋਸਟਾਂ ਹੀ ਪਾਈਆਂ ਨੇ ਜਾਂ ਉਹਨਾਂ ਨੂੰ ਹੀ ਪੜ੍ਹੀਆਂ ਨੇ, ਔਰ ਅਸੀਂ ਬੜਾ ਲਿਖ ਲੈਂਦੇ ਹਾਂ। ਔਰ ਵੈਸੇ ਅਗਰ ਟਾਈਮ ਸਪੈਂਡ ਕੀਤਾ ਜਾਵੇ ਭਾਜੀ, ਮੈਂ ਐਗਜ਼ਾਮਪਲ ਸ਼ੇਅਰ ਕਰਾਂਗਾ ਕਿ ਜੋ ਅਸੀਂ ਪਿਛਲੇ ਤਜਰਬੇ ਵਿੱਚ ਦੇਖਿਆ ਆ, ਅਸੀਂ ਇੱਥੇ ਆਸਟ੍ਰੇਲੀਆ ਵਿੱਚ ਮੈਲਬਨ 'ਚ ਰਹਿੰਦੇ ਹਾਂ, ਅਸੀਂ ਟ੍ਰੇਨਾਂ 'ਚ ਵੀ ਸਫ਼ਰ ਕੀਤਾ ਆ, ਜਹਾਜ਼ਾਂ 'ਚ ਵੀ ਸਫ਼ਰ ਕੀਤਾ ਆ। ਡੋਮੈਸਟਿਕ ਫਲਾਈਟ 'ਚ ਚੜ੍ਹ ਜਾਓ, ਤੁਹਾਡੇ ਬਗਲ ਬੈਠਾ ਗੋਰਾ ਜਿਹੜਾ ਆ ਉਹ ਇੱਕ ਹੱਥ 'ਚ ਕਿਤਾਬ ਲੈ ਕੇ ਪੜ੍ਹ ਰਿਹਾ ਹੋਏਗਾ। ਜੇ ਤੁਸੀਂ ਟ੍ਰੇਨ 'ਚ ਚੱਲ ਜਾਓ, ਉਹਦੇ ਵਿੱਚ ਬਹੁਤ ਸਾਰੇ ਜਿਹੜੇ ਲੋਕ ਨੇ ਉਹ ਹੱਥ 'ਚ ਕਿਤਾਬਾਂ, ਫਿਜ਼ੀਕਲ ਕਿਤਾਬਾਂ ਉਹਨਾਂ ਨੇ ਫੜੀਆਂ ਹੁੰਦੀਆਂ ਨੇ। ਸ਼ਾਪਿੰਗ ਸੈਂਟਰ 'ਚ ਚਲੇ ਜਾਓ, ਉੱਥੇ ਬਹੁਤ ਸਾਰੀਆਂ ਕਿਤਾਬਾਂ ਦੀਆਂ ਤੁਹਾਨੂੰ ਦੁਕਾਨਾਂ ਮਿਲ ਜਾਂਦੀਆਂ ਨੇ, ਔਰ ਉੱਥੇ ਲੋਕ ਕਿਤਾਬਾਂ ਖਰੀਦਦੇ ਨੇ, ਰੈਂਟ ਕਰਦੇ ਨੇ, ਪੜ੍ਹਦੇ ਨੇ। ਹਰੇਕ ਸਬਰਬ ਦੇ ਵਿੱਚ, ਇਲਾਕੇ ਵਿੱਚ ਲਾਇਬ੍ਰੇਰੀਆਂ ਬਣੀਆਂ ਹੋਈਆਂ ਨੇ, ਕੌਂਸਲ ਨੇ ਬਣਾਈਆਂ ਹੋਈਆਂ ਨੇ, ਮੋਬਾਈਲ ਲਾਇਬ੍ਰੇਰੀਆਂ ਬਣੀਆਂ ਹੋਈਆਂ ਨੇ। ਹੁਣ ਅਗਰ ਮੈਂ ਇਹਨਾਂ ਸਾਰੇ ਸੰਦਰਭ ਵਿੱਚ ਆਪਣੇ ਪੰਜਾਬੀਆਂ ਨੂੰ ਦੇਖਾਂ, ਅਸੀਂ ਸਿਰਫ ਟ੍ਰੇਨ ਦੇ ਵਿੱਚ ਮੋਬਾਈਲ ਹੁੰਦਾ, ਕੰਨਾਂ 'ਚ ਟੁੱਟੀਆਂ ਲੱਗੀਆਂ ਹੁੰਦੀਆਂ ਨੇ। ਅਗਰ ਅੱਧੇ ਘੰਟੇ ਦਾ ਸਫ਼ਰ ਹੈ, 45 ਮਿੰਟ ਦਾ ਸਫ਼ਰ ਹੈ, ਅਸੀਂ ਸਿਰਫ ਉਹ ਗਾਣੇ ਸੁਣ ਕੇ ਜਾਂ ਮੋਬਾਈਲ ਦੇ ਉੱਤੇ ਫੇਸਬੁੱਕ ਜਾਂ ਸੋਸ਼ਲ ਮੀਡੀਆ ਤੇ ਗੁਜ਼ਾਰਦੇ ਹਾਂ। ਸੇਮ ਚੀਜ਼ ਫਲਾਈਟ 'ਚ ਹੁੰਦੀ ਹੈ, ਔਰ ਸੇਮ ਚੀਜ਼ ਅਸੀਂ ਹੋਰ ਪਾਸੇ ਦੇਖਦੇ ਹਾਂ। ਅਸੀਂ ਤਾਂ ਗੁਰਦੁਆਰਿਆਂ ਵਿੱਚ, ਪਰਥ ਵਾਲਿਆਂ ਨੇ ਬਹੁਤ ਵਧੀਆ ਕੰਮ ਕੀਤਾ, ਮੈਲਬਨ 'ਚ ਵੀ ਸਾਡੇ ਕੁਝ ਗੁਰਦੁਆਰੇ ਨੇ ਜਿਨ੍ਹਾਂ ਨੇ ਲਾਇਬ੍ਰੇਰੀਆਂ ਸਥਾਪਿਤ ਕੀਤੀਆਂ ਨੇ। ਪਰ ਡੈਫੀਨੇਟਲੀ ਸਾਡੀਆਂ ਪ੍ਰਾਇੋਰਟੀ ਸਾਨੂੰ ਇੱਥੋਂ ਪਤਾ ਲੱਗ ਜਾਂਦੀਆਂ ਨੇ ਕਿ ਜਿਹੜੇ ਦੂਜਿਆਂ ਲੋਕਾਂ ਕੋਲ ਟਾਈਮ ਹੈਗਾ ਕਿਤਾਬਾਂ ਪੜ੍ਹਨ ਲਈ, ਤਾਂ ਅਸੀਂ ਕਿਤੇ ਨਾ ਕਿਤੇ ਸਮੇਂ ਦੀ ਸ਼ਾਇਦ ਜਿਹੜੇ ਸਾਡੇ ਲੋਕ ਨੇ ਉਹ ਬਹਾਨਾ ਹੀ ਲਾਉਂਦੇ ਨੇ। ਤਾਂ ਇੱਧਰ ਡੈਫੀਨੇਟਲੀ ਟਾਈਮ ਦੀ ਸਾਨੂੰ ਲੋੜ ਇਹ ਹੈ ਕਿ ਟਾਈਮ ਲਾਉਣਾ ਕਿੱਧਰ ਹੈ, ਪ੍ਰਾਇੋਰਟੀ ਸੈੱਟ ਕਰਨ ਦੀ ਲੋੜ ਹੈ। ਮੋਬਾਈਲਾਂ ਨੂੰ ਛੱਡ ਕੇ ਫਿਜ਼ੀਕਲ ਕਿਤਾਬਾਂ ਵੱਲ ਨੂੰ ਸਾਨੂੰ ਧਿਆਨ ਦੇਣਾ ਚਾਹੀਦਾ। ਜੇ ਕੋਈ PDF ਪੜ੍ਹਨਾ ਚਾਹੁੰਦਾ ਡੈਫੀਨੇਟਲੀ ਉੱਧਰ ਵੀ ਜਾਵੇ, ਬਟ ਜਾਣਾ ਜ਼ਰੂਰ ਚਾਹੀਦਾ ਆ। ਭਾਜੀ
ਆਪਣੀਆਂ ਬਹੁਤ ਸਾਰੀਆਂ ਗੱਲਾਂ ਹੋਈਆਂ, ਤੁਸੀਂ ਆਪਾਂ ਪਾਸਟ ਫਿਊਚਰ ਦੀਆਂ ਵੀ ਗੱਲਾਂ ਕੀਤੀਆਂ, ਪ੍ਰੈਜ਼ੈਂਟ ਦੀਆਂ ਵੀ ਗੱਲਾਂ ਕੀਤੀਆਂ। ਅਖੀਰ 'ਚ ਪ੍ਰਭਜੋਤ ਭਾਜੀ ਤੁਸੀਂ ਕੋਈ ਆਪਣੀ ਗੱਲ ਰਹਿ ਗਈ ਹੋਵੇ ਜਿਹੜੀ ਤੁਸੀਂ ਕੋਈ ਪੁੱਛਣਾ ਜ਼ਰੂਰ ਚਾਹੁੰਦਾ ਹਾਂਜੀ, ਹੋਵੇ ਜਾਂ ਤੁਸੀਂ ਹਾਂਜੀ ਕਮੈਂਟ ਕਰਨੇ ਹੋਵੇ, ਤੁਸੀਂ ਪਲੀਜ਼ ਹੁਣ ਕਰ ਸਕਦੇ, ਫਿਰ ਆਪਾਂ ਡਾਕਟਰ ਜ਼ਰੂਰ ਸਾਹਿਬ ਹਾਂਜੀ, ਤੋਂ ਮੈਂ ਵੀ ਅਖੀਰਲਾ ਬਿਲਕੁਲ ਇੱਕ ਕਮੈਂਟ ਲੈਂਦੇ। 2 ਮਿੰਟ ਦਾ ਸਮਾਂ ਲੈ ਕੇ ਮੈਂ ਗੱਲ ਕਰਨੀ ਚਾਹੁੰਦਾ ਕਿ ਜਿਵੇਂ ਆਪਾਂ ਇਹ ਗੱਲ ਤੁਸੀਂ ਵੀ ਕੀਤੀ, ਡਾਕਟਰ ਸਾਹਿਬ ਨੇ ਵੀ ਕਿਹਾ ਕਿ ਜਿਹੜਾ ਇੰਟਰਸਟ ਨਹੀਂ ਬਣ ਰਿਹਾ ਬੱਚਿਆਂ ਦਾ, ਪੜ੍ਹਨ ਵੱਲ ਨਹੀਂ ਬਣ ਰਿਹਾ, ਜਾਂ ਆਪਾਂ ਕਹਿ ਲਈਏ ਵੀ ਟਾਈਮ ਦੀ ਆਪਾਂ ਬਹਾਨਾ ਲਾ ਦਈਏ ਕਿ ਸਾਡੇ ਕੋਲ ਟਾਈਮ ਨਹੀਂ ਹੈਗਾ। ਤੇ ਇਹ ਮੈਂ ਜੇ ਆਪਾਂ ਆਪਣੀ ਪਰਵਰਿਸ਼ ਵੱਲ ਨੂੰ ਦੇਖੀਏ ਤਾਂ ਕੁਝ ਹੱਦ ਤੱਕ ਜਿਹੜੀ ਜ਼ਿੰਮੇਵਾਰੀ ਜੇ ਆਪਾਂ ਯੂਥ ਨੂੰ ਮੂਹਰੇ ਰੱਖ ਕੇ ਚੱਲੀਏ ਨਾ, ਕੁਝ ਹੱਦ ਤੱਕ ਦੀ ਜ਼ਿੰਮੇਵਾਰੀ ਇਹ ਪੇਰੈਂਟਸ ਦੀ ਬਣ ਜਾਂਦੀ ਹੈ। ਮੈਂ ਇੱਥੇ ਜਦੋਂ ਅਸੀਂ ਯੂਥ ਪ੍ਰੋਗਰਾਮ ਵੀ ਕਰਦੇ ਹਾਂ, ਮੈਂ ਪੇਰੈਂਟਸ ਨੂੰ ਵਕਤ ਬਾ ਵਕਤ ਮੈਂ ਅਪੀਲ ਵੀ ਇਹੀ ਕਰਦਾ ਰਹਿੰਦਾ ਕਿ ਜਦੋਂ ਅਸੀਂ ਛੋਟੇ ਸੀਗੇ, ਅਸੀਂ ਵੱਡੇ ਹੋਏ ਹਾਂ, ਜਿਹੜੀ ਧਾਰਮਿਕ ਸਿੱਖਿਆ ਉਹ ਅਸੀਂ ਘਰੋਂ ਪ੍ਰਾਪਤ ਕੀਤੀ ਹੈ। ਸਾਡੇ ਮਾਂ-ਪਿਓ ਨੇ ਸਾਨੂੰ ਪਾਠ ਕਰਨਾ ਸਿਖਾਇਆ, ਸਾਨੂੰ ਗੁਰਦੁਆਰੇ ਉਹਨਾਂ ਨੇ ਲੈ ਕੇ ਜਾਣਾ, ਸਾਨੂੰ ਇਸ ਪਾਸੇ ਨੂੰ ਜਿਹੜਾ ਲਾਣਾ, ਧਾਰਮਿਕ ਪਾਸੇ ਲਾਣਾ, ਉਹ ਮਾਂ-ਪਿਓ ਦੀ ਜ਼ਿੰਮੇਵਾਰੀ ਸੀਗੀ। ਘਰੋਂ ਜਿਹੜੀ ਅਸੀਂ ਬਾਹਰਲੀ ਜਿਹੜੀ ਵਿੱਦਿਆ, ਜਿਹੜੀ ਕਿਤਾਬੀ ਵਿੱਦਿਆ, ਉਹ ਤਾਂ ਸਕੂਲਾਂ 'ਚ ਮਿਲ ਜਾਂਦੀ ਹੈ, ਪਰ ਇਹ ਘਰੋਂ ਸ਼ੁਰੂ ਹੁੰਦਾ। ਇੱਥੇ ਆ ਕੇ ਅਸੀਂ ਵੀ ਜੇ ਆਪਾਂ ਆਪਣੇ ਆਪ ਨੂੰ ਦੇਖੀਏ, ਅਸੀਂ ਜਿਹੜੀ ਦੌੜ ਚੱਲੀ ਹੋਈ ਹੈ ਵੀ ਘਰ ਦੀਆਂ ਕਿਸ਼ਤਾਂ ਦੇਣੀਆਂ ਨੇ, ਬਿੱਲ ਦੇਣੇ ਨੇ, ਕੰਮ ਕਰੀਏ ਜੀ, ਪੈਸੇ ਕਮਾਈਏ, ਉੱਧਰ ਨੂੰ ਦੌੜ ਪਏ ਸਾਰੇ ਜਾਣੇ। ਬਹੁਤਾ ਨਹੀਂ ਤਾਂ ਘੱਟੋ ਘੱਟ ਘੰਟਾ ਇੱਕ ਦਿਨ ਦਾ ਵੀ ਆਪਾਂ ਜੇ ਆਪਾਂ ਪ੍ਰਣ ਕਰ ਲਈਏ ਕਿ ਆਪਾਂ ਆਪਣੇ ਬੱਚਿਆਂ ਨੂੰ ਦਈਏ, ਉਹਨਾਂ ਨੂੰ ਸਿੱਖੀ ਵਾਲੇ ਪਾਸੇ ਤੋਰੀਏ। ਇਹਦੇ ਨਾਲ ਨਾਲ 2 ਚੀਜ਼ਾਂ ਦਾ ਫਾਇਦਾ ਹੁੰਦਾ। ਇੱਕ ਤਾਂ ਆਪਣੇ ਆਪ ਨੂੰ ਸਿੱਖਣ ਨੂੰ ਮਿਲਦਾ ਹੈ, ਜੇ ਤੁਹਾਨੂੰ ਕੋਈ ਚੀਜ਼ ਦੇ ਨਹੀਂ ਪਤਾ, ਪਹਿਲਾਂ ਤੁਸੀਂ ਆਪ ਰਿਸਰਚ ਕਰਦੇ ਹੋ, ਫਿਰ ਤੁਸੀਂ ਗਾਂ ਆਪਣੇ ਬੱਚੇ ਨੂੰ ਉਹ ਪਾਸ ਔਨ ਕਰਦੇ ਹੋ। ਸੋ ਇਹਦੇ ਨਾਲ ਕੜੀ ਜਿਹੜੀ ਹੈ ਉਹ ਬਣਦੀ ਜਾਂਦੀ ਹੈ। ਸੋ ਇਹਦੇ ਵਿੱਚ ਮੈਂ ਇਹੀ ਬੇਨਤੀ ਕਰਦਾ ਸਾਰਿਆਂ ਨੂੰ ਕਿ ਸਮਾਂ ਕੱਢਣਾ ਬਹੁਤ ਜ਼ਰੂਰੀ ਹੈ। ਘੰਟਾ ਕੁਝ ਨਹੀਂ ਹੁੰਦਾ 24 ਘੰਟਿਆਂ ਦੇ ਵਿੱਚੋਂ। ਆਪਾਂ ਉੱਦਾਂ ਵੀ ਬੈਠ ਕੇ ਫੇਸਬੁੱਕਾਂ ਦੇ ਵੇਸਟ ਕਰਦੇ ਹਾਂ। ਆਪਾਂ ਥੋੜਾ ਸਮਾਂ ਕੱਢੀਏ, ਆਪਣੀ ਨੌਲੇਜ ਵਧਾਈਏ, ਆਪਣੇ ਬੱਚਿਆਂ ਦੀ ਨੌਲੇਜ ਵਧਾਈਏ, ਸਿੱਖੀ ਨਾਲ ਜੋੜੀਏ, ਤਾਂ ਕਿ ਆਪਾਂ ਜਿਹੜਾ ਬੈਟਰ ਫਿਊਚਰ ਆਪਣੀ ਕੌਮ ਦਾ ਉਹ ਉਭਾਰ ਸਕੀਏ। ਸੋ ਇਹਦੇ ਨਾਲ ਹੀ ਆਖਰੀ ਦੇ ਵਿੱਚ ਮੈਂ ਡਾਕਟਰ ਸਾਹਿਬ ਨੂੰ ਬੇਨਤੀ ਕਰਦਾ ਕਿ ਸਿੱਖ ਡਾਇਸਪੋਰਾ ਜਿਹੜਾ ਪੂਰੇ ਗਲੋਬਲ ਦੇ ਵਿੱਚ ਫੈਲਿਆ ਹੋਇਆ, ਤੇ ਆਸਟ੍ਰੇਲੀਆ ਦਾ ਜਿਹੜਾ ਯੂਥ ਹੈ, ਡਾਕਟਰ ਸਾਹਿਬ ਨੇ ਪਿਛਲੇ ਸਾਲ ਆਏ ਵੀ ਸੀਗੇ ਤੇ ਬਹੁਤ ਇਹਨਾਂ ਨੇ ਨੇੜਿਓਂ ਦੇਖਿਆ। ਉਹਨਾਂ ਦੇ ਲਈ ਅਖੀਰ ਦੇ ਵਿੱਚ ਡਾਕਟਰ ਸਾਹਿਬ ਜੋ ਮੈਸੇਜ ਦੇਣਾ ਚਾਹੁੰਦੇ ਨੇ ਉਹ ਪਲੀਜ਼ ਇੱਕ ਵਾਰੀ ਸ਼ੇਅਰ ਕਰਨ, ਤਾਂ ਕਿ ਅਸੀਂ ਇਸ ਤੋਂ ਬਾਅਦ ਆਪਣਾ ਪ੍ਰੋਗਰਾਮ ਕਨਕਲੂਡ ਕਰ ਸਕੀਏ। ਡਾਕਟਰ ਸਾਹਿਬ ਪਲੀਜ਼। ਕਿ ਜਿਹੜਾ ਸਾਡਾ ਡਾਇਸਪੋਰਾ ਸਿੱਖ ਹੈ, ਜਿਹੜੇ ਅਸੀਂ ਵਿਦੇਸ਼ਾਂ 'ਚ ਵਸ ਰਹੀ ਜਿਹੜੀ ਪੀੜ੍ਹੀ, ਖਾਸ ਕਰਕੇ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਵਰਗੇ ਜਿਹੜੇ ਦੇਸ਼ ਨੇ, ਜਿੱਥੇ ਅਸੀਂ ਵਿਦਿਅਕ ਕਾਰਨਾਂ ਕਰਕੇ ਗਏ ਹਾਂ ਜਾਂ ਐਜੂਕੇਸ਼ਨ ਕਰਕੇ ਗਏ ਹਾਂ, ਉੱਥੇ ਤਕਰੀਬਨ ਸਾਡੀ ਮੋਸਟਲੀ ਹੁਣ ਦੂਸਰੀ ਪੀੜ੍ਹੀ ਦੀ ਸ਼ੁਰੂਆਤ ਹੈ। ਤੇ ਜਿਹੜੇ ਤੁਹਾਡੀ ਉਮਰ ਦੇ ਸਾਡੇ ਵੀਰ ਨੇ, ਛੋਟੇ ਭਰਾ ਨੇ, ਉਹ ਸਿਰਫ ਇਹ ਸੋਚ ਕੇ ਜ਼ਿੰਮੇਵਾਰੀ ਤੋਂ ਮੁਕਤ ਨਾ ਹੋ ਜਾਣ ਕਿ ਅਸੀਂ ਐਤਵਾਰ ਜਾਂ ਸ਼ਨੀਵਾਰ ਗੁਰਦੁਆਰਾ ਸਾਹਿਬ ਚਲੇ ਜਾਂਦੇ ਹਾਂ ਤੇ ਸਾਡੇ ਜਿਹੜੇ ਬੱਚੇ ਨੇ ਉਹ ਧਾਰਮਿਕ ਸੰਸਕਾਰਾਂ ਨੂੰ ਜਾਂ ਧਰਮ ਦੀ ਵਿੱਦਿਆ ਨੂੰ ਗ੍ਰਹਿਣ ਕਰ ਲੈਣਗੇ। ਸਾਡੇ ਮਨ ਦੇ ਵਿੱਚ ਇੱਕ ਇਹ ਗੱਲ ਬੈਠੀ ਹੋਈ ਹੈ ਕਿ ਸ਼ਾਇਦ ਐਤਵਾਰ ਗੁਰਦੁਆਰਾ ਸਾਹਿਬ ਜਾਣ ਦੇ ਨਾਲ ਹੀ ਸਿੱਖੀ ਸਿਧਾਂਤਾਂ ਦੀਆਂ ਵਿਚਾਰਧਾਰਾ ਦੀ ਸੋਝੀ ਪੈ ਸਕਦੀ ਹੈ। ਮੈਂ ਇਸ ਨੂੰ ਹੋਰ ਰੂਪ ਦੇ ਵਿੱਚ ਵੇਖਦਾ। ਮੈਂ ਸੋਚਦਾ ਕਿ ਬੱਚੇ ਨੂੰ ਧਰਮ ਦੀ ਵਿੱਦਿਆ, ਮਰਿਆਦਾ ਤੇ ਸੰਸਕਾਰ ਜਿਹੜੇ ਨੇ ਉਹ ਮਾਂ-ਬਾਪ ਘਰ ਦੇ ਵਿੱਚ ਸਿਖਾਉਂਦਾ ਹੈ, ਤੇ ਐਤਵਾਰ ਗੁਰਦੁਆਰੇ ਲੈ ਕੇ ਜਾਣ ਦਾ ਕਾਰਨ ਤੇ ਇਹ ਹੁੰਦਾ ਹੈ, ਇੱਕ ਪ੍ਰੀਖਿਆ ਦਾ ਘਰ ਹੁੰਦਾ ਹੈ ਕਿ ਸੱਚਮੁੱਚ ਬੱਚੇ ਨੇ ਧਰਮ ਦੇ ਸੰਸਕਾਰਾਂ ਨੂੰ ਗ੍ਰਹਿਣ ਕਿੰਨਾ ਕੀਤਾ ਹੈ। ਸੋ ਅਸੀਂ ਕੇਵਲ ਤੇ ਕੇਵਲ ਐਤਵਾਰ ਗੁਰਦੁਆਰੇ ਜਾ ਕੇ ਮੱਥਾ ਟੇਕ ਕੇ ਹੀ ਸੰਤੁਸ਼ਟ ਨਾ ਹੋ ਜਾਈਏ ਕਿ ਬੱਚੇ ਜਿਹੜੇ ਨੇ ਉਹ ਧਰਮ ਦੀ ਵਿੱਦਿਆ ਤੇ ਮਰਿਆਦਾ ਨੂੰ ਗ੍ਰਹਿਣ ਕਰਨਗੇ, ਬਲਕਿ ਉਹਨਾਂ ਦਾ ਆਰੰਭ ਆਪਣੇ ਘਰ ਦੇ ਵਿੱਚ, ਆਪਣੇ ਪਰਿਵਾਰਾਂ ਦੇ ਵਿੱਚ ਕਰੀਏ। ਤੇ ਐਤਵਾਰ ਦਾ ਦਿਨ ਤਾਂ ਸਾਡੇ ਵਾਸਤੇ ਉਹ ਦਿਨ ਹੋਵੇ ਜਦੋਂ ਅਸੀਂ ਆਪਣੇ ਬੱਚੇ ਦੇ ਉੱਪਰ ਉਹਨਾਂ ਸੰਸਕਾਰਾਂ ਦਾ ਸੰਗਤ ਦੇ ਵਿੱਚ ਅਸਰ ਵੇਖ ਸਕੀਏ ਕਿ ਬੱਚਾ ਕਿਵੇਂ ਸੰਗਤ 'ਚ ਬੈਠਦਾ ਹੈ, ਕਿਵੇਂ ਕੀਰਤਨ ਸੁਣਦਾ ਹੈ, ਕਿਵੇਂ ਸ਼ਰਧਾ ਦੇ ਨਾਲ ਉਹ ਕਥਾ ਸਰਵਣ ਕਰਦਾ ਹੈ ਜਾਂ ਸੰਗਤ ਦੇ ਵਿੱਚ ਸੇਵਾ ਕਰਦਾ ਹੈ। ਇਹ ਮੈਂ ਸੋਚਿਆ ਸੀਗਾ ਕਿ ਮੈਂ ਬਹੁਤ ਆਪਣੇ ਨੌਜਵਾਨ ਵੀਰਾਂ ਨੂੰ ਵਿਦੇਸ਼ਾਂ ਦੇ ਵਿੱਚ ਵੇਖਿਆ ਕਿ ਉਹ ਇਸ ਗੱਲ ਨੂੰ ਸਿਰਫ ਧਰਮ ਸਮਝ ਬੈਠੇ ਨੇ ਕਿ ਅਸੀਂ ਐਤਵਾਰ ਗੁਰਦੁਆਰੇ ਚਲੇ ਗਏ ਤੇ ਸ਼ਾਇਦ ਇਹਦੇ ਨਾਲ ਹੀ ਸਭ ਕੁਝ ਗ੍ਰਹਿਣ ਹੋ ਜਾਵੇਗਾ। ਮੈਂ ਇਸ ਨੂੰ ਥੋੜਾ ਹੋਰ ਰੂਪ 'ਚ ਵੇਖਦਾ। ਮੈਂ ਕਹਿੰਦਾ ਕਿ ਬੱਚਾ ਧਰਮ ਦੀ ਵਿੱਦਿਆ ਗ੍ਰਹਿਣ ਮਾਂ-ਬਾਪ ਦੇ ਕੋਲੋਂ ਕਰੇਗਾ ਤੇ ਐਤਵਾਰ ਤਾਂ ਸੰਗਤ ਦੇ ਵਿੱਚ ਉਸਦਾ ਪ੍ਰਗਟਾਅ ਹੋਵੇਗਾ ਕਿ ਉਸਨੇ ਕਿੰਨੀ ਵਿੱਦਿਆ ਗ੍ਰਹਿਣ ਕੀਤੀ ਹੈ। ਬਿਲਕੁਲ ਭਾਜੀ, ਮੈਨੂੰ ਲੱਗਦਾ ਬਹੁਤ ਵਧੀਆ ਤਰੀਕੇ ਨਾਲ ਤੁਸੀਂ ਕਨਕਲੂਡ ਕੀਤਾ ਹੈ, ਕਿਉਂਕਿ ਜਰਨੈਲ ਭਾਜੀ ਨੇ ਜਿਵੇਂ ਐਕਸਪਲੇਨ ਕੀਤਾ ਹੈ ਤਾਂ ਸਾਡਾ ਵੀ ਤਾਂ ਭਾਜੀ ਹੋਣਾ ਦਾ ਵੀ ਪ੍ਰਭਜੋਤ ਭਾਜੀ ਹੋਣਾ ਦਾ ਵੀ ਕਿ ਪਰਸਨਲ ਐਕਸਪੀਰੀਅੰਸ ਵੀ ਸਾਡਾ ਇਹੀ ਹੈ ਕਿ ਜੋ ਅਸੀਂ ਇਹ ਵਿੱਦਿਆ ਆ ਜਾਂ ਧਾਰਮਿਕ ਵਿੱਦਿਆ ਅਸੀਂ ਘਰੋਂ ਲਈ ਹੈ। ਮਾਂ-ਬਾਪ ਨੇ ਸਾਨੂੰ ਉਂਗਲ ਫੜ ਕੇ ਜਾਂ ਕਹਿ ਰਹੇ ਕੰਨੋਂ ਫੜ ਕੇ ਸਾਨੂੰ ਇਹ ਸਿਖਾਇਆ ਆ,
ਤਾਂ ਬਾਅਦ ਵਿੱਚ ਚਲੋ ਅਸੀਂ ਆਪਣੇ ਆਪ ਤੁਰਦੇ ਰਹੇ ਹਾਂ। ਬਟ ਬੇਸਿਕ ਜਿਹੜਾ ਸਾਡਾ ਸੀਗਾ ਉਹ ਮੈਂ ਕਹਾਂ ਕਿ ਜਿਹੜੀ ਨੀਂਵ ਸੀਗੀ ਉਹ ਘਰੇ ਰੱਖੀ ਗਈ ਹੈ, ਤਾਂ ਬਾਹਰ ਨਹੀਂ। ਡੈਫੀਨੇਟਲੀ ਜਦੋਂ ਤੁਹਾਡੀ ਇੱਕ ਚਾਹ ਪੈਦਾ ਹੋ ਜਾਂਦੀ ਹੈ, ਤੁਸੀਂ ਗਰੋ ਕਰਦੇ ਹੋ, ਤਾਂ ਤੁਸੀਂ ਹੌਲੀ ਹੌਲੀ, ਕਿਉਂਕਿ ਮੈਂ ਕਈ ਵਾਰ ਭਾਈ ਪਿੰਦਰਪਾਲ ਸਿੰਘ ਜੀ ਦੀ ਕਥਾ ਵਿੱਚ ਵੀ ਸੁਣਦਾ ਹੁੰਦਾ, ਕਹਿੰਦੇ ਜਿਨ੍ਹਾਂ ਦੇ ਘਰਾਂ ਵਿੱਚ ਗੁਰੂ ਸਾਹਿਬ ਦੇ ਪ੍ਰਕਾਸ਼ ਨੇ ਉਹਨਾਂ ਦੇ ਬੱਚੇ ਕਿਤਾਬਾਂ ਵੀ ਸਿਰ ਤੇ ਰੱਖ ਕੇ ਜਾਂਦੇ ਨੇ, ਤਾਂ ਜਿਹੜੇ ਲੋਕ ਘਰਾਂ 'ਚ ਸ਼ਰਾਬਾਂ ਪੀਂਦੇ ਨੇ ਜਾਂ ਸਿਗਰਟਾਂ ਪੀਂਦੇ ਨੇ, ਤਾਂ ਨਿਆਣੇ ਪੈਨਸਲੀਆਂ, ਚੌਕ ਜਾਂ ਹੋਰ ਚੀਜ਼ਾਂ ਦੇ ਨਾਲ, ਬੋਤਲਾਂ ਦੇ ਨਾਲ ਵੱਖਰੇ ਤਰੀਕੇ ਦੇ ਨਾਲ ਜਿਹੜੇ ਉਹ ਅਸੀਂ ਸਾਰੇ ਜਾਣ ਸਕਦੇ ਹਾਂ ਕਿ ਉੱਦਾਂ ਦੇ ਬੱਚੇ ਜਿਹੜੇ ਨੇ ਉਹ ਦੇਖਦੇ ਨੇ, ਜੋ ਦੇਖਦੇ ਨੇ ਉੱਦਾਂ ਦੇ ਬਣਦੇ ਨੇ। ਡੈਫੀਨੇਟਲੀ ਡਾਕਟਰ ਸਾਹਿਬ, ਤੁਹਾਡਾ ਅੱਜ ਦੇ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਲਈ ਬਹੁਤ ਬਹੁਤ ਧੰਨਵਾਦ। ਸਾਨੂੰ ਪਤਾ ਹੈ ਕੁਛ ਤਕਨੀਕੀ ਪ੍ਰੋਬਲਮਾਂ ਜਿਹੜੀਆਂ ਇੰਟਰਨੈਟ ਦੇ ਨਾਲ ਜਦੋਂ ਅਸੀਂ ਇਹ ਜੁੜਦੇ ਨੇ, ਕਿਉਂਕਿ ਇਹਦੇ ਸਾਨੂੰ ਫਾਇਦੇ ਵੀ ਨੇ ਤਾਂ ਕੁਛ ਇਹਦੀਆਂ ਲਿਮਿਟੇਸ਼ਨ ਵੀ ਨੇ। ਮੈਂ ਇੱਕ ਬੇਨਤੀ ਕਰਾਂ ਜੀ। ਹਾਂਜੀ, ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਗੁਰਿੰਦਰ ਵੀਰ ਜੀ, ਪ੍ਰਭਜੋਤ ਵੀਰ ਜੀ। ਐਕਚੁਅਲੀ ਮੈਨੂੰ ਭੁਲੇਖਾ ਲੱਗ ਗਿਆ, ਨਹੀਂ ਤੇ ਮੈਂ ਕਿਤੇ ਨਾ ਉੱਪਰ ਆਪਣੇ ਕੋਠੇ ਦੇ ਉੱਪਰ ਥੋੜਾ ਸਿਗਨਲ ਠੀਕ ਹੁੰਦਾ, ਮੈਂ ਉੱਥੇ ਇੰਤਜ਼ਾਮ ਕਰ ਲੈਂਦਾ ਹੁੰਦਾ। ਜਿਸ ਦਿਨ ਜ਼ੂਮ 'ਚ ਅਸੀਂ ਮੀਟਿੰਗ ਕੀਤੀ ਸੀ ਉਸ ਦਿਨ ਸਾਰਾ ਇੰਟਰਨੈਟ ਠੀਕ ਰਿਹਾ ਸੀਗਾ। ਅੱਜ ਐਕਚੁਅਲੀ ਮੈਨੂੰ ਭੁਲੇਖਾ ਰਿਹਾ ਕਿ ਸ਼ਾਇਦ ਜਿਹੜਾ ਪ੍ਰੋਗਰਾਮ ਉਹ ਸੰਡੇ ਦੇ ਵਾਲੇ ਦੇਣੇ ਆ, ਪਰ ਮੈਨੂੰ ਲੱਗਦਾ ਹੈ ਕਿ ਇਸ ਮੁੱਦੇ ਦੇ ਉੱਪਰ ਕਿ ਸਿੱਖਾਂ ਦੇ ਜਿਹੜੇ ਵਿਚਾਰਧਾਰਕ ਪੱਖ ਤੇ ਘੱਟ ਗਿਣਤੀ ਕੌਮੀਅਤ ਦੇ ਵਜੋਂ ਅੱਜ ਸਾਡੀਆਂ ਸਮੱਸਿਆਵਾਂ ਕਿਹੜੀਆਂ ਨੇ, ਇਹ ਇੱਕ ਬਹੁਤ ਵੱਡਾ ਵਿਸ਼ਾ ਹੈ। ਤੇ ਕਿਸੇ ਦਿਨ ਹੋਰ ਹਰ 1 ਜਾਂ 2 ਹਫ਼ਤੇ ਬਾਅਦ ਅਸੀਂ ਪਹਿਲਾਂ ਹੀ ਟਾਈਮ ਰੱਖ ਕੇ ਇਹਨਾਂ ਦੇ ਉੱਪਰ ਜ਼ਰੂਰ ਚਰਚਾ ਕਰਾਂਗੇ। ਮੇਰੇ ਖਿਆਲ ਦੇ ਨਾਲ ਬਹੁਤ ਸਾਰੇ ਮੁੱਦੇ ਜਿਹੜੇ ਨੇ ਉਹ ਵਿਚਾਰਨ ਵਾਲੇ ਰਹਿ ਗਏ ਨੇ ਕਿ ਜਿਹੜੀਆਂ ਮਿਨੋਰਟੀਜ਼ ਨੇ ਉਹਨਾਂ ਦਾ ਭਵਿੱਖ ਕਿਵੇਂ ਸੁਰੱਖਿਅਤ ਹੋ ਸਕੇ ਤੇ ਸਾਡੀਆਂ ਸਮੱਸਿਆਵਾਂ ਜਿਹੜੀਆਂ ਉਹ ਕਿਹੜੀਆਂ ਨੇ। ਹਾਂ ਜ਼ਰੂਰ ਡਾਕਟਰ ਸਾਹਿਬ, ਐਨੀ ਟਾਈਮ ਆਪਾਂ ਜ਼ਰੂਰ ਇਸ ਮੁੱਦੇ ਦੇ ਉੱਤੇ ਦੁਬਾਰਾ ਕਰਾਂਗੇ। ਤਾਂ ਡੈਫੀਨੇਟਲੀ ਜਿਹੜੇ ਸਾਡੇ ਸਰੋਤੇ ਨੇ, ਜਿੰਨੀ ਵੀ ਆਪਾਂ ਜਾਣਕਾਰੀ ਉਹਨਾਂ ਦੇ ਨਾਲ ਸਾਂਝੀ ਕਰੀਏ ਤਾਂ ਕਿ ਉਹ ਵੀ ਜਿਹੜੀ ਹੈ ਸੇਧ ਇੱਕ ਆਪਣੀ ਲੈ ਸਕਣ। ਤਾਂ ਜ਼ਰੂਰ ਡਾਕਟਰ ਸਾਹਿਬ, ਫਿਰ ਅਖੀਰ ਵਿੱਚ ਮੈਂ ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਕਿ ਤੁਸੀਂ ਸ਼ਾਰਟ ਨੋਟਿਸ ਦੇ ਉੱਤੇ ਤਿਆਰ ਹੋ ਕੇ ਫਟਾਫਟ ਤੁਸੀਂ ਆਏ ਹੋ ਪ੍ਰੋਗਰਾਮ ਦੇ ਵਿੱਚ, ਤਾਂ ਤੁਸੀਂ ਸ਼ਮੂਲੀਅਤ ਕੀਤੀ ਹੈ, ਆਪਣੇ ਵਿਚਾਰ ਸਾਂਝੇ ਕੀਤੇ ਨੇ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਪ੍ਰਭਜੋਤ ਭਾਜੀ, ਤੁਸੀਂ ਕੰਕਲੂਡ ਕਰ ਦਿਓ ਤਾਂ ਫਿਰ ਆਪਾਂ ਸਾਰੇ ਨੂੰ। ਮੈਂ ਬਸ ਇਹੀ ਟਾਈਮ ਮੈਂ ਦੇਖ ਰਿਹਾ ਸੀਗਾ ਜੀ, ਆਪਾਂ ਤਕਰੀਬਨ 1.5 ਘੰਟਾ ਵਿਚਾਰ ਚਰਚਾ ਕੀਤੀ ਹੈ। ਤੇ ਇਹ ਗੱਲ ਆਮ ਤੌਰ ਤੇ ਡਾਕਟਰ ਸਾਹਿਬ ਦੇ ਨਾਲ ਜਦੋਂ ਆਪਾਂ ਵਿਚਾਰ ਕਰਦੇ ਹਾਂ ਤਾਂ ਟਾਈਮ ਜਿਹੜਾ ਹੈ ਉਹ ਦੇਖਿਆ ਨਹੀਂ ਜਾਂਦਾ, ਕਿਉਂਕਿ ਸਾਡਾ ਕਦੇ ਵੀ ਗੱਲ ਨੂੰ ਬੰਦ ਕਰਨ ਦਾ ਮਨ ਨਹੀਂ ਕਰਦਾ ਹੈਗਾ। ਮਨ ਕਰਦਾ ਰਹਿੰਦਾ ਹੈ ਕਿ ਵੀ ਹੋਰ ਇਹਨੂੰ ਤੋਰੀ ਰੱਖੀਏ, ਗੱਲ ਨੂੰ ਤੋਰੀ ਰੱਖੀਏ, ਕਿਉਂਕਿ ਉਹ ਜਿਹੜਾ ਵਿਚਾਰਾਂ ਦਾ ਚਾਨਣਾ ਹੈ ਉਹ ਸਾਨੂੰ ਮਿਲਦਾ ਰਹਿੰਦਾ। ਸੋ ਜਿਵੇਂ ਡਾਕਟਰ ਸਾਹਿਬ ਨੇ ਕਿਹਾ ਕਿ ਜਿਹੜੇ ਮਸਲੇ ਆਪਾਂ ਜਿਨ੍ਹਾਂ ਦੇ ਬਾਰੇ ਗੱਲ ਕੀਤੀ ਹੈ ਉਹ ਕਿਤੇ 1-1.5 ਘੰਟੇ ਵਿੱਚ ਇਕੱਠੇ ਕਰਨ ਵਾਲੇ ਮਸਲੇ ਨਹੀਂ ਨੇ। ਤੇ ਜ਼ਰੂਰ ਅਸੀਂ ਹੋਰ ਵੀ ਇਹਦੀ ਕੜੀ ਆਪਾਂ ਬਣਾਵਾਂਗੇ ਤੇ ਅੱਗੋਂ ਉਹਨਾਂ ਨੂੰ ਚੰਗੀ ਤਰ੍ਹਾਂ ਡੀਪਲੀ ਉਹਨਾਂ ਦੇ ਉੱਤੇ ਵਿਚਾਰ ਚਰਚਾ ਕਰਾਂਗੇ, ਕਿਉਂਕਿ ਇਹੀ ਮਸਲੇ ਨੇ ਜਿਨ੍ਹਾਂ ਨੇ ਸਾਡੀ ਕੌਮ ਨੂੰ ਸੇਧ ਦੇਣੀ ਹੈ। ਸੋ ਇੱਕ ਵਾਰੀ ਫਿਰ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਤੁਹਾਡਾ ਸੰਗਤਾਂ ਦੇ ਰੂਬਰੂ ਹੋਣ ਦੇ ਲਈ। ਤੇ ਆਸ ਕਰਦੇ ਹਾਂ ਕਿ ਪ੍ਰਮਾਤਮਾ ਤੁਹਾਡੇ ਸਿਰ ਤੇ ਮਿਹਰਾਂ ਭਰੇ ਹੱਥ ਰੱਖੇ ਅਤੇ ਚੜ੍ਹਦੀ ਕਲਾ ਵਿੱਚ ਰੱਖੇ ਤੁਹਾਨੂੰ ਜੀ। ਮਿਹਰਬਾਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਖੀਰ ਵਿੱਚ ਭਾਜੀ ਮੈਂ ਇੱਕ ਗੱਲ ਐਡ ਕਰਨੀ ਹੈ ਕਿ ਜਿਹੜਾ ਕਰੰਟ ਮੁੱਦਾ ਚੱਲ ਰਿਹਾ ਆ ਭਾਵੇਂ ਰਾਮ ਮੰਦਿਰ ਨੂੰ ਲੈ ਕੇ ਕਿਸੇ ਚੀਜ਼ ਨੂੰ ਵੀ, ਡਾਕਟਰ ਸਾਹਿਬ ਨੇ ਇਹਦੇ ਉੱਤੇ 3 ਸੀਰੀਜ਼ ਦੇ ਵੀਡੀਓ ਤਿਆਰ ਕੀਤੇ ਨੇ। ਬੜੀ ਮਿਹਨਤ ਦੇ ਨਾਲ ਇਹਨਾਂ ਨੇ ਉਹਦੇ ਵਿੱਚ ਜਾਣਕਾਰੀ ਜਿਹੜੀ ਹੈਗੀ ਆ, ਜਿਹੜੀ ਅੱਜ ਦੇ ਸਮੇਂ ਦੇ ਵਿੱਚ ਬਿਲਕੁਲ ਸਟੀਕ ਬੈਠਦੀ ਹੈ। 15-20 ਮਿੰਟ ਦੇ ਵੀਡੀਓ ਨੇ। ਅਸੀਂ ਉਹਨਾਂ ਦੇ ਲਿੰਕ ਵੀ ਆਪਣੇ ਇਸ ਕਮੈਂਟਸ ਬਾਕਸ ਵਿੱਚ ਸ਼ੇਅਰ ਕਰਾਂਗੇ। ਤੁਸੀਂ ਜ਼ਰੂਰ ਉਹ ਵੀਡੀਓ ਸੁਣੋ, ਕਿਉਂਕਿ ਬਹੁਤ ਸਾਰੀਆਂ ਮੈਨੂੰ ਅੱਜ ਵੀ ਸਵੇਰੇ ਗੱਲ ਹੋਈ, ਕੱਲ੍ਹ ਵੀ ਮੇਰੀ ਕੁਛ ਇੱਥੇ ਲੋਕਾਂ ਨਾਲ ਗੱਲ ਹੁੰਦੀ ਹੈ, ਤਾਂ ਉਹ ਬੜੇ ਕਨਫਿਊਜ਼ਡ ਹੋ ਜਾਂਦੇ ਨੇ ਕਿ ਕੀ ਕਰੀਏ, ਕੀ ਸਲਾਹ ਹੋਈਏ। ਗੁਰਦੁਆਰਿਆਂ ਦੀਆਂ ਮੀਟਿੰਗਾਂ ਹੋ ਰਹੀਆਂ ਨੇ, ਅੱਜ ਸਵੇਰੇ ਵੀ ਸਾਡੀ ਜ਼ੂਮ ਮੀਟਿੰਗ ਸੀਗੀ, ਕੱਲ੍ਹ ਵੀ ਜ਼ੂਮ ਮੀਟਿੰਗ ਇੱਥੇ ਲੋਕਲ ਸੰਸਥਾਵਾਂ ਦੇ ਨਾਲ ਆ। ਮੈਂ ਸਾਰਿਆਂ ਨੂੰ ਇਹੀ ਸੁਜੈਸਟ ਕਰਦਾ ਕਿ ਮੀਟਿੰਗ ਦੇਖਣ ਤੋਂ ਪਹਿਲਾਂ ਤੁਸੀਂ 3 ਵੀਡੀਓ ਜ਼ਰੂਰ ਦੇਖ ਕੇ ਆਵੋ, ਕਿਉਂਕਿ ਉਹਦੇ ਨਾਲ ਤੁਹਾਡੇ ਦਿਮਾਗ 'ਚ ਕਲੈਰਿਟੀ ਬਹੁਤ ਆਊਗੀ। ਤਾਂ ਮੈਂ ਵੀ ਸਾਰੀ ਸੰਗਤ ਨੂੰ ਬੇਨਤੀ ਕਰਾਂਗਾ ਕਿ ਉਹ ਵੀਡੀਓਜ਼ 3 ਨੇ, ਬਟ ਉਹਨੂੰ ਸੀਰੀਜ਼ ਵਾਈਜ਼ ਦੇਖਿਓ, ਇੱਕ ਤੋਂ ਬਾਅਦ ਇੱਕ। ਤਾਂ ਅਸੀਂ ਇਹਦੇ ਵਿੱਚ ਸਾਂਝੇ ਕਰ ਦੇਵਾਂਗੇ ਉਹਨਾਂ ਦੇ ਲਿੰਕ। ਤੇ ਨਾਲੇ ਡਾਕਟਰ ਸਾਹਿਬ ਦਾ YouTube ਦਾ ਚੈਨਲ ਹੈਗਾ ਆ, ਡਾਕਟਰ ਸੁਖਪ੍ਰੀਤ ਸਿੰਘ ਉਦੋਕੇ। ਤੁਸੀਂ ਉਹਨਾਂ ਨੂੰ ਗੂਗਲ ਕਰਕੇ YouTube ਤੇ ਫੋਲੋ ਜ਼ਰੂਰ ਕਰੋ, ਕਿਉਂਕਿ ਡਾਕਟਰ ਸਾਹਿਬ ਉਹਦੇ ਉੱਤੇ ਲਗਾਤਾਰ ਜਿਹੜੇ ਨੇ ਇਤਿਹਾਸ ਨੂੰ ਲੈ ਕੇ ਤਾਂ ਵੀਡੀਓ ਜਿਹੜੇ ਨੇ ਪਾਉਂਦੇ ਰਹਿੰਦੇ ਨੇ, ਤਾਂ ਕਿ ਤੁਸੀਂ ਸਾਡੇ ਚੈਨਲ ਦੇ ਥਰੂ ਤਾਂ ਹੈ ਹੀ, ਬਟ ਡਾਕਟਰ ਸਾਹਿਬ ਦੇ ਡਾਇਰੈਕਟ ਵੀ ਜਿਹੜੇ ਵੀਡੀਓਜ਼ ਨੇ ਤੁਹਾਡੇ ਸਕਰੀਨ ਤੇ, ਤੁਹਾਡੇ ਮੋਬਾਈਲ ਤੇ ਆਉਂਦੇ ਰਹਿਣ, ਤਾਂ ਕਿ ਤੁਸੀਂ ਅਪਡੇਟਡ ਜਿਹੜੇ ਰਹੋ, ਜਾਣਕਾਰੀ ਲੈਂਦੇ ਰਹੋ। ਇੰਨੀ ਕੁ ਬੇਨਤੀਆਂ ਸਵੀਕਾਰ ਕਰਨੀ ਹੈ। ਡਾਕਟਰ ਸਾਹਿਬ ਇੱਕ ਵਾਰ ਫਿਰ ਬਹੁਤ ਬਹੁਤ ਧੰਨਵਾਦ ਤੁਹਾਡਾ ਪ੍ਰੋਗਰਾਮ ਵਿੱਚ ਸ਼ਮੂਲੀਅਤ ਕਰਨ ਦਾ। ਜਲਦੀ ਹੀ ਫਿਰ ਤੁਹਾਡੇ ਨਾਲ ਫਿਰ ਪ੍ਰੋਗਰਾਮ ਕਰਾਂਗੇ। ਜਿਵੇਂ ਕਿ ਆਪ ਜੀ ਨੇ ਕਿਹਾ ਕਿ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਕਰਨ ਰਹਿ ਗਈਆਂ ਨੇ, ਉਹਨਾਂ ਨੂੰ ਫਿਰ ਆਪਾਂ ਅਗਲੇ ਪ੍ਰੋਗਰਾਮ ਦੇ ਵਿੱਚ ਜ਼ਰੂਰ ਸ਼ਾਮਿਲ ਕਰਾਂਗੇ ਜੀ। ਬਹੁਤ ਬਹੁਤ ਧੰਨਵਾਦ ਜੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰਭਜੋਤ ਭਾਜੀ ਤੁਹਾਡਾ ਵੀ ਧੰਨਵਾਦ ਜੀ। ਫਿਰ ਮਿਲਦੇ ਹਾਂ ਜੀ ਅਗਲੇ ਪ੍ਰੋਗਰਾਮ ਦੇ ਵਿੱਚ। ਮਿਹਰਬਾਨੀ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ, ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ ਜੀ।